ਜੇ ਕਿ ਈਸ਼ਰ ਸਿੰਘ ਬੜੀ ਸਹੂਲਤਾਂ ਨਾਲ 1100 ਦੀ ਰਿਪੋਰਟ ਬਣਾ ਸਕਦਾ ਵਾ ਇੱਕ ਮਹੀਨੇ 'ਚ, ਇਹਨਾਂ ਕੋਲ 3 ਸਾਲ 'ਚ ਮਤਲਬ ਮੇਰਾ ਇੱਕ ਜਵਾਬ ਨਹੀਂ ਦਿੱਤਾ ਜਾ ਰਿਹਾ ਵਾ। 328 ਲਾਪਤਾ ਹੋ ਗਏ ਜੀ, ਚੋਰੀ ਹੋ ਗਈ ਜੀ, ਗੁੰਮ ਹੋ ਗਏ, ਡਾਕਾ। ਮੈਂ ਕਿਹਾ ਉਹਨਾਂ ਦੀ ਸੌੜੀ ਮਾਨਸਿਕਤਾ ਹੈ। ਬਿਲਕੁਲ ਕੋਈ ਗੁੰਮ ਨਹੀਂ, ਕੋਈ ਗੁੰਮਸ਼ੁਦਗੀ, ਕੋਈ ਲੈਣਾ ਨਹੀਂ ਦੇਣਾ ਨਹੀਂ, ਇੱਕ ਨਿਜਤਨ ਹੇਰਾਫੇਰੀ। ਤਾਂ ਪ੍ਰਧਾਨ ਹੀ ਮੰਨ ਗਿਆ, ਬਿਲਕੁਲ ਜਥੇਦਾਰ ਹੀ ਮੰਨਣ ਦਿਆ ਵਾ। ਤੇ ਮੈਂ ਕੇਸ ਪੁੱਟਅਪ ਕਰਦਾ, ਹਾਂ ਜਾਂ ਤਾਂ ਕਿ ਮਹਾਤਮਾ ਗਾਂਧੀ ਬਾਂਦਰਾ ਹਾਲ ਕਰਦਾ, ਅੱਖਾਂ ਬੰਦ, ਕੰਨ ਬੰਦ, ਮੂੰਹ ਬੰਦ, ਤੇ ਫਿਰ ਮੈਂ ਵੀ ਐਸ਼ ਕਰਨਾ ਲੈ ਕੇ ਰਿਟਾਇਰਮੈਂਟ ਘਰ ਆਇਆ। ਓਬਵੀਅਸ ਹੈ। ਨਹੀਂ, ਜੁਝਾਰ ਸਿੰਘ ਦੇਖੋ, ਉਹਨੇ ਮੇਰੇ ਨਾਲ ਇੱਕ ਵਾਰ ਫੋਨ ਤੇ ਗੱਲ ਕੀਤੀ, ਮੈਂ ਆਪਣੇ ਚੈਨਲ ਤੇ ਚਲਾਈ ਹੋਈ ਹੈ। ਉਸ ਤੋਂ ਬਾਅਦ ਉਹ ਬੰਦਾ ਇੰਨਾ ਕਿ ਡਰਿਆ ਸੀਗਾ ਕਿ ਮੈਂ ਸੰਸਥਾ ਤੋਂ ਬਾਹਰ ਨਹੀਂ ਜਾਣਾ, ਮੈਨੂੰ ਉਸ ਤੋਂ ਬਾਅਦ ਫੋਨ ਨਹੀਂ ਕਰਨਾ, ਤੇ ਉਸ ਤੋਂ ਬਾਅਦ ਉਹਨੇ ਕਦੀ ਗੱਲ ਵੀ ਨਹੀਂ ਕੀਤੀ। ਸਾਡੇ ਨਾਲ ਇਹ ਤਾਂ ਗੱਲ ਹੋਈ ਜੀ। ਰੀਜ਼ਨ ਕੀ? ਮੈਂ ਤਾਂ ਮੇਰੇ ਨਾਲ ਅੱਜ ਤੱਕ ਨਹੀਂ ਗੱਲ ਹੋਈ ਸੀ। ਨਹੀਂ, ਉਹਨੂੰ ਡਰ ਕਾਹਦਾ ਹੈ? ਉਹ ਕਹਿੰਦਾ ਮੈਨੂੰ ਮਾਰ ਦੇਣਗੇ। ਇਹ ਤਾਂ ਉਹ ਦੱਸ ਸਕਦਾ ਨਾ। ਦੇਖੋ, ਸਰਦਾਰ ਮਨਜੀਤ ਸਿੰਘ, ਸਰਦਾਰ ਜੁਝਾਰ ਸਿੰਘ, ਤੇ ਮੇਰੇ ਖਿਆਲ ਪਰਮਦੀਪ ਸਿੰਘ, ਸਤਿੰਦਰ ਸਿੰਘ, ਗੁਰਮੁਖ ਸਿੰਘ, ਬਾਜ ਸਿੰਘ, ਦਲਬੀਰ ਸਿੰਘ, ਠੀਕ ਨਾ। ਬਾਜ ਸਿੰਘ ਦਾ ਕਦੀ ਕਦੀ ਫੋਨ ਹੁੰਦਾ ਸੀ, ਲੇਕਿਨ 15-20 ਦਿਨ ਹੋ ਗਏ ਨੇ, ਮਹੀਨਾ ਹੋ ਚੱਲਿਆ ਵਾ, ਉਹਦਾ ਕੋਈ ਸੰਪਰਕ ਨਹੀਂ ਮੇਰੇ ਨਾਲ ਜੀ। ਬਾਕੀ ਕਿਸੇ ਦਾ ਕੋਈ ਫੋਨ ਨਾ ਆਉਂਦਾ। ਅੱਛਾ, ਇਹ ਉਹ ਨੇ ਜਿਹੜੇ ਬੇਕਸੂਰੇ ਰਗੜੇ? ਬੇਕਸੂਰ ਰਗੜੇ ਨੇ ਜੀ। ਉਹ ਠੀਕ ਠਾਕ ਨੇ ਵੈਸੇ? ਹਾਂ, ਠੀਕ ਨੇ। ਸਾਡੇ ਮੱਥੇ ਕਲੰਕ ਲਗਾਤਾ, ਇਹਨਾਂ ਕੋਲ ਨਹੀਂ ਧੁੱਪ ਰਿਹਾ। ਉਹ ਹਾਲ ਹੋਣਾ ਵਾ ਕਿ ਸੈਣੀ ਤੇ 250 ਦੇ ਲੱਗ ਗਿਆ, ਲੇਕਿਨ 250 ਨੇ ਲੱਥਣਾ ਕਿੱਦਾਂ ਵਾ? ਗੰਢਾਂ ਹੱਥ ਨਾਲ ਮਾਰੀਆਂ, ਪਰ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ। ਬਿਲਕੁਲ, ਠੀਕ ਹੈ ਜੀ। ਜੱਜਮੈਂਟ ਜਿਹੜੀ ਜੁਡੀਸ਼ਰੀ ਨੇ ਜੀ, ਇਹਨੇ ਜੁਡੀਸ਼ਰੀ ਕੋਈ ਨਿਆਣੇ ਨਹੀਂ ਆ। ਅਸੀਂ ਆਪਣੇ ਗੁਰੂ ਘਰਾਂ 'ਚ ਖਪਤ ਹੋਣ ਵਾਲਾ ਅਨਾਜ, ਚਾਹੇ ਚੌਲ ਹੋਵੇ, ਚਾਹੇ ਕੀ ਬੋਲਦੇ ਕਣਕ ਹੋਵੇ, ਚਾਹੇ ਦੇਖੋ ਸੈਣੀ ਸਾਹਿਬ, ਜੇ ਕਰਨਾ ਚਾਹੁੰਦੇ ਸਭ ਕੁਝ ਹੋ ਸਕਦਾ ਹੈ। ਅਸੀਂ ਆਪ ਕਿਉਂ ਨਹੀਂ ਉੱਥੇ ਕਾਸ਼ਤਕਾਰੀ ਕਰਕੇ? ਮੈਂ ਤਾਂ ਬੇਨਤੀ ਪਹਿਲਾਂ ਕਰਤੀ ਜੇ ਕਿ ਜੇ ਕਰਨਾ ਤਾਂ ਸਭ ਕੁਝ ਹੋ ਸਕਦਾ ਵਾ, ਜੇ ਨਹੀਂ ਕਰਨਾ ਕੁਝ ਨਹੀਂ ਹੋਣਾ। ਮੈਂ ਦੋ ਰੁਪਏ ਫਿਰ ਗੱਲ ਕਰਦਾ ਤੁਹਾਨੂੰ ਕਿ ਦੇਖੋ, ਜ਼ਮੀਨਾਂ ਥੋੜ੍ਹੀਆਂ ਨਹੀਂ ਹੈਗੀਆਂ, ਸਾਡੇ ਕੋਲ ਸਟਾਫ ਦਾ ਘਾਟਾ ਨਹੀਂ, ਸਾਡੇ ਕੋਲ ਸਰਮਾਏ ਦਾ ਘਾਟਾ ਨਹੀਂ, ਠੀਕ ਹੈ ਨਾ। ਇਹ ਤੁਹਾਨੂੰ ਨੀਤ ਦਾ ਘਾਟਾ ਆ, ਨੀਤਾਂ ਮਾੜੀਆਂ ਨੇ। ਇਹ ਤਾਂ ਜਿਹੜੀ ਉੱਪਰ ਹਾਈ ਲੈਵਲ ਹੈ ਨਾ ਜੀ, ਪ੍ਰਧਾਨ ਹੋ ਗਏ, ਅਹੁਦੇਦਾਰ ਹੋ ਗਏ, ਮੈਂਬਰ ਹੋ ਗਏ, ਕਿਉਂਕਿ ਇਹ ਅਧਿਕਾਰ ਖੇਤਰ ਉਹਨਾਂ ਦੇ ਆ। ਮੁਲਾਜ਼ਮਾਂ ਘੱਟ ਗਏ, ਮੁਲਾਜ਼ਮਾਂ ਤੋਂ ਕਹਿੰਦੇ ਇਹ ਨੋਟ ਡਿੱਗ ਪਏ, ਦੱਸੋ। ਨਹੀਂ, ਮਤਲਬ ਤੁਸੀਂ ਮੰਨਦੇ ਹੋ ਨਾ ਵੀ ਆਹ ਚੀਜ਼ਾਂ ਹੋ ਸਕਦੀਆਂ ਨੇ? ਦੇਖੋ, ਮੈਂ ਪਹਿਲਾਂ ਕਹਿ ਰਿਹਾ ਜੀ, ਬਿਲਕੁਲ ਹੋ ਸਕਦੀ ਹੈ। ਜੇਕਰ ਕਰਨਾ ਚਾਹਵੇ, ਸ਼੍ਰੋਮਣੀ ਕਮੇਟੀ ਪੂਰਾ ਪੰਜਾਬ ਚਲਾ ਸਕਦੀ ਆ ਜੀ। ਬਿਲਕੁਲ। ਧਾਮੀ ਸਾਹਿਬ ਸੁਗੜ ਸਿਆਣੇ ਨੇ, ਬੜੇ ਵਧੀਆ ਪ੍ਰਧਾਨ ਨੇ, ਲੇਕਿਨ ਸੋਚ ਬਹੁਤ ਮਾੜੀ ਹੈ। ਜਿੰਨਾ ਸੋਚ ਇਹਦੀ ਮਾੜੀ ਆ, ਜਿੰਨਾ ਸੰਸਥਾ ਦਾ ਹੁਣ ਇਸ ਦੌਰ 'ਚ ਨੰਗੀ ਧਾਮੀ ਸਾਹਿਬ ਦੇ ਕਰਕੇ ਹੋ ਰਿਹਾ ਨਾ, ਮੈਂ ਸ਼ਾਇਦ ਮੱਕੜ ਵੇਲੇ ਬਣਾ ਨਹੀਂ ਕਰ ਸੀ। ਚੌੜਾ ਸੇ ਗੱਲ ਛੱਡ ਦਿਓ, ਉਹਦੇ ਮਤਲਬ ਸਵਾਲ ਨਹੀਂ ਪੈਦਾ ਹੁੰਦਾ। ਦਫ਼ਤਰੀ ਰਿਕਾਰਡ ਬਾਹਰ ਜਾਣ ਦਾ ਮਤਲਬ ਕੋਈ ਨਹੀਂ, ਪਹਿਲੀ ਗੱਲ ਜੀ। ਅਗਰ ਦਫ਼ਤਰੀ ਰਿਕਾਰਡ ਦਾ ਤੁਸੀਂ ਕੋਈ ਉਹਨੂੰ ਐਕਸਪਲੇਨ ਕਰਨਾ ਵਾ, ਤੇ ਉਸ ਡਿਪਾਰਟਮੈਂਟ ਦਾ ਸੈਕਟਰੀ ਜਾਂ ਇੰਚਾਰਜ ਉਹ ਕਰੇ, ਜਾਂ ਸਕੱਤਰ ਸ਼੍ਰੋਮਣੀ ਕਮੇਟੀ ਕਰੇ, ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਰੇ। ਬਿਲਕੁਲ। ਥਰਡ ਪਾਰਟੀ ਕੋਲ ਜਾਣ ਦਾ ਮਤਲਬ ਕੋਈ, ਜੇ ਭੇਜੀ ਆ ਇਹਨਾਂ ਨੇ ਬਹੁਤ ਮਾੜੀ ਹਰਕਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਫਾਈਲ ਦੀ ਗੱਲ ਚੱਲ ਰਹੀ ਸੀ, ਮੱਕੜ ਸਾਹਿਬ ਦੀ ਗੱਲ ਚੱਲ ਰਹੀ ਸੀ। ਦੁਬਾਰਾ ਤੋਂ ਥੋੜਾ ਜਿਹਾ ਦੱਸੋ ਕਿ ਫਾਈਲ ਮੱਕੜ ਸਾਹਿਬ ਨੂੰ ਦਿੱਤੀ। ਸੈਣੀ ਸਾਹਿਬ, ਤੁਹਾਡਾ ਧੰਨਵਾਦ, ਫਿਰ ਤੁਸੀਂ ਦੁਬਾਰਾ ਮੈਨੂੰ ਚੈਨਲ ਦੇ ਉੱਪਰ ਲਿਆ ਜੀ। ਤੇ ਗੱਲ ਚੱਲਦੀ ਸੀ ਕਿ ਜਿਹੜਾ ਡੀਡੈਸ਼ਨ ਕਰਨ ਵਾਸਤੇ ਜੀ, ਜਦੋਂ ਮੱਕੜ ਸਾਹਿਬ ਨੇ ਬੁਲਾਇਆ, ਮੈਂ ਫਾਈਲ ਲੈ ਕੇ ਉਹਨਾਂ ਅੱਗੇ ਰੱਖੀ, ਤੇ ਉਹਨਾਂ ਨੇ ਫਾਈਲ ਸਰਦਾਰ ਹਰਬੰਸ ਸਿੰਘ ਸਕੱਤਰ ਦੇ ਸਬੂਤ ਕਰਤੀ ਕਿ ਬਈ ਸਕੱਤਰ ਸਾਹਿਬ ਦੇਖੋ ਕੀ ਹੈ। ਉਹਨਾਂ ਨੇ ਉਹ ਫਾਈਲ ਚੁੱਕ ਕੇ ਕਿ ਰੂਪ ਸਿੰਘ ਨੂੰ ਫਾਰਵਰਡ ਕਰਤੀ ਆ, ਉੱਥੇ ਟੇਬਲ 'ਤੇ ਬੈਠੇ ਸਾਰਿਆਂ ਦੇ। ਤੇ ਰੂਪ ਸਿੰਘ ਨੇ ਪੜ੍ਹ ਕੇ ਕਹਿੰਦਾ ਕਿ ਪ੍ਰਧਾਨ ਜੀ ਨਾ, ਸੌਰੀ, ਜਿੰਨ 'ਚ ਪੜ੍ਹਦੇ ਰਹੇ, ਮੈਂ ਪ੍ਰਧਾਨ ਦੇ ਕੰਨ 'ਚ ਗਿਆ, ਮੈਂ ਕਿਹਾ ਪ੍ਰਧਾਨ ਜੀ ਕਰਾਉਣ ਨੂੰ ਕਰਵਾ ਲਵੋ। ਸ਼੍ਰੋਮਣੀ ਕਮੇਟੀ ਅੰਦਰ ਉਹਨੇ ਮਤੇ ਕੀਤੇ ਨੇ ਕਿ ਆਪਣਾ ਡਿਜੀਟਲ ਇੱਕ ਕੇਂਦਰ ਸਥਾਪਿਤ ਕੀਤਾ ਜਾਵੇ ਜੀ। ਤੇ ਮੈਂ ਉਹ 'ਚ ਖਰੀਦਦਾਰੀ ਵੀ ਕਰਨੀ, ਕੈਮਰੇ ਲੈ ਲਓ, ਸਭ ਸੈਟਅਪ ਮੇਰਾ ਤਿਆਰ ਆ, ਠੀਕ ਹੈ ਜੀ। ਤੇ ਇਹ ਜੇਕਰ ਤੁਸੀਂ ਕਰਵਾਉਣੇ, ਤੁਸੀਂ ਮਾਲਕ ਹੋ, ਤੇ ਇਹਦੇ ਕਾਪੀਰਾਈਟਸ ਕਿਹਦੇ ਕੋ ਹੋਣਗੇ, ਇਹਦਾ ਫੈਸਲਾ ਕਰ ਦਿਓ ਜੀ। ਰੂਪ ਸਿੰਘ ਨੇ ਫਿਰ ਕਿਹਾ ਹੈ ਕਿ ਪ੍ਰਧਾਨ ਜੀ ਰਿਪੋਰਟ ਬਿਲਕੁਲ ਠੀਕ ਆ, ਇਹਦਾ ਫੈਸਲਾ ਕਰਨਾ ਚਾਹੀਦਾ ਕਿ ਕਾਪੀਰਾਈਟ ਕਿਹਦੇ ਕੋ ਰਹਿਣਗੇ। ਉਹਨਾਂ ਨੇ ਉੱਥੇ ਸਬ ਕਮੇਟੀ ਬਣਾਤੀ। ਇਟਸ ਮੀਨਸ ਸਭ ਕੰਮ ਮਿੱਟੀ। ਵਾਹਿਗੁਰੂ, ਮੈਨੂੰ ਮਾਫ ਕਰਨਾ, ਤੁਹਾਨੂੰ ਰੋਕ ਰਿਹਾ। ਮੈਨੂੰ ਇਹ ਦੱਸੋ, ਹੁਣ ਤੁਸੀਂ ਮਤਲਬ ਕਹਿ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਧੀਆ ਸੰਸਥਾ ਹੈ, ਚਾਹੇ ਗੁਰਬਾਣੀ ਪ੍ਰਸਾਰਣ ਦੀ ਗੱਲ ਹੋਵੇ, ਤੇ ਚਾਹੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਡਿਜੀਟਲ ਕਰਨ ਦੀ ਗੱਲ ਹੋਵੇ। ਹੁਣ ਸਾਡੀ ਇੱਕ ਸਰਮੋਰ, ਸੰਗਤ ਜੀ ਧਿਆਨ ਨਾਲ ਸਮਝਿਓ ਇਹ ਚੀਜ਼, ਸਾਡੀ ਇੱਕ ਸਰਮੋਰ ਸੰਸਥਾ ਆ ਗੁਰਬਾਣੀ ਪ੍ਰਸਾਰਣ। ਸਾਨੂੰ ਕੋਈ ਪੀਟੀਸੀ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਪਰ
ਸਿਰਫ ਪੀਟੀਸੀ ਹੀ ਕਿਉਂ? ਬਿਲਕੁਲ ਜੀ ਬਿਲਕੁਲ ਠੀਕ ਹੈ ਜੀ। PTC ਹੁਣ ਕਿਸੇ ਨਾਲ ਅਗਰ ਕੋਈ ਦੁਸ਼ਮਣੀ ਨਹੀਂ ਹੈਗੀ ਕਿਸੇ ਦੀ। ਡਿਜੀਟਲਾਈਜ਼ ਕਰਨਾ ਇਹਨਾਂ ਨੇ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਅਗਰ ਡਿਜੀਟਲ ਕਰਨੀ ਸੀ ਤਾਂ ਉਹਦੇ ਕਾਪੀਰਾਈਟ ਦਾ ਪੰਗਾ ਕਿਉਂ? ਸਿੱਖ ਸੰਗਤ ਦੀ ਧਰੋਹਰ ਆ ਉਹ, ਉਸ ਦਾ ਕਾਪੀਰਾਈਟ ਮਤਲਬ ਇਹ ਪਹਿਲੀ ਗੱਲ ਕਿ ਕਾਪੀਰਾਈਟ ਕਿਹਦੇ ਕੋਲ ਰਹੂਗਾ? ਆਬਵੀਅਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਹੂਗਾ। ਕੋਲ ਰਹੇਗਾ ਤੇ ਮੈਂ ਉਹ ਲਿਖਿਆ ਸੀ, ਉਹ ਗੱਲ ਮੈਂ ਲਿਖੀ ਸੀ। ਫਿਰ ਉਹਦੇ ਉੱਤੇ ਇਹਨਾਂ ਨੂੰ ਮਤਲਬ ਸਬ ਕਮੇਟੀ ਮਤਲਬ ਸਾਰਾ ਬੇੜਾ ਗਰਕ ਕਰਨ ਦਾ ਇਹਨਾਂ ਨੇ ਫਿਰ ਮੇਰੀ ਉਸ ਕਰਤੀ ਤਬਦੀਲੀ, ਜਿੱਥੇ ਮੈਂ ਕੁਝ ਕੰਮ ਕਰਨਾ ਚਾਹਿਆ ਮੇਰੀ ਤਬਦੀਲੀ ਨਾਲ ਹੀ ਹੋ ਜਾਂਦੀ ਸੀ। ਉਹ ਬੰਦਾ ਮੈਨੂੰ ਲਗਭਗ ਕਾਫੀ ਸਮੇਂ ਬਾਅਦ ਚੰਡੀਗੜ੍ਹ ਮਿਲਿਆ ਸਾਡੇ ਆਫਿਸ 'ਚ। ਗੁਰਬੇਨ ਸਿੰਘ ਤੁਸੀਂ ਮੇਰੇ ਨਾਲ ਮਾੜਾ ਕੀਤਾ। ਮੈਂ ਕਿਹਾ ਮਾੜਾ ਤੁਹਾਂ ਕਰਨਾ ਸੰਸਥਾ ਨੇ ਕਿ ਮੈਂ ਤੁਹਾਡਾ ਕੀਤਾ ਤੇ ਗੁਰੂ ਰਾਮਦਾਸ ਜਾਣਦਾ ਹੈ। ਬਿਲਕੁਲ। ਉਹ ਨਾਮ ਬਦਲ ਗਿਆ, ਸੰਸਥਾ ਬਦਲ ਗਈ, ਡਿਜੀਟਾਈਜੇਸ਼ਨ ਹੋ ਗਿਆ, ਰਿਕਾਰਡ ਗਿਆ। ਅੱਛਾ ਹੋ ਗਿਆ ਡਿਜੀਟਲ ਜੇ? ਬਿਲਕੁਲ ਜੀ ਰਿਕਾਰਡ ਕਿਹਦੇ ਕੋਲ ਗਿਆ? ਬਿਲਕੁਲ। ਕਾਪੀਰਾਈਟ ਕੌਣ ਲੈ ਗਿਆ? ਇਹ ਉਹਦੇ ਬਾਰੇ ਪਤਾ ਕੁਛ ਨਹੀਂ, ਮੈਂ ਕਿ ਮੇਰੇ ਤੇ ਤਬਦੀਲੀ ਕਰਤੀ ਨਹੀਂ ਸਿੰਘ ਸਾਹਿਬ ਥੋੜਾ ਬਹੁਤਾ ਤਾਂ ਅੰਦਾਜ਼ਾ ਹੋਊਗਾ। ਮੈਂ ਤੁਹਾਨੂੰ ਦੱਸਦਾ ਜੀ ਕਿ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹਨੂੰ ਰਿਕਾਰਡ ਕਿੱਥੇ ਆ ਕੀ ਨਹੀਂ ਆ। ਸੋ ਆਬਵੀਅਸਲੀ ਸੰਗਤ ਜੀ ਪਹਿਲਾਂ ਦਿੱਲੀ ਤੋਂ ਆਏ ਸੀ ਭਾਈ ਵੀਰ ਸਿੰਘ ਸਹਿਜ ਸਦਨ ਵਾਲੇ, ਜਿੱਤਾ ਕਿ ਮੈਨੂੰ ਪਹਿਲਾਂ ਦਿੱਲੀ ਤੋਂ ਭਾਈ ਵੀਰ ਸਿੰਘ ਸਹਿਜ ਸਦਨ ਵਾਲੇ, ਉਹਨਾਂ ਨੂੰ ਮੈਂ ਨੋਟ ਲਿਖ ਕੇ ਜਿਹੜਾ ਸਬ ਕਮੇਟੀ ਬਣੀ ਸੀ ਉਸ ਤੋਂ ਬਾਅਦ ਅੱਗੋਂ ਇਹਨਾਂ ਨੇ ਮੇਰੀ ਬਦਲੀ ਹੋ ਗਈ ਤੇ ਇਹਨਾਂ ਨੇ ਕਿਹਨੂੰ ਦਿੱਤਾ, ਕੀ ਦਿੱਤਾ, ਕਿਵੇਂ ਦਿੱਤਾ। ਪਰ ਇਹ ਕਨਫਰਮ ਹੈ ਕਿ ਡਿਜੀਟਲ ਕਰਤਾ ਸੀ? ਬਿਲਕੁਲ ਜੀ ਬਿਲਕੁਲ। ਫਿਰ ਧਾਮੀ ਸਾਹਿਬ ਹੁਣ ਕਿਉਂ ਨਾਟਕ ਕਰ ਰਹੇ ਨੇ? ਇਹ ਤਾਂ ਉਹਨਾਂ ਨੂੰ ਪਤਾ ਹੋਊਗਾ, ਉਹ ਦੱਸ ਸਕਦੇ ਨੇ। ਦੂਜੀ ਗੱਲ ਦੇਖੋ, ਫਿਰ ਮੈਂ ਉੱਥੇ ਜਿਹੜੀਆਂ ਪੁਰਾਣੀਆਂ ਅਖਬਾਰਾਂ ਪਈਆਂ ਸੀ। ਸੰਗਤ ਜੀ ਇਸ ਚੀਜ਼ ਦਾ ਆਬਵੀਅਸ ਹੈ ਵੀ ਧਾਮੀ ਸਾਹਿਬ ਨੂੰ ਹੁਣ ਇਹ ਵੀ ਡਿਮਾਂਡ ਸਾਨੂੰ ਕਰਨੀ ਪੈਣੀ ਹੈ ਵੀ ਡਿਜੀਟਲ ਅਗਰ ਕਰ ਦਿੱਤੀ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਡਿਜੀਟਲਾਈਜ਼ ਸੀਗੀ ਅਗਰ ਉਹ, ਤਾਂ ਉਹ ਡਾਟਾ ਕਿਹਦੇ ਕੋਲ ਹੈ, ਕਿਹਦੇ ਕੋਲ ਕਾਪੀਰਾਈਟ ਗਿਆ, ਜਿਹਦੇ ਕਰਕੇ ਤੁਸੀਂ ਸਬ ਕਮੇਟੀ ਪਹਿਲਾਂ ਬਣਾਈ ਸੀ, ਐਸਆਈਟੀ ਬਣਾਈ ਸੀ, ਜੋ ਵੀ ਕੀਤਾ ਸੀ, ਇਹਦਾ ਜਵਾਬ ਧਾਮੀ ਸਾਹਿਬ ਦਿਓ। ਮੈਂ ਨਹੀਂ ਬੋਲ ਰਿਹਾ, ਤੁਹਾਡੇ ਮੀਤ ਸਕੱਤਰ ਬੋਲ ਰਹੇ ਨੇ। ਕਨਫਰਮ ਹੈ ਕਿਉਂਕਿ ਇਹਨਾਂ ਦੇ ਹੱਥ 'ਚ ਉਹ ਕੰਮ ਸੀ, ਸਾਰਾ ਸੈਟਅਪ ਇਹਨਾਂ ਨੇ ਲਗਵਾਇਆ ਸੀ। ਸੈਣੀ ਸਾਹਿਬ ਇਹ ਦੱਸ ਦੇਣ, ਸ਼੍ਰੋਮਣੀ ਕਮੇਟੀ ਦੱਸ ਦੇਵੇ ਜਾਂ ਅਧਿਕਾਰੀ ਕਰਮਚਾਰੀ ਦੱਸ ਦੇ ਕਿ ਸਿੱਖ ਰਾਮ ਲਾਇਬ੍ਰੇਰੀ 'ਚ ਜੋ ਜਿਹੜਾ ਕੈਮਰੇ ਲੱਗੇ ਨੇ ਜਾਂ ਸੈਟਅਪ ਡਾਰਕਰੂਮ ਬਣਾਇਆ ਵਾ ਉਹ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਇਹੀ ਦੱਸ ਦਿਓ ਡਾਰਕਰੂਮ ਕੰਮ ਕਰਦਾ ਨਹੀਂ ਕਰਦਾ। ਇਹਨਾਂ ਦੇ ਸਵਾਲਾਂ ਦੇ ਜਵਾਬ ਅਖਬਾਰਾਂ ਜਿੰਨੀਆਂ ਪੁਰਾਤਨ ਪਈਆਂ ਸੀ ਜੀ, ਮੈਂ ਉੱਥੇ ਬੜੇ ਕੰਮ ਕਰਨ ਦੀ ਮੇਰੇ ਮਨ 'ਚ ਚਾਹ ਸੀ ਕਿ ਅਸੀਂ ਇਹ ਵੀ ਕਰਾਂਗੇ, ਇਹ ਵੀ ਕਰਾਂਗਾ, ਕੀਤੇ ਵੀ ਜੇ ਸਕਾਲਰਸ। ਮੈਂ ਨਹੀਂ ਬੋਲਦਾ, ਮੇਰੇ ਕੰਮ ਬੋਲਦੇ ਨੇ ਜੀ। ਤੁਸੀਂ ਲਾਇਬ੍ਰੇਰੀ ਜਾ ਕੇ ਕਿਸੇ ਵੀ ਮੁਲਾਜ਼ਮ ਨੂੰ ਪੁੱਛੋ। ਮੈਂ ਪ੍ਰੈਸ 'ਚ ਰਿਹਾ, ਪ੍ਰੈਸ 'ਚ ਮੈਂ ਨਹੀਂ ਬੋਲਾਂਗਾ, ਮੇਰੇ ਕੰਮ ਬੋਲਣਗੇ, ਮੇਰੇ ਉੱਥੇ ਮੁਲਾਜ਼ਮ ਬੋਲਣਗੇ ਜੀ। ਠੀਕ ਹੈ ਜੀ। ਜੇ ਮੈਂ ਕੋਈ ਚੰਗਾ ਕਰਦਾ ਸਾਂ ਇਹਨਾਂ ਨੂੰ ਚੁੱਭਦਾ ਸੀ। ਬਿਲਕੁਲ। ਅੱਛਾ ਮੈਂ ਇੱਕ ਚੀਜ਼ ਹੋਰ ਮੇਰੇ ਜ਼ਿਹਨ 'ਚ ਆ ਰਹੀ ਹੈ, ਤੁਸੀਂ 82 ਤੋਂ ਉੱਥੇ ਹੋ, ਮਤਲਬ 84 ਤੁਸੀਂ ਆਪ ਹੱਡੀ ਹੰਡਾਈ ਹੈ। ਬਿਲਕੁਲ ਜੀ ਬਿਲਕੁਲ। ਫੌਜ ਨਾਲ ਹੰਡਾਈ ਹੈ। ਫੌਜ ਨੇ ਜੋ ਕੁਝ ਉੱਥੇ ਕੀਤਾ, ਜੋ ਘਾਣ ਹੋਇਆ, ਠੀਕ ਹੈ, ਉਹ ਤਾਂ ਇੱਕ ਪਾਸੇ। ਉਸ ਤੋਂ ਬਾਅਦ ਸਾਡਾ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਫੌਜ ਚੱਕ ਕੇ ਲੈ ਜਾਂਦੀ ਹੈ, ਬਹੁਤ ਬਵਾਲ ਹੁੰਦਾ। ਹੁਣ ਫੌਜ ਕਹਿੰਦੀ ਅਸੀਂ ਕਿਸ਼ਤਾਂ ਦੇ ਵਿੱਚ ਵਾਪਸ ਕੀਤੀ। ਉਹ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ। ਇਹਦੇ ਬਾਰੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਿਹੜੀ ਪਿੱਛੇ ਪੇਸ਼ੀ ਹੋਈ ਹੈ ਉਹਦੇ ਵਿੱਚ ਇਹ ਜਾ ਕੇ ਕਹਿੰਦੇ ਵੀ ਸਾਡੇ ਕੋਲ ਸਭ ਕੁਝ ਪਿਆ ਹੋਇਆ ਆ, ਪਰ 100 ਤੋਂ ਵੱਧ ਹੱਥ ਲਿਖਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ ਉਹਦੇ ਵਿੱਚ। ਤੁਸੀਂ ਉੱਥੇ ਰਹੇ ਹੋ, ਇਹ ਸਾਰਾ ਖਜ਼ਾਨਾ ਤੁਸੀਂ ਅੱਖੀਂ ਦੇਖਿਆ ਹੈ ਪਿਆ ਹੋਇਆ? ਵੇਖੋ ਜਿੰਨਾ ਕਿ ਮੈਂ ਵੇਖਿਆ ਨਾ ਜੀ ਉੱਥੇ ਹੈਗਾ ਹੱਥ ਲਿਖਤ ਸਰੂਪ 100 ਤੋਂ ਉੱਤੇ ਪਏ ਨੇ ਹੈਗੇ ਨੇ ਜੀ। ਕਿਹੜੇ ਸੰਨ 'ਚ ਦੇਖੇ ਤੁਸੀਂ ਅਖੀਰ? 2014 ਉਹਦੇ ਵਿੱਚ ਦੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰੂ ਸਾਹਿਬ ਦੇ ਦਸਤਖਤ ਕੀਤੇ ਹੋਏ ਵੀ ਪਏ। ਦਸਤਖਤਾਂ ਵਾਲੇ ਵੀ ਹੈਗੇ ਨੇ, ਸੁਨਹਿਰੀ ਬੀੜ ਵੀ ਹੈਗੀ ਉੱਥੇ। ਹੁਣ ਦਾ ਨਹੀਂ ਪਤਾ, ਜਦੋਂ ਮੈਂ ਉੱਥੇ ਸਾਂ ਮੈਂ ਜ਼ਰੂਰ ਵੇਖੇ ਨੇ। ਮੈਂ ਤਾਂ ਹੀ ਪੁੱਛਿਆ ਲਾਸਟ ਕਿਹੜੇ ਸਾਲ ਸੰਨ ਕਿਹਾ ਤੁਸੀਂ? 2016 14 ਮਤਲਬ 2000 ਸੰਗਤ ਜੀ 2014 ਤੱਕ ਸੁਨਹਿਰੀ ਬੀੜ ਵੀ ਸੀ, ਗੁਰੂ ਸਾਹਿਬ ਦੇ ਹੱਥ ਮਤਲਬ ਦਸਤਖਤ ਕੀਤੇ ਹੋਏ ਸਰੂਪ ਵੀ ਸੀ, ਤੇ 100 ਤੋਂ ਵੱਧ ਹੱਥ ਲਿਖਤ ਸਰੂਪ ਲੜੀਵਾਰ ਜਿਹੜੇ ਆਪਾਂ ਕਹਿ ਸਕਦੇ ਹਾਂ ਉੱਥੇ ਮੌਜੂਦ ਸੀਗੇ, 100 ਤੋਂ ਵੱਧ। ਹਾਂਜੀ। ਕਿਤਾਬਾਂ ਦਾ ਵੇਰਵਾ ਵੀ ਉੱਥੇ, ਰਜਿਸਟਰ ਵੀ ਸਾਡੇ ਕੋਲ ਆਏ, ਠੀਕ ਨਾ, ਸਭ ਕੁਝ ਵੇਖਿਆ। ਲੇਕਿਨ ਹੁਣ ਉੱਥੇ ਹੈ ਨਹੀਂ ਹੈ, ਕਿਉਂਕਿ ਉਸ ਵਕਤ ਦੇ ਜਿਹੜੇ ਅਧਿਕਾਰੀ ਸੀ ਉਹ ਦੱਸ ਸਕਦੇ ਨੇ। ਨਹੀਂ ਮੈਨੂੰ ਜਿਹਦਾ ਸਰਦਾਰ ਕੁਲਵੰਤ ਸਿੰਘ ਸੀ। ਮੈਨੂੰ ਇੱਕ ਹੋਰ ਚੀਜ਼ ਪਤਾ ਲੱਗੀ, ਕਿਉਂਕਿ ਬਹੁਤ ਸਾਰੇ ਸਾਡੇ ਹੱਥ ਲਿਖਤ ਖਰੜੇ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦੀ ਗੱਲ ਕਰ ਲਈ ਜਾਵੇ, ਉਹ ਦੇਖੋ ਉਹ ਹੈਗੇ ਨੇ। ਜਾਂ ਪੁਰਾਣੀਆਂ ਦੇਖੋ ਮਤਲਬ ਮੈਂ ਇਹ ਨਹੀਂ ਕਹਾਂਗਾ ਕੁਝ ਕਿਤਾਬਾਂ ਦੀ ਗੱਲ ਕਰ ਲਿੱਤੀ ਜਾਵੇ। ਨਹੀਂ, ਕਿਤਾਬਾਂ ਹੋ ਸਕਦਾ ਵਾ, ਦੇਖੋ ਕਿਤਾਬਾਂ 'ਚ ਇਤਿਹਾਸ ਆ। ਕਿਤਾਬਾਂ 'ਚ ਇੱਕ ਰਾਈਟਰ ਨੇ ਆਪਣੇ ਖਿਆਲ ਪ੍ਰਗਟ ਕੀਤੇ ਹੁੰਦੇ ਨੇ, ਕੁਝ ਉਹਨਾਂ ਸਰੋਤ ਇਕੱਠੇ ਕਰਕੇ ਕਿਤਾਬ ਲਿਖੀ ਹੁੰਦੀ ਆ। ਕਿਤਾਬਾਂ ਮੈਂ ਕਹਿ ਸਕਦਾ ਹੋ ਸਕਦਾ ਨਾ ਹੋਣ, ਲੇਕਿਨ ਜਿਹੜਾ ਉੱਥੇ ਈਵਨ ਇੱਥੋਂ ਤਾਂ ਮੈਂ ਕਹਿ ਦਿੰਦਾ ਵਾਂ ਕਿ ਕੀ ਕਹਿੰਦੇ ਨੇ, ਦਸਮ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਬਾਈਬਲ, ਗੀਤਾ, ਕੁਰਾਨ ਸ਼ਰੀਫ,
ਕੁਝ ਇਹ ਅੰਗ ਉੱਥੇ ਹੈਗੇ ਸੀ। ਹੁੰਦਾ ਨਹੀਂ ਮੈਨੂੰ ਪਤਾ ਹੁੰਦਾ ਨਹੀਂ ਤੁਹਾਨੂੰ ਪਤਾ, ਕਿਉਂਕਿ ਉਸ ਤੋਂ ਬਾਅਦ ਬਹੁਤ ਬਵਾਲ ਇਹ ਤਾਂ ਜ਼ਿਆਦਾ ਵਧਿਆ ਕਿਉਂਕਿ ਭਾਈ ਜਥੇਦਾਰ ਭਾਈ ਰਣਜੀਤ ਸਿੰਘ ਵੀ ਸਿੱਧਾ ਇਲਜ਼ਾਮ ਲਾਉਂਦੇ ਨੇ ਸਾਬਕਾ ਜਥੇਦਾਰ। ਉਹਦੇ 'ਚ ਦੇਖੋ ਮੈਂ ਇੱਕ ਬਹੁਤ ਸਾਰੇ ਪੁਰਾਤਨ ਜਿਹੜੇ ਸਰੂਪ ਨੇ ਉਹ ਵਿਦੇਸ਼ਾਂ ਦੇ ਵਿੱਚ ਵੱਡੇ ਬਹੁਤ ਮੋਟੇ ਮੁੱਲਾਂ ਤੇ ਵੇਚੇ ਗਏ। ਇਹ ਤਾਂ ਦੇਖੋ ਪਤਾ ਕੀ ਜੀ ਕਿ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਤਿਕਾਰਯੋਗ ਨੇ ਜੀ। ਇਹਨਾਂ ਨੇ 328 ਸਰੂਪਾਂ ਦੇ ਵਿੱਚ ਵੀ ਬੜਾ ਮਤਲਬ ਕਿ ਬਿਆਨਬਾਜ਼ੀ ਕੀਤੀ ਹੈ, ਜੇ ਕਿ ਗੁਰਬਖਸ਼ ਸਿੰਘ ਨੇ ਤਨ ਰੋਡ ਸਰੂਪ ਬਣਾ ਲਏ ਜੀ, ਇਹ ਕਰ ਲਿਆ ਜੀ, ਉਹ ਕਰ ਲਿਆ ਜੀ, ਠੀਕ ਹੈ ਨਾ। ਲੇਕਿਨ ਸਭ ਤੱਥਾਂ ਤੋਂ ਬੇਬੁਨਿਆਦ ਤੱਥਾਂ ਤੋਂ ਰਹਿਤ ਨੇ। ਓਕੇ, ਇੱਕ ਕਾਗਜ਼ ਵੀ ਬਾਹਰ ਨਹੀਂ ਜਾਂਦਾ, ਨਾ ਜਾਣ ਦਿੱਤਾ ਤੇ ਨਾ ਕਦੇ ਗਿਆ, ਤੇ ਜੇ ਹੁਣ ਜਾਂਦਾ ਮੈਂ ਕਹਿ ਨਹੀਂ ਸਕਦਾ। ਸੈਣੀ ਸਾਹਿਬ ਦੂਜੀ ਗੱਲ, ਗੋਲਡਨ ਤੁਸੀਂ ਦਫ਼ਤਰ ਦੀ ਗੱਲ ਕਰ ਰਹੇ ਹੋ? ਬਿਲਕੁਲ ਜੀ, ਜਿੱਥੇ ਮੈਂ ਰਿਹਾ ਹਾਂ। ਅੱਛਾ ਜੀ, ਨਹੀਂ ਮੈਂ ਕਿਹਾ ਦਫ਼ਤਰ ਤੋਂ ਕਾਗਜ਼ ਤਾਂ ਮੇਰੇ ਕੋਲ ਪਹੁੰਚੇ ਨਹੀਂ। ਉਹ ਤੁਹਾਡੇ ਕਿੱਦਾਂ ਪਹੁੰਚ ਜਾਈ ਇਹ ਤਾਂ ਤੁਹਾਨੂੰ ਪਤਾ, ਜੇ ਦੇਣ ਵਾਲੇ ਪਤਾ, ਲੈਣ ਵਾਲੇ ਪਤਾ ਹੋਊਗਾ ਜੀ। ਦੇਖੋ ਮੈਂ ਇਹ ਗੱਲ ਕਹਿੰਦਾ ਵਾਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਦੇਣ ਦੀ ਪ੍ਰਕਿਰਿਆ ਆਰੰਭ ਕੀਤੀ ਨਾ ਜੀ, ਇਹ ਗਿਆਨੀ ਗੁਰਬਖਸ਼ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਸੀ, ਇਹ ਪਰਫਾਰਮਾ ਮੈਂ ਤਿਆਰ ਕਰਵਾਇਆ। ਉੱਥੇ ਉਦੋਂ ਵੀ ਗੱਲ ਚੱਲੀ ਸੀ, ਇੱਕ ਨਾ ਸੰਗਤ ਆਈ ਸੀ ਆਸਟ੍ਰੇਲੀਆ ਤੋਂ ਜੀ, ਕਿ ਅਸੀਂ ਸਿੰਘ ਸਾਹਿਬ ਜੀ ਸਰੂਪਾਂ ਦੀ ਬੇਅਦਬੀ ਹੁੰਦੀ ਨੂੰ ਰੋਕਣ ਵਾਸਤੇ ਨਾ ਅਸੀਂ ਇੱਕ ਬਾਰਕੋਡ ਤਿਆਰ ਕਰਾਂਗੇ ਜੀ 9 ਫੁੱਲ ਪੱਤੀਆਂ ਦੇ। ਮੈਨੂੰ ਸਿੰਘ ਸਾਹਿਬ ਨੇ ਬੁਲਾ ਦਿੱਤਾ ਕਿਉਂਕਿ ਮੈਨੂੰ ਥੋੜੀ ਲਾਈਨ 'ਚ ਹੈਗਾ ਸੀ, ਮੈਂ ਪਤਾ ਸੀ। ਤੇ ਮੈਂ ਕਿਹਾ ਸਿੰਘ ਸਾਹਿਬ ਜੀ ਪਹਿਲੀ ਗੱਲ ਤਾਂ ਇਹਨਾਂ ਨੂੰ ਕਹੋ ਕਿ ਮੈਨੂੰ ਆਪਣਾ ਦੇਣ ਜੋ ਇਹਨਾਂ ਪ੍ਰਪੋਜ਼ਲ ਮੈਂ ਪੜਾਂਗਾ, ਤੇ ਜੇ ਮੈਨੂੰ ਚੰਗੀ ਲੱਗੀ ਰੱਖ ਲਾਂਗਾ, ਜੇ ਨਹੀਂ ਲੱਗੀ ਮੈਂ ਕੱਟ ਕੇ ਤੁਹਾਨੂੰ ਦੱਸ ਦਾਂਗਾ। ਅਗਲੇ ਦਿਨ ਮੈਂ ਗਿਆ, ਮੈਂ ਕਿਹਾ ਸਿੰਘ ਸਾਹਿਬ ਦੀ ਗੱਲ ਹੈ ਕਿ ਜੋ ਕੁਝ ਲਿਖਿਆ ਨਾ ਜੀ ਇਹ ਪੋਸੀਬਲ ਨਹੀਂ ਹੈ। ਮੈਂ ਉਹ ਬੰਦੇ ਮੇਰੇ ਨਾਲ ਇੱਥੋਂ ਤੱਕ ਨਾਰਾਜ਼ ਹੋ ਗਏ ਕਿ ਭਾਈ ਸਾਹਿਬ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਐਵੇਂ ਕਹਿੰਦੇ। ਮੈਂ ਕਿਹਾ ਸਰ ਸਾਹਿਬ ਜਿਸ ਚੀਜ਼ ਦਾ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ, ਜਿਹੜਾ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਤੁਸੀਂ ਸਵੇਰੇ ਇਦਾਂ ਕਰਿਓ, ਗੁਰੂ ਗ੍ਰੰਥ ਦੀ ਛਪਾਈ ਚੱਲ ਰਹੀ ਆ, ਤੁਸੀਂ ਆ ਜਿਓ, ਆ ਤੁਸੀਂ ਮੈਨੂੰ ਇੱਕ ਬਾਰਕੋਡ ਲਾ ਕੇ ਮੈਨੂੰ ਵਿਖਾ ਦਿਓ, ਜੇ ਲੱਗ ਜਾਵੇ ਮੈਂ ਮੰਨ ਜਾਵਾਂ ਤੁਹਾਡੀ ਗੱਲ ਨੂੰ ਜੀ। ਜਦੋਂ ਉਹਨਾਂ ਨੇ ਸਵੇਰੇ ਮੈਂ ਜਾ ਕੇ ਪ੍ਰੈਸ ਜੀ ਸਭ ਕੁਝ ਜਦੋਂ ਚੈੱਕ ਕਰਵਾਇਆ ਵਾ ਉੱਥੇ ਕਹਿ ਕੇ ਮੈਨੇਜਰ ਨੂੰ, ਤੇ ਜਦੋਂ ਮਸ਼ੀਨ ਸਟਾਰਟ ਹੁੰਦੇ ਨੇ ਜੀ, ਸਾਡੇ ਕੋਲ 4 ਕਲਰ ਮਸ਼ੀਨ ਆ, ਸਟਾਰਟ ਹੁੰਦੇ 500 ਦੀ ਖਿਚਕੁਦਾਂ ਲੈ ਜਾਂਦੀ ਉਹ। ਇਹਦਾ ਬਾਰਕੋਡ ਕੀ ਕਰਨਗੇ ਜੀ ਉੱਥੇ, ਫਿਰ ਮੰਨ ਗਏ। ਮੈਂ ਕਿਹਾ ਇਹਦਾ ਹੱਲ ਸਿੰਘ ਸਾਹਿਬ ਜੀ ਸਿਰਫ ਇੱਕੋ ਹੀ ਆ ਕਿ ਡਿਜੀਟਲ ਪ੍ਰੈਸ ਲਾਈ ਜਾਵੇ, ਉਹ 'ਚ ਇਕੱਲੇ ਪੇਪਰ ਉੱਪਰ ਅੱਜ ਕੱਲ੍ਹ ਆਉਂਦੀ, ਉਹਨੂੰ ਕਹਿੰਦੇ ਨੇ ਜੀ ਕੀ ਨਾਂ ਲੈਂਦੇ ਨੇ GPS ਟਾਈਪ, ਹਾਂ ਨਹੀਂ ਕਿ ਉਹ 'ਚ ਮਤਲਬ ਕਿ ਨੰਬਰ ਨਹੀਂ ਨੰਬਰ ਜੋ ਡਿਜੀਟਲ, ਹਾਂ ਡਿਜੀਟਲ ਨੰਬਰ ਲੱਗ ਜਾਂਦੇ ਨੇ ਜੀ, ਤੇ ਉਹ ਹੋ ਸਕਦਾ ਵਾ। ਤੇ ਬੜੀ ਹੈਰਾਨਗੀ ਫਿਰ ਹੁੰਦੀ ਆ ਸਰ ਕਿ ਉਸ ਮਸ਼ੀਨ ਨੂੰ ਲੈਣ ਵਾਸਤੇ ਇੱਕ ਸਬ ਕਮੇਟੀ ਬਣਦੀ ਆ, ਉਹ 'ਚ ਬੜੇ ਮਹਾਂਪੁਰਖ ਤੇ ਸ਼ਾਮਲ ਹੁੰਦੇ ਨੇ, ਵਿਦੇਸ਼ਾਂ ਦੀ ਸੈਰ ਕਰਦੇ ਨੇ, ਉਹ ਮਸ਼ੀਨ ਅਜੇ ਤੱਕ ਨਹੀਂ ਲੱਗੀ। ਨਹੀਂ ਉਹਦੇ ਵਿੱਚ ਤਾਂ ਹੁਣ GPRS ਜਿੱਦਾਂ ਹੈਗਾ, ਨਹੀਂ GPRS ਨਹੀਂ ਸਰ, ਮਤਲਬ ਨਹੀਂ ਮੈਂ ਕਿਹਾ ਉਸ ਵੇਰੀਏਬਲ ਡਾਟਾ ਪ੍ਰਿੰਟਿੰਗ ਮਸ਼ੀਨ ਜੀ, ਠੀਕ ਹੈ ਜੀ। ਓਕੇ, ਜੇ ਸ਼੍ਰੋਮਣੀ ਕਮੇਟੀ ਇੰਨਾ ਸਰਮਾਇਆ ਹੈ, ਅਸੀਂ ਕਿਉਂ ਨਹੀਂ ਕਰ ਸਕਦੇ ਆ ਕੰਮ? ਬਿਲਕੁਲ, ਬਹੁਤ ਗੁਰੂ ਗ੍ਰੰਥ ਸਾਹਿਬ ਭਵਨ ਜਦੋਂ ਅੱਗ ਲੱਗੀ ਆ ਉਸ ਤੋਂ ਬਾਅਦ ਬਿਲਡਿੰਗ ਬਣੀ ਸ਼ੁਰੂ ਹੋਈ, ਅੱਜ ਤੱਕ ਨਹੀਂ ਕੰਪਲੀਟ ਹੋ ਸਕੀ ਇਹਨਾਂ ਦੀ। ਸਿੰਘ ਸਾਹਿਬ ਇਹਨਾਂ ਨੂੰ ਤਾਂ ਬਹਾਨਾ ਚਾਹੀਦਾ ਵੀ ਕਿਤੇ ਅੱਗ ਲੱਗੇ ਤੇ ਕਾਰ ਸੇਵਾ ਸ਼ੁਰੂ ਹੋਵੇ, ਤੇ ਕਾਰ ਸੇਵਾ ਮੁੜ ਕੇ ਨਿਕਲਦਾ ਨਹੀਂ 50 ਸਾਲ। ਠੀਕ ਹੈ ਜੀ, ਉਹਨਾਂ ਦਾ ਟੋਕਰਾ ਰੱਖਿਆ ਹੁੰਦਾ ਤੇ ਇਹ ਆਪਣੇ ਗੋਗੜਾਂ ਦੇ ਹੱਥ ਮਾਰਦੇ ਰਹਿੰਦੇ ਆ, ਗੋਲਕ ਲੈਦਾ ਰੱਖੀ ਹੁੰਦੀ ਆ, ਟੋਕਰਾ ਲੈਦਾ ਰੱਖਿਆ ਹੁੰਦਾ ਤੇ ਹਿਸਾਬ ਕਿਤਾਬ ਲੈਦਾ ਕੀਤਾ ਹੁੰਦਾ ਆ। ਸੋ ਸੰਗਤ ਜੀ ਮੈਂ ਮਤਲਬ ਮਾਫ ਕਰਨਾ, ਸਾਰੇ ਨਹੀਂ, ਕੁਝ ਹੋ ਸਕਦਾ ਦਿਲੋਂ ਕਾਰ ਸੇਵਾ ਵਾਲੇ ਕਾਰਜ ਕਰਦੇ ਹੋਣ, ਜਿਨ੍ਹਾਂ ਨੇ ਬਹੁਤ ਚੰਗੇ ਕਾਰਜ ਕੀਤੇ ਹੋਣਗੇ। ਨਹੀਂ ਦੇਖੋ ਬਾਬਾ ਖੜਕ ਸਿੰਘ ਜੀ, ਬਿਲਕੁਲ ਮੈਂ ਐਵੇਂ ਗੱਲ ਕਰੀਏ, ਬਿਲਕੁਲ ਬਾਬਾ ਖੜਕ ਸਿੰਘ ਦੇ ਮੈਂ ਬੜੇ ਨੇੜੇ ਰਹਿ ਜੀ, ਜਾ ਕੇ ਕਿਸੇ ਦੇ ਜੁਰਤ ਨਹੀਂ ਹੁੰਦਾ ਗੋਡੀ ਹੱਥ ਲਾ ਦੇਣ ਜੀ, ਖੁੰਡੀ ਰੱਖੀ, ਖੁੰਡੀ ਮਾਰਦੇ ਸੀ ਵਗਾ ਕੇ, ਫਤਿਹ ਬੁਲਾਓ ਜੀ। ਚਲੋ ਅੱਜ ਸੰਗਤ ਜਾਂ ਲੋਕ ਜਿੱਦਾਂ ਮਰਜ਼ੀ ਸੰਤਾਂ ਨੂੰ ਕਹਿ ਦੇਣ, ਜਰਨੈਲ ਸਾਹਿਬ ਨੂੰ ਜਾਂ ਸੰਤ ਚਰਨ ਸਿੰਘ ਲੌਂਗੋਵਾਲ ਟੌੜਾ ਸਾਹਿਬ ਨੂੰ ਕਹਿ ਦੇਣ, ਉਹਨਾਂ ਦੇ ਆਪੋ ਆਪਣੇ ਵਿਚਾਰ ਨੇ। ਟੌੜਾ ਸਾਹਿਬ ਨਾਲ ਮੈਂ ਵੀ ਵਿਚਰਿਆ, ਲੌਂਗੋਵਾਲ ਸਾਹਿਬ ਨਾਲ ਵਿਚਰਿਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵਿਚਰਿਆ, ਉਹਨਾਂ ਦੇ ਸੰਗੀ ਸਾਥੀ ਜਿਹੜੇ ਅੱਜ ਵੱਡੇ ਬਣੇ ਫਿਰਦੇ ਨੇ, ਇਹ ਸਾਰੇ ਹੀ ਮੈਂ ਕਿਹਾ ਫਿਰ ਨਾਮ ਕੀ ਲਵਾਂ ਮੈਂ ਤੁਹਾਡੇ। 100 ਗੱਲਾਂ ਦੀ ਇੱਕ ਗੱਲ ਦੱਸੋ ਵੀ 84 ਦੇ ਘਾਣ ਦੇ ਵਿੱਚ ਮਤਲਬ ਆਬਵੀਅਸਲੀ ਵੀ ਇੰਦਰਾ ਵੀ ਐਗਰੀ ਨਹੀਂ ਸੀ, ਵੈਸੇ ਤਾਂ ਦੁਨੀਆ ਨੂੰ ਪਤਾ ਹੀ ਹੈ। ਇਹ ਤਾਂ ਦੇਖੋ ਜੀ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਉਸ ਵੇਲੇ ਦੇ ਸਭ ਤੋਂ ਮਹੱਤਵਪੂਰਨ ਸਾਡੇ ਗੱਦਾਰ ਕਿਹੜੇ ਸੀਗੇ ਮੈਂ ਪਤਾ ਹੈ ਸਾਰਿਆਂ ਨੂੰ। ਇਹਦੇ ਬਾਰੇ ਦੇਖੋ ਮੈਂ ਫਿਰ ਗੱਲ ਕਵਾਂਗਾ, ਇਹਦੇ ਬਾਰੇ ਮੈਂ ਇੱਕ ਵੀ ਲਫ਼ਜ਼ ਨਹੀਂ ਕਵਾਂਗਾ। ਚਲੋ ਠੀਕ ਹੈ ਜੀ, ਉਸ ਵਾਸਤੇ ਮੈਂ ਫੋਰਸ ਨਹੀਂ ਕਰਦਾ ਤੁਹਾਨੂੰ, ਠੀਕ ਹੈ ਨਾ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਲੇਕਿਨ ਇੱਕ ਚੀਜ਼ ਹੈ ਦੇਖੋ, ਟੌੜਾ ਸਾਹਿਬ ਦੀ ਸ਼ਖਸੀਅਤ ਨਾ ਜੰਮੀ ਆ ਨਾ ਜੰਮਣੀ ਆ ਜੀ। ਟੌੜਾ ਸਾਹਿਬ ਅੰਮ੍ਰਿਤਸਰ ਚੱਲਦੇ ਸੀ ਤੇ ਦਿੱਲੀ ਦੀ ਸੈਂਟਰ ਸਰਕਾਰ ਹਿਲ ਜਾਂਦੀ ਸੀ। ਬਿਲਕੁਲ ਜੀ, ਟੌੜਾ ਸਾਹਿਬ ਅੱਜ ਪ੍ਰਧਾਨ ਨੂੰ ਮੈਨੂੰ ਯਾਦ ਹੈ ਜੀ ਅੱਜ ਇੱਕ ਗੱਲ
ਮੱਕੜ ਸਾਹਿਬ ਪਹਿਲੀ ਪ੍ਰਧਾਨ ਵਿੱਚ, ਮੈਂ ਨਾਲ ਸਨ ਉਹਦੇ। ਟੌੜਾ ਸਾਹਿਬ ਕਿੰਨਾ ਚਿਰ ਪ੍ਰਧਾਨ ਰਹੇ ਨੇ? 25 ਸਾਲ। ਠੀਕ ਹੈ ਜੀ। ਤੇ ਮੱਕੜ ਸਾਹਿਬ ਕਿੰਨੇ ਸਾਲ ਚੋਣਾਂ ਨਹੀਂ ਹੋਈਆਂ ਉਹਦੇ ਵਿੱਚ ਐਸਜੀਪੀਸੀ ਦੀਆਂ? ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਕਿ ਇਹ ਮਸਲੇ ਉੱਪਰ ਲੈਵਲ ਦੇ ਨੇ। ਸੰਗਤ ਜੀ, ਟੌੜਾ ਸਾਹਿਬ ਬਾਰੇ ਗੱਲ ਕਰ ਰਹੇ ਨੇ, ਮੈਂ ਥੋੜਾ ਜਿਹਾ ਚਾਨਣਾ ਪਾ ਦੇਣਾ। ਟੌੜਾ ਸਾਹਿਬ ਮਤਲਬ ਰਾਜ ਸਭਾ ਮੈਂਬਰ ਵੀ ਰਹੇ ਨੇ। ਬਿਲਕੁਲ ਜੀ। ਠੀਕ ਹੈ ਜੀ। ਤੇ ਉਹ ਵੀ ਬਹੁਤ ਲੰਬਾ ਸਮਾਂ ਰਹੇ, 25 ਸਾਲ ਐਸਜੀਪੀਸੀ ਪ੍ਰਧਾਨ ਰਹੇ ਨੇ, ਜਿਹਨਾਂ ਵਿੱਚੋਂ 20 ਸਾਲ ਇੰਦਰਾ ਨੇ ਮਤਲਬ ਹੋਣ ਹੀ ਨਹੀਂ ਸੀ ਦਿੱਤੀਆਂ ਚੋਣਾਂ। ਤਕਰੀਬਨ 18 ਕੇ 20 ਸਾਲ ਚੋਣਾਂ ਨਹੀਂ ਸੀ ਹੋਈਆਂ। ਤੇ ਓਬਵੀਅਸ ਮੈਂ ਪਹਿਲਾਂ ਵੀ ਇੱਕ ਆਪਣੇ ਐਪੀਸੋਡ ਦੇ ਵਿੱਚ ਕਿਹਾ ਹੋਇਆ ਹੈ ਵੀ ਉਹ ਵੀ ਕੋਈ ਮਤਲਬ ਸਿੰਘ ਸਾਹਿਬ ਕਹਿ ਰਹੇ ਨੇ ਸਤਿਕਾਰਯੋਗ ਨੇ, ਇਹਨਾਂ ਨੂੰ ਲੱਗਦਾ ਅਗਰ ਇਹ ਕਿ ਮਤਲਬ ਬਹੁਤ ਵਧੀਆ ਸ਼ਖਸੀਅਤ ਸੀ ਐਸਜੀਪੀਸੀ ਦੇ ਕਰਿੰਦਿਆਂ ਵਾਸਤੇ, ਉਹ ਬਹੁਤ ਸਾਫ਼ ਸੁਥਰੇ ਤੇ ਬਹੁਤ ਕਲੀਅਰ ਸ਼ਖਸੀਅਤ ਸੀ। ਸਾਡਾ ਰੋਲ ਮਾਡਲ ਸੀ ਉਹ, ਕਿਉਂਕਿ ਉਹਨਾਂ ਨੇ ਆਪਣੇ ਵੇਲੇ ਐਸਜੀਪੀਸੀ ਦੇ ਵਿੱਚ ਐਟਲੀਸਟ ਕਰਪਸ਼ਨ ਨਹੀਂ ਹੋਣ ਦਿੱਤੀ। ਨਹੀਂ, ਬਿਲਕੁਲ ਨਹੀਂ ਹੁੰਦੀ। ਕੋਈ ਮੈਨੇਜਰ, ਇਹ ਹਰ ਗੱਲ ਨਾਲ ਮੇਰੇ ਨਾਲ ਐਗਰੀ ਹੋਣਗੇ, ਸ਼ਾਇਦ ਆਖਰੀ ਗੱਲ ਦੇ ਨਾਲ ਨਾ ਹੋਣ, ਐਸਜੀਪੀਸੀ ਦੇ ਵਿੱਚ ਕੋਈ ਮੈਨੇਜਰ, ਕੋਈ ਸਕੱਤਰ, ਕੋਈ ਮਤਲਬ ਮੈਂਬਰ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਰਪਸ਼ਨ ਕਰ ਜਾਵੇ। ਕੋਈ ਥੱਲੇ ਵਾਲਾ ਮਾੜੀ ਮੋਟੀ 19-21 ਕਰ ਜਾਂਦਾ ਹੋਊਗਾ ਤਾਂ ਕਰ ਜਾਂਦਾ ਹੋਊਗਾ ਆਪਣੇ ਬਲਬੂਤੇ ਦੇ ਉੱਤੇ। ਅਦਰਵਾਈਜ਼ ਜੋ ਧਾਮੀ ਸਾਹਿਬ, ਮੈਂ ਇਹਨਾਂ ਨੂੰ ਐਗਜ਼ਾਮਪਲ ਦਿੱਤੀ ਸੀ ਇੱਕ ਐਪੀਸੋਡ ਦੇ ਵਿੱਚ ਕਿ ਮਤਲਬ ਟੌੜਾ ਸਾਹਿਬ ਦੇ ਹੁੰਦਿਆਂ ਕਿਸੇ ਦੀ ਹਿੰਮਤ ਕਿਉਂ ਨਹੀਂ ਪਈ ਘਪਲੇ ਕਰਨ ਦੀ, ਜ਼ਮੀਨਾਂ ਦੱਬਣ ਦੀ ਜਾਂ ਸੋਨਾ ਖਾਣ ਦੀ। ਇਹ ਤੱਕ ਜਿਹੜੇ ਹੁਣ ਖਾ ਗਏ ਉਹਨਾਂ ਦੇ ਡਕਾਰ ਵੀ ਨਹੀਂ ਮਾਰੇ। ਤੇ ਧਾਮੀ ਸਾਹਿਬ ਕਹਿੰਦੇ 2 ਤਾਂ 3 ਮਹੀਨੇ ਰਹਿ ਗਏ ਰੇਸ਼ਮ ਸਿੰਘ ਨੂੰ ਰਿਟਾਇਰ ਹੋਣ ਦੇ। ਕੋਈ ਗੱਲ ਨਹੀਂ, 7 ਕਿਲੋ ਸੋਨਾ ਹੀ ਹੈ। ਤੇ ਉਸ ਤੋਂ ਬਾਅਦ ਖਾਣਾ ਝਾੜਨ ਵਾਸਤੇ ਜਿਹੜਾ ਕਲਸ਼ ਲੈ ਕੇ ਗਏ ਉਹ ਨਕਲੀ ਲੈ ਕੇ ਆਪਣੇ ਵੱਲੋਂ ਤਿਆਰ ਪੁਰਾਣਾ ਕਲਸ਼, ਮੈਂ ਦੋਨੋਂ ਫੋਟੋਆਂ ਦਿਖਾਤੀਆਂ, ਅਸਲੀ ਤੇ ਨਕਲੀ ਕਲਸ਼ ਦੀਆਂ। ਪਰ ਇਹਨਾਂ ਕੋਲ ਜਵਾਬ ਨਹੀਂ ਹੈ। ਹੁਣ ਮਤਲਬ ਉਸ ਵੇਲੇ ਉਹ 20 ਸਾਲ ਅਗਰ ਪ੍ਰਧਾਨ 25 ਸਾਲ ਰਹੇ, ਨੀਚੇ ਕਿਉਂ ਸਫਾਈ ਰਹੀ? ਕਿਉਂਕਿ ਉਹਨਾਂ ਦਾ ਲੈਵਲ ਹੀ ਕੁਝ ਹੋਰ ਸੀ। ਇੰਦਰਾ ਗਾਂਧੀ ਦੇ ਨਾਲ, ਠੀਕ ਹੈ, ਪ੍ਰਧਾਨ ਮੰਤਰੀ ਸੀ, ਉਸ ਲੈਵਲ ਤੇ ਸਿੱਧੀ ਗੱਲਬਾਤ ਸੀ, ਉਹਨਾਂ ਦੇ ਹਿਸਾਬ ਦੇ ਨਾਲ ਸਭ ਕੁਝ ਚੱਲ ਰਿਹਾ ਸੀ। ਉਸ ਹੁਣ ਤੁਸੀਂ ਸਮਝ ਸਕਦੇ ਹੋ। ਉਸ ਤੋਂ ਬਾਅਦ 84 ਦਾ ਵਿਰਤਾਂਤ ਵੀ ਹੁੰਦਾ ਹੈ, ਸਭ ਕੁਝ ਹੁੰਦਾ ਹੈ। ਤੇ ਜਿਨ੍ਹਾਂ ਨੇ 20 ਸਾਲ ਸਰਕਾਰ ਨੇ ਚੋਣਾਂ ਨਹੀਂ ਹੋਣ ਦਿੱਤੀਆਂ ਐਸਜੀਪੀਸੀ ਦੀਆਂ, ਤੇ ਉਸ ਤੋਂ ਬਾਅਦ ਉਹ 20-25 ਸਾਲ ਜਿਹੜਾ ਪ੍ਰਧਾਨ ਰਿਹਾ, ਜਿਹਨੇ ਐਸਜੀਪੀਸੀ 'ਚ ਕੋਈ ਘਪਲਾ ਨਹੀਂ ਹੋਣ ਦਿੱਤਾ, ਐਸਜੀਪੀਸੀ 'ਚ ਨਹੀਂ ਹੋਣ ਦਿੱਤਾ, ਪਰ ਪੂਰੇ ਪੰਜਾਬ ਦੇ ਵਿੱਚ ਜੋ ਘਪਲੇ ਹੋਏ, 66 ਦੇ ਵਿੱਚ ਜਿਹੜਾ ਪਾੜ ਪਿਆ, ਉਹਦੇ ਵਿੱਚ ਕਿੰਨਾ ਯੋਗਦਾਨ ਸੀਗਾ ਉਹਨਾਂ ਦਾ, ਉਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਇਤਿਹਾਸ ਚੱਕ ਕੇ ਫਰੋਲ ਲਿਓ, ਪਤਾ ਲੱਗ ਜਾਏਗਾ। ਬਸ ਮੈਂ ਹਿੰਟ ਦੇਣਾ ਸੀ। ਹੁਣ ਅੱਜ ਦੀ ਇੱਕ ਬੇਨਤੀ ਮੈਂ ਹੋਰ ਕਰਦਾ ਤੁਹਾਨੂੰ ਕਿ ਦੇਖੋ, ਸ਼੍ਰੋਮਣੀ ਕਮੇਟੀ ਜਿਹੜਾ ਅੱਜ ਰੌਲਾ ਪੈ ਰਿਹਾ ਵਾ, ਪੈਣ ਦਾ ਕਾਰਨ ਮੈਂ ਤੁਹਾਨੂੰ ਪਹਿਲਾਂ ਦੱਸਦਾ, ਤੀਲੀ ਬਾਲਾਂਗੇ ਤੋਂ ਬਾਹਰ ਨਿਕਲਣਾ ਹੈ। ਲੇਕਿਨ ਇੱਕ ਗੱਲ ਮੈਂ ਕਹਾਂ ਕਿ ਟੌੜਾ ਸਾਹਿਬ ਜਿੰਨਾ ਚਿਰ ਪ੍ਰਧਾਨ ਰਹੇ ਨੇ, ਦਫ਼ਤਰ ਸ਼੍ਰੋਮਣੀ ਕਮੇਟੀ ਗੱਡੀ ਉਹਨਾਂ ਕੋਲ ਜਾਂਦੀ ਸੀ ਔਰ ਉੱਥੇ ਘਰ ਖੜੀ ਜਾਂਦੀ ਸੀ, ਉੱਥੋਂ ਹੀ ਵਾਪਸ ਆ ਜਾਂਦੀ ਸੀ ਜੀ। ਠੀਕ ਹੈ। 1 ਰੁਪਏ ਦਾ ਤੇਲ ਖਰਚ ਨਹੀਂ ਸੀ ਸ਼੍ਰੋਮਣੀ ਕਮੇਟੀ ਦੇ ਉੱਪਰ। ਉਹ ਸਭ ਚੀਜ਼ਾਂ ਤੋਂ ਐਗਰੀ, ਠੀਕ ਹੈ ਜੀ, ਐਗਰੀ। ਲੇਕਿਨ ਅੱਜ ਕਰੋੜਾਂ ਰੁਪਏ ਤੇਲ ਫੂਕਾ ਜਾ ਰਿਹਾ ਵਾ, ਕਰੋੜਾਂ ਰੁਪਏ ਦਾ। ਹਾਂਜੀ, ਮੈਂ ਪਰਸੋਂ ਚੌਥੇ ਹੀ ਬੋਲ ਕੇ ਹਟਿਆ ਆ, ਹਿਸਾਬ ਕਿਤਾਬ ਦਿਓ। ਠੀਕ ਹੈ ਨਾ, ਕਰੋੜਾਂ ਦੀਆਂ ਗੱਡੀਆਂ ਹਰ ਸਾਲ ਨਵੀਆਂ ਆ ਰਹੀਆਂ ਨੇ। ਮੈਂ ਤਾਂ ਕਹਿ ਰਿਹਾ। ਅੱਛਾ, ਹੈਰਾਨੀ ਦੀ ਗੱਲ ਸੰਗਤ ਜੀ, ਇਸ ਸਾਲ ਸਪੋਜ਼ 3 ਕਰੋੜ ਦੀਆਂ ਨਵੀਆਂ ਗੱਡੀਆਂ ਆ ਗਈਆਂ ਐਸਜੀਪੀਸੀ ਦੀਆਂ, ਠੀਕ ਹੈ ਜੀ, ਤੇ 1.5-2 ਕਰੋੜ ਦਾ ਤੇਲ ਪੈ ਗਿਆ 1 ਸਾਲ ਦੇ ਵਿੱਚ। ਇਹੀ ਆਈ ਥਿੰਕ ਅੰਦਾਜ਼ਾ ਕਿ ਵੱਧ ਅੰਦਾਜ਼ਾ, ਠੀਕ ਹੈ ਜੀ। ਗੱਡੀਆਂ ਜੀ ਅਕਾਊਂਟ ਸੈਕਸ਼ਨ ਦੱਸ ਸਕਦਾ। ਮੈਂ ਤੁਹਾਨੂੰ ਅੰਦਾਜ਼ਾ ਦੱਸ ਰਿਹਾ, ਜਿੰਨੀ ਕੀ ਡਾਟਾ ਮੇਰੇ ਕੋਲ ਅੰਦਾਜ਼ਾ ਔਨ ਟਿਪਸ ਮੈਨੂੰ ਕਿਸੇ ਨੇ ਜਿੰਨਾ ਕੀ ਦੱਸਿਆ ਹੈ, ਠੀਕ ਹੈ, ਇੰਨਾ ਕੀ ਤੇਲ ਪੈ ਗਿਆ ਗੱਡੀਆਂ। ਉਸ ਤੋਂ ਬਾਅਦ 1.5-2 ਕਰੋੜ ਰੁਪਇਆ ਗੱਡੀਆਂ ਠੀਕ ਕਰਨ ਦੇ ਉੱਤੇ ਬਿੱਲ ਬਣ ਗਿਆ। ਉਹਦੇ ਉੱਤੇ ਵੀ ਇਨਕੁਆਇਰੀ ਬੈਠੀ, ਪੜਤਾਲ ਉੱਤੇ ਵੀ ਬੈਠੀ, ਆਈ ਥਿੰਕ ਹੁਣ ਵੀ ਚੱਲ ਰਹੀ ਹੋਊਗੀ, ਦੱਬੀ ਹੋਈ ਹੈ ਇਹਨਾਂ ਨੇ। ਮੈਨੂੰ ਮਤਲਬ ਨਵੀਆਂ ਗੱਡੀਆਂ ਤੇ ਪੁਰਾਣੀਆਂ ਗੱਡੀਆਂ ਦੇ ਵੀ ਯਾਰ ਕਮਾਲ ਹੈ। ਫਿਰ ਐਟਲੀਸਟ ਉਹ ਕੂੜਾ ਵੇਚ ਦਿਓ ਜੇ ਤੇ ਤੁਸੀਂ 1.5-2 ਕਰੋੜ ਰੁਪਈਆ ਸਾਲ ਦਾ ਸਿਰਫ ਠੀਕ ਕਰਾਉਣ ਤੇ ਲਾ ਰਹੇ ਹੋ, ਜੇ ਇੰਨਾ ਹੀ ਘਟੀਆ ਹੈ। ਪਰ ਨਾ ਖਰਾਬ ਕੁਛ ਨਹੀਂ, ਬਿੱਲ ਬਣਦੇ ਨੇ ਸਿਰਫ। ਜਿੱਦਾਂ 500 ਸਾਲ ਤੇ ਸ਼ਾਮਿਆਨਾ ਲੱਗਿਆ ਸੀ 12 ਕਰੋੜ ਦਾ, ਉੱਤੇ ਹੀ ਪੰਗਾ ਪਿਆ ਸੀ ਮੇਰੇ ਹਿਸਾਬ ਦੇ ਨਾਲ। ਬਿਲਕੁਲ ਸੁਲਤਾਨਪੁਰ ਲੋਧੀ, ਬਿਲਕੁਲ ਜੀ, ਪਿਆ ਸੀ। ਹਾਂਜੀ। ਹੁਣ ਤੁਸੀਂ ਇਹਦਾ ਜਵਾਬ ਇਹ ਦੇਣਾ ਜੀ ਜਿਹੜੇ ਪ੍ਰਬੰਧਕ ਨੇ। ਮੈਂ ਉਹੀ ਦੇਖੋ, ਹੁਣ ਮੈਨੂੰ ਚਲੋ ਜੀ, ਉਹ ਆਪਾਂ ਸਾਰੀ ਗੱਲਾਂ ਛੱਡੀਏ, ਫਿਰ ਅੱਜ ਇਹ ਮੁੱਦੇ 328 ਵਾਲੇ 'ਚ 328 ਦੇ ਮੁੱਦੇ ਵਿੱਚ ਇਹਨਾਂ ਨੇ ਜੀ 30 ਅਗਸਤ ਜੀ 31 ਅਗਸਤ ਤਰੀਕ ਸੀ, ਤੇ 30 ਅਗਸਤ ਨੂੰ ਇਹਨਾਂ ਨੇ ਕਿ ਮੈਨੂੰ ਸਪੀਕਿੰਗ ਆਰਡਰ ਜਾਰੀ ਕਰਤਾ ਜੀ। ਜੀ ਮੈਨੂੰ ਦਫ਼ਤਰੋਂ ਫੋਨ ਆਉਂਦਾ ਹੈ ਕਿ ਭਾਈ ਸਾਹਿਬ ਤੁਸੀਂ ਆ ਕੇ ਮੈਨੂੰ ਆਰਡਰ ਲੈ ਜਾਓ। ਮੈਂ ਕਿਉਂ? ਆਰਡਰ ਕੋਰਟ ਨੇ ਤੁਹਾਨੂੰ ਡਾਇਰੈਕਸ਼ਨ ਕੀ ਦਿੱਤੀ ਹੈ? 16/11/2022, 17/1/2023, ਜੋ ਕੋਰਟ ਨੇ ਡਾਇਰੈਕਸ਼ਨ ਦਿੱਤੀ ਤੁਸੀਂ ਉੱਥੇ ਚੱਲੋ। ਇਹਨਾਂ ਨੇ ਕੋਰਟ ਨੇ 16/11 ਨੂੰ ਕਿਹਾ, ਇਹਨਾਂ ਦਾ ਵਕੀਲ ਪੇਸ਼ ਹੁੰਦਾ ਹੈ ਕਿ ਸਰ ਦਿਸ ਇਜ਼ ਦਾ ਰਿਟਾਇਰਡ ਪਰਸਨ,
ਜੱਜ ਪੁੱਛਦਾ ਹੈ ਕਿ ਇਹਦੇ ਰਿਟਾਇਰ ਬੈਨੀਫਿਟ ਦੇ ਦਿੱਤੇ ਗਏ ਨੇ। ਇਹਨਾਂ ਦਾ ਪੇਸ਼ੇਵਰ ਵਕੀਲ ਕਹਿੰਦਾ ਕਿ ਸਰ ਮੈਨੂੰ ਨਹੀਂ ਪਤਾ ਹੈ। ਉਹ ਕਹਿੰਦਾ ਵੀ ਤੈਨੂੰ ਪਤਾ ਕੀ ਦੱਸ ਦੇ। ਠੀਕ ਹੈ, ਮੈਂ ਆਪਣੀ ਭਾਸ਼ਾ ਦੱਸ ਰਿਹਾ। ਠੀਕ ਜਾਣ ਲੱਗਦਾ ਵਾ, ਕਹਿੰਦਾ ਕਿ ਇਹਨੂੰ ਚਾਰਜ ਸ਼ੀਟ ਕੀਤਾ ਜੀ। ਜੱਜ ਨਿਆਣੇ ਨੇ, ਕਹਿੰਦਾ ਇਟਸ ਮੀ ਦਾ ਸਸਪੈਂਡਡ। ਕਹਿੰਦਾ ਜੀ ਸਸਪੈਂਸ਼ਨ ਲਾਉ ਦਿੱਤਾ ਨੇ ਹੁਣ ਤੱਕ ਦਾ। ਕਹਿੰਦਾ ਪਤਾ ਨਹੀਂ ਜੀ। ਕਹਿੰਦੇ ਫਿਰ ਪਤਾ ਕਰਕੇ ਆਓ। ਉਹਨਾਂ ਨੇ ਇੱਕ ਆਰਡਰ ਪਾਸ ਕਰਤਾ ਕਿ ਇਹਦਾ ਹੁਣ ਤੱਕ ਦਾ ਬੰਦਾ ਸਸਪੈਂਸ਼ਨ ਨੋਟ ਜਾਰੀ ਕੀਤਾ ਜਾਵੇ। ਮੈਂ ਇੱਕ ਲੈਟਰ ਲਿਖੀ, ਆਰਡਰ ਦੀ ਕਾਪੀ ਨਾਲ ਗਏ, ਦਫ਼ਤਰ ਭੇਜਤੀ। ਉਹ ਅੱਜ ਤੱਕ ਨਹੀਂ ਫੈਸਲਾ ਆਇਆ। ਹੁਣ 30 ਤਰੀਕ ਨੂੰ 30 ਅਗਸਤ ਨੂੰ ਚਿੱਠੀ ਸਪੀਕਿੰਗ ਆਰਡਰ ਆਉਂਦਾ। 31 ਤਰੀਕ ਸੀ ਤੇ 30 ਨੂੰ ਮੈਨੂੰ ਆਰਡਰ ਜਾਰੀ ਕਰਤਾ ਕਿ ਤੁਹਾਨੂੰ ਐਂ ਕੀਤਾ ਗਿਆ ਸੀ, ਐਂ ਕੀਤਾ ਗਿਆ, ਤੁਸੀਂ ਸਸਪੈਂਸ਼ਨ ਦੌਰਾਨ ਮੈਂ ਹੈੱਡਕੁਆਟਰ ਹਾਜ਼ਰ ਨਹੀਂ, ਤੁਸੀਂ ਹਾਜ਼ਰ ਨਹੀਂ, ਤੁਹਾਨੂੰ ਇਹਦਾ ਸਸਪੈਂਸ਼ਨ ਲਾਉਣ ਨਹੀਂ ਦਿੱਤਾ ਜਾ ਸਕਦਾ। ਮੈਂ ਗੋਂਗਲੋ ਤੋਂ ਮਿੱਟੀ ਝਾੜੀ ਫੇਤੋ। ਮੈਂ ਕਿਹਾ ਤੁਸੀਂ ਮੈਨੂੰ ਜੀ ਕਹਿੰਦੇ ਕੋਰਟ ਨੂੰ ਜਾ ਕਹੋ। ਹਾਂ। ਤੇ ਇਹਨਾਂ ਮਹਾਂਪੁਰਖਾਂ ਨੇ 31 ਤਰੀਕ ਨੂੰ ਤਰੀਕ ਸੀ, 30 ਨੂੰ ਮੈਨੂੰ ਸਪੀਕਰ ਆਰਡਰ ਤੇ ਇਹਨਾਂ 28 ਤਰੀਕ ਨੂੰ ਤੇ ਕੋਰਟ 'ਚ ਕਿਵਟ ਪਾਤੀ, ਸੀਐਮ ਫਾਈਲ ਅਪੀਲ ਕਰਤੀ ਫਿਰ ਕਿ ਸਾਨੂੰ ਸਮੇਂ 'ਚ ਵਾਅਦਾ ਕੀਤਾ ਜਾਵੇ, ਕਿਉਂਕਿ ਕੋਰਟ ਨੇ ਬਾਉਂਡ ਕੀਤਾ ਸੀ ਕਿ 31 ਤਰੀਕ ਤੱਕ ਇਹਦੇ ਡਿਊਜ਼ ਦੇ ਕੇ ਤੇ ਜੇ ਨਾ ਦਿੱਤੇ ਕਿ ਤੁਸੀਂ ਫੇਲ ਹੁੰਦੇ ਤੁਹਾਨੂੰ 10,000 ਰੁਪਏ ਜੁਰਮਾਨਾ ਹੈ ਜੀ। ਕੋਰਟ ਦਾ ਫੈਸਲਾ ਹੈ। ਇਹਨਾਂ ਨੇ ਉਸ ਤੋਂ ਬਚਣ ਵਾਸਤੇ ਇੱਕ ਅਪੀਲ ਦਾਇਰ ਕਰਤੀ ਕਿ ਸਾਨੂੰ ਸਮਾਂ ਦਿੱਤਾ ਜਾਵੇ। 31/8 ਮੇਰੇ ਕੇਸ 'ਚ ਵੀ ਇਹੀ ਕਰਦੇ ਨੇ ਸਮਾਂ ਕਿ ਅੱਛਾ, ਕਾਗਜ਼ ਭਰਨੇ ਨੇ, ਸਾਨੂੰ ਹਫ਼ਤੇ ਦਾ ਸਮਾਂ ਹੋਰ ਦਿਓ। 31/8 ਫਿਰ ਪੈ ਗਈ 4/9 4/9 ਨੂੰ ਫਿਰ ਨਹੀਂ ਮੇਰੀ ਵਾਰੀ ਆਈ। ਹੁਣ ਜੱਜ ਸਾਹਿਬ ਨੇ ਤਾਂ ਤਰੀਕ ਪਈ ਹੈ 26/9। ਇਹਨਾਂ ਕੋਲ ਅਜੇ ਤੱਕ ਉਹ ਤਾਂ ਤਿਆਰ ਨਹੀਂ ਹੋਇਆ। ਹੈਰਾਨਗੀ ਦੇਖੋ, ਜੇ ਕਿ ਈਸ਼ਰ ਸਿੰਘ ਬੜੀ ਸੂਰਤਾਂ ਨਾਲ 1100 ਦੀ ਰਿਪੋਰਟ ਬਣਾ ਸਕਦਾ ਵਾ 1 ਮਹੀਨੇ 'ਚ, ਇਹਨਾਂ ਕੋਲ 3 ਸਾਲ 'ਚ ਮਤਲਬ ਮੇਰਾ ਇੱਕ ਜਵਾਬ ਨਹੀਂ ਦਿੱਤਾ ਜਾ ਰਿਹਾ ਵਾ। ਸਰ ਜਵਾਬ ਤਾਂ ਦੇਣ ਨਾ, ਐਡੇ ਪੜ੍ਹੇ ਲਿਖੇ ਨੂੰ ਵਕੀਲ ਪ੍ਰਧਾਨ ਖੁਦ ਆਪਣਾ ਵਕੀਲ ਸਾਹਿਬ, ਤੁਸੀਂ ਇਹ ਸੋਚੋ ਨਾ, ਹੁਣ ਨਿਸ਼ਾਂਤ ਤੇ ਪੈਸਾ ਕਲੀਅਰ ਕਰਤਾ, ਮਤਲਬ ਉਹਨੂੰ ਫਟਾਫਟ ਫੰਡ ਵੀ ਕਲੀਅਰ 60-70 ਲੱਖ ਤੁਹਾਡੇ, ਤੁਹਾਨੂੰ ਤਾਂ ਪਤਾ ਹੀ ਹੋਊਗਾ, ਸਭ ਕੁਝ ਪਤਾ। ਠੀਕ ਹੈ, ਤੁਹਾਡੇ ਫੰਡ ਕਿਉਂ ਨਹੀਂ ਕਲੀਅਰ ਕੀਤੇ? ਤੁਹਾਨੂੰ ਕਿਉਂ ਫਸਾ ਕੇ ਰੱਖਿਆ? ਕਿਉਂਕਿ ਤੁਸੀਂ ਈਜ਼ੀ ਟਾਰਗੇਟ ਸੀ, ਤੁਸੀਂ ਸਾਫ਼ ਸੁਥਰੇ ਸੀ। ਹੁਣ ਮੈਂ ਉਹਦੇ ਕੇਸ ਨਾਲ ਜਾਗਰ ਕੀਤਾ ਸੀ 328 ਸਰੂਪਾਂ ਨੂੰ ਲੈ ਕੇ ਜਦੋਂ ਮੋਰਚਾ ਲੱਗਦਾ ਆ ਬਾਹਰ, ਉਸ ਤੋਂ ਬਾਅਦ ਕਿਉਂਕਿ ਹੁਣ ਤਾਂ ਮਤਲਬ ਜਿਹੜੇ ਫਲਾਈਂਗ ਦੇ ਵਿੱਚ ਜਿਹੜੇ ਮੁੰਡੇ ਨੂੰ ਇਹਨਾਂ ਨੇ ਕੱਢਿਆ ਸੀਗਾ ਉਹ ਆਪ ਆ ਕੇ ਬੈਠ ਕੇ ਉੱਥੇ ਬੋਲ ਗਿਆ। ਦੇਖੋ ਜੀ, ਮੋਰਚਾ ਲਵਾਉਣ ਵਾਲੇ ਇਹੋ ਹੀ ਤੇ ਚੁਕਾਉਣ ਵਾਲੇ ਇਹੋ ਹੀ, ਮਤਲਬ ਸੁਖਦੇਵ ਸਿੰਘ ਭੂਰਾ ਤੇ ਮਹਿੰਦਰ ਸਿੰਘ ਆਲੀ। ਮੈਂ ਅਖਬਾਰਾਂ 'ਚ ਇਹਨਾਂ ਦਾ ਵਿਰੋਧ ਕੀਤਾ ਹੈ ਕਿ ਇਹਦੀ ਰਿਟਾਇਰਮੈਂਟ ਆਈ ਆ, ਇਹਨੂੰ ਸੱਦਾ, ਮੈਂ ਕਿਹਾ ਇਹਦੇ ਰਿਟਾਇਰਮੈਂਟ ਰੋਕੋ। ਉਹ ਚੀਜ਼ ਸਾਰੀ ਜੱਗ ਜ਼ਾਹਿਰ ਹੋਈ ਸੀ। ਮਤਲਬ ਉਹ ਸਿੰਘ ਨੇ ਆਪ ਹੀ ਦੱਸਿਆ ਸੀ, ਪਰਸਨਲੀ ਮੇਰੀ ਬੜਿਆਂ ਨਾਲ ਗੱਲ ਹੋਈ ਹੈ ਕਿ ਜੋ ਵੀ ਸੀਗਾ ਉੱਥੇ, ਬਿਕੋਜ਼ ਜਦੋਂ ਲਾਠੀ ਚਾਰਜ ਹੁੰਦਾ ਆ, ਜਦੋਂ ਡਾਂਗਾ ਫੇਰਦੀਆਂ ਨੇ, ਤੇ ਸਭ ਤੋਂ ਪਹਿਲਾਂ ਟਾਰਗੇਟ ਕਿਹਨੂੰ ਕੀਤਾ ਜਾਂਦਾ ਹੈ? ਸੁਖਜੀਤ ਸਿੰਘ ਖੋਸਾ ਨੂੰ। ਕਿਉਂ ਕੀਤਾ ਜਾਂਦਾ? ਤੇ ਉਹ ਇਹਨਾਂ ਦਾ ਹੀ ਪ੍ਰਧਾਨ ਕੀ ਬੋਲਦੇ ਆ, ਮੀਤ ਸਕੱਤਰ, ਜਿਹੜਾ ਉਹਦਾ ਨਾਮ ਲੈ ਕੇ ਮੁੰਡੇ ਨੇ ਬੋਲਿਆ ਸੀਗਾ ਵੀ ਉਹ ਮੀਤ ਸਕੱਤਰ ਕਹਿੰਦਾ ਖੋਸਾ ਅਸੀਂ ਐਦਾਂ ਫਸਾਇਆ ਆ ਵੀ ਉਹ ਸੱਜੇ ਕੀਤੇ ਬਾਹਰ ਨਹੀਂ ਆਊਗਾ। ਕਿਉਂ ਫਸਾਇਆ? ਕਿਉਂਕਿ ਖੋਸਾ ਕਿਸੇ ਵੀ ਮੀਟਿੰਗ ਦੇ ਵਿੱਚ ਉਸ ਵੇਲੇ ਉਹਨਾਂ ਦੇ ਨਾਲ ਸ਼ਾਮਿਲ ਨਹੀਂ ਸੀ, ਜਿਹੜੇ ਬਾਕੀ ਉਹ ਸਾਰੇ ਸ਼ਾਮਿਲ ਸੀ। ਬਿਲਕੁਲ। ਤੇ ਸਭ ਤੋਂ ਵੱਧ ਉਸ ਵੇਲੇ ਟਾਰਗੇਟ ਕਿਹਨੂੰ? ਇੱਕ ਖੋਸਾ ਜੀ ਨੂੰ ਕੀਤਾ ਗਿਆ ਸੀ, ਦੂਸਰਾ ਜਥੇ ਦਾ ਭਾਈ ਰਣਜੀਤ ਸਿੰਘ ਜਿਹੜੇ ਨੇ ਦਮਦਮੀ ਟਕਸਾਲ ਵਾਲੇ, ਭਿੰਡਰ ਜੱਥਾ ਭਿੰਡਰਾ ਜਿਹੜਾ ਵੱਡਾ ਦਮਾਲਾ ਸਿੰਘ, ਤੇ ਬਾਕੀ ਤਾਂ ਸਾਰੇ ਫਿਰ ਮਤਲਬ ਆਪ ਹੀ ਲਗਾਇਆ ਤੇ ਆਪ ਹੀ ਉਠਾਇਆ। ਨਹੀਂ ਸੈਣੀ ਸਾਹਿਬ, ਮੈਂ ਇੱਕ ਬੇਨਤੀ ਕਰਾਂ ਜੀ, ਦੇਖੋ 7 ਜਥੇਬੰਦੀਆਂ ਸੀ, 8 ਸੀ, 2 ਸੀ, ਮੈਂ ਬੇਨਤੀ ਨਹੀਂ ਕਰਦਾ, ਲੇਕਿਨ ਜਿਹੜੇ ਉੱਥੇ ਬੈਠੇ ਨੇ ਸਭ ਨੇ ਸਿਆਸੀ ਰੋਟੀਆਂ ਸੇਕੀਆਂ 'ਚ, ਸਾਰਿਆਂ ਨੇ A to Z। ਸਣੇ ਬਲਦੇਵ ਸਿੰਘ ਵਡਾਲਾ ਅੱਜ ਵੀ ਸਿਆਸੀ ਰੋਟੀਆਂ ਸੇਕ ਰਿਹਾ ਜੀ। ਪਰ ਇਹਨਾਂ ਨੂੰ ਦੇਖੋ, ਮੈਂ ਬਾਰ-ਬਾਰ ਆਪਣੇ ਮਾਧਿਅਮ ਨੂੰ ਕਹਿੰਦਾ ਨਾ ਕਿ ਜਿਹੜੇ ਬੰਦੇ ਵੀ ਇਹ ਗੱਲ ਕਹਿੰਦੇ ਕਿ 328 ਸੂਬ ਲਾਪਤਾ ਹੋ ਗਏ ਜੀ, ਚੋਰੀ ਹੋ ਗਈ ਜੀ, ਗੁੰਮ ਹੋ ਗਏ, ਡਾਕਾ, ਮੈਂ ਕਿਹਾ ਉਹਨਾਂ ਦੀ ਸੌੜੀ ਮਾਨਸਿਕਤਾ ਹੈ। ਬਿਲਕੁਲ, ਕੋਈ ਗੁੰਮ ਨਹੀਂ, ਕੋਈ ਗੁੰਮਸ਼ੁਦਗੀ, ਕੋਈ ਲੈਣਾ ਨਹੀਂ ਦੇਣਾ ਨਹੀਂ, ਇੱਕ ਨਿਜਤਨ ਹੇਰਾਫੇਰੀ ਦਾ ਪ੍ਰਧਾਨ ਹੀ ਮੰਨ ਗਿਆ। ਬਿਲਕੁਲ, ਜਥੇਦਾਰ ਹੀ ਮੰਨਣ ਦਿਆ ਵਾ। ਤੇ ਮੈਂ ਨਾ ਫਿਰ ਭਲੇ ਮਾਨਸੋ ਤੁਸੀਂ ਕਿਉਂ ਫਸਾਏ ਨੇ 14 ਬੰਦੇ ਜਿਹੜੇ ਫਾਈਲ ਆਏ ਨੇ, ਕਰ ਪਾਸੇ ਕਰੋ ਇਹਨਾਂ ਨੂੰ। ਅੱਛਾ, ਮੈਨੂੰ ਇਹ ਦੱਸੋ ਕਿ 328 ਸਰੂਪਾਂ ਦਾ ਜਿਹੜਾ ਵੀ ਮਤਲਬ ਮਸਲਾ ਇਹਨਾਂ ਨੇ ਆ ਸਰੂਪਾਂ ਦਾ ਕੀਤਾ ਆ, ਠੀਕ ਹੈ, ਪਾਵਨ ਸਰੂਪਾਂ ਦਾ, ਉਸ ਦੇ ਵਿੱਚ ਬਾਜ ਸਿੰਘ ਦਾ ਕੀ ਰੋਲ ਸੀ, ਜੁਝਾਰ ਸਿੰਘ ਦਾ ਕੀ ਰੋਲ ਸੀ, ਤੁਹਾਡਾ ਕੀ ਰੋਲ ਸੀ, ਜਾਂ ਹੋਰ ਇੱਕ ਦੋ ਜਣੇ ਹੈਗੇ ਨੇ ਉਹਨਾਂ ਦਾ? ਕਿਸੇ ਦਾ ਤਾਂ ਕੀ ਆ, ਮੇਰਾ ਰੋਲ ਤੇ ਮੈਨੂੰ ਕੇਸ ਪੁੱਟਅਪ ਕਿਉਂ ਕਰਤਾ? ਸਭ ਤੋਂ ਵੱਡਾ ਦੋਸਤ ਮੇਰਾ ਇਹ ਆ। ਜੁਝਾਰ ਸਿੰਘ ਕਿਉਂ? ਕਹਾਵਤ ਹੈ ਕਿ ਜਿਹੜਾ ਬੋਲੇ ਉਹ ਕੁੰਡਾ ਖੋਲੇ, ਤੇ ਮੈਂ ਕੇਸ ਪੁੱਟਅਪ ਕਰਦਾ। ਹਾਂ, ਜਾਂ ਤਾਂ ਕਿ ਮਹਾਤਮਾ ਗਾਂਧੀ ਬਾਂਦਰ ਦਾ ਹਾਲ ਕਰਦਾ, ਅੱਖਾਂ ਬੰਦ, ਕੰਨ ਬੰਦ, ਮੂੰਹ ਬੰਦ, ਤੇ ਫਿਰ ਮੈਂ ਵੀ ਐਸ਼ ਕਰਨਾ ਲੈ ਕੇ ਰਿਟਾਇਰਮੈਂਟ ਘਰ ਆਇਆ। ਓਬਵੀਅਸ ਹੈ। ਨਹੀਂ, ਜੁਝਾਰ ਸਿੰਘ ਦੇਖੋ, ਉਹਨੇ ਮੇਰੇ ਨਾਲ ਇੱਕ ਵਾਰ ਫੋਨ ਤੇ ਗੱਲ ਕੀਤੀ, ਮੈਂ ਆਪਣੇ ਚੈਨਲ ਤੇ ਚਲਾਈ ਹੋਈ ਹੈ। ਉਸ ਤੋਂ ਬਾਅਦ ਉਹ ਬੰਦਾ ਇੰਨਾ ਕਿ ਡਰਿਆ ਸੀਗਾ ਕਿ ਮੈਂ ਸੰਸਥਾ ਤੋਂ ਬਾਹਰ ਨਹੀਂ ਜਾਣਾ, ਮੈਨੂੰ ਉਸ ਤੋਂ ਬਾਅਦ ਫੋਨ ਨਹੀਂ ਕਰਨਾ, ਤੇ ਉਸ ਤੋਂ ਬਾਅਦ ਉਹਨੇ ਕਦੀ ਗੱਲ ਵੀ ਨਹੀਂ ਕੀਤੀ। ਸਾਡੇ ਨਾਲ ਇਹ ਤਾਂ ਗੱਲ ਹੋਈ ਜੀ। ਰੀਜ਼ਨ ਕੀ?
ਮੈਂ ਤਾਂ ਮੇਰੇ ਨਾਲ ਅੱਜ ਤੱਕ ਨਹੀਂ ਗੱਲ ਹੋਈ ਸੀ। ਨਹੀਂ ਉਹਨੂੰ ਡਰ ਕਾਹਦਾ ਹੈ? ਉਹ ਕਹਿੰਦਾ ਮੈਨੂੰ ਮਾਰ ਦੇਣਗੇ। ਇਹ ਤਾਂ ਉਹ ਦੱਸ ਸਕਦਾ ਨਾ। ਦੇਖੋ ਸਰਦਾਰ ਮਨਜੀਤ ਸਿੰਘ, ਸਰਦਾਰ ਜੁਝਾਰ ਸਿੰਘ ਤੇ ਮੇਰੇ ਖਿਆਲ ਪਰਮਦੀਪ ਸਿੰਘ, ਸਤਿੰਦਰ ਸਿੰਘ, ਗੁਰਮੁਖ ਸਿੰਘ, ਬਾਜ ਸਿੰਘ, ਦਲਬੀਰ ਸਿੰਘ, ਠੀਕ ਨਾ। ਬਾਜ ਸਿੰਘ ਦਾ ਕਦੀ ਕਦੀ ਫੋਨ ਹੁੰਦਾ ਸੀ, ਲੇਕਿਨ 15-20 ਦਿਨ ਹੋ ਗਏ ਨੇ, ਮਹੀਨਾ ਹੋ ਚੱਲਿਆ ਵਾ, ਉਹਦਾ ਕੋਈ ਸੰਪਰਕ ਨਹੀਂ ਮੇਰੇ ਨਾਲ ਜੀ। ਬਾਕੀ ਕਿਸੇ ਦਾ ਕੋਈ ਫੋਨ ਨਾ ਆਉਂਦਾ। ਅੱਛਾ, ਇਹ ਉਹ ਨੇ ਜਿਹੜੇ ਬੇਕਸੂਰੇ ਰਗੜੇ? ਬੇਕਸੂਰ ਰਗੜੇ ਨੇ ਜੀ। ਉਹ ਠੀਕ ਠਾਕ ਨੇ ਵੈਸੇ? ਹਾਂ ਠੀਕ ਨੇ। ਆਪੋ ਆਪਣੇ ਮੈਂ ਬੇਨਤੀ ਕਰਦਾ ਆਪਣੇ ਜਿਹਨਾਂ ਦੇ ਨਾਮ ਇਹਨਾਂ ਨੇ ਲਿੱਤੇ ਨੇ, ਹੱਥ ਬੰਨ ਕੇ ਬੇਨਤੀ ਹੈ ਵੀ 9881840988818408 ਇਹ ਨੰਬਰ ਹੈ ਮੇਰਾ, ਪੁਰਾਣਾ ਹੀ ਨੰਬਰ ਹੈ ਜੀ। ਫੋਨ ਬੰਦ ਹੁੰਦੇ ਨੇ ਪਰ ਦਿਹਾੜੀ 'ਚ ਇੱਕ ਅੱਧੀ ਵਾਰ ਮੈਂ ਜ਼ਰੂਰ ਔਨ ਕਰਦਾ ਆ। ਸੋ ਕਿਰਪਾ ਕਰਕੇ ਮੈਨੂੰ ਸੰਪਰਕ ਜ਼ਰੂਰ ਕਰੋ ਆਪਣਾ ਨਾਮ ਲਿਖ ਕੇ, ਠੀਕ ਹੈ ਜੀ। ਬਸ 328 ਲਿਖ ਦਿਓ ਨਾਮ ਦੇ ਨਾਲ, ਮੈਂ ਸਮਝ ਜਾਵਾਂਗਾ ਵੀ ਤੁਸੀਂ ਹੋ। ਕਿਸੇ ਚੀਜ਼ ਨੂੰ ਡਰਨ ਦੀ ਲੋੜ ਨਹੀਂ ਹੈ। ਮੈਂ ਅੱਜ ਸਿੰਘ ਸਾਹਿਬ ਦੇ ਕੋਲ ਆਇਆ, ਇਹਨਾਂ ਕੋਲ ਜਿੰਨੇ ਸਬੂਤ ਪਏ ਨੇ, ਕਿਉਂਕਿ ਮੈਨੂੰ ਪਤਾ ਹੈ ਐਸਜੀਪੀਸੀ ਦੀ ਮਾਨਸਿਕਤਾ ਅੱਜ ਉਹ ਹੋ ਗਈ ਹੈ, ਜਿਹੜੇ ਸਬੂਤ ਲੈ ਕੇ ਬੈਠੇ ਨੇ ਇਹਨਾਂ ਨੇ ਸਬੂਤ ਵੀ ਮਿਟਾਣੇ ਨੇ ਤੇ ਬੰਦੇ ਵੀ ਮਿਟਾਣੇ ਨੇ। ਜੇ ਨੀਅਤ ਸਾਫ਼ ਹੁੰਦੀ ਤਾਂ ਇਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ, ਜਾਂ ਇਹਨਾਂ ਨੇ ਜਾਂਚ ਕੀਤੀ ਹੋਈ ਹੈ ਸਾਰੇ ਕਸੂਰਵਾਰ ਕਿਹੜੇ ਨੇ, ਇਹਨਾਂ ਨੂੰ ਦੁੱਧ ਵਾਂਗੂ ਕੱਢ ਕੇ ਬਾਹਰ ਰੱਖਿਆ ਜਾਂਦਾ ਤੇ ਕਸੂਰਵਾਰ ਅਸਲ ਜਿਹੜੇ ਉਹਨਾਂ ਨੂੰ ਦੋਸ਼ੀ ਐਲਾਨ ਕੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ FIR ਦਰਜ ਕਰਵਾ ਕੇ ਸੁੱਟਦੇ ਸਲਾਖਾਂ ਦੇ ਪਿੱਛੇ। ਪਰ ਨਹੀਂ, ਸਾਡੇ ਪੜ੍ਹਾਈਏ, ਸਾਡੇ ਭਤੀਜੇ, ਸਾਡੇ ਜਵਾਕ ਨੇ, ਸਾਡੇ ਰਿਸ਼ਤੇਦਾਰ ਨੇ, ਅਸੀਂ ਉਹਨਾਂ ਦਾ ਕਸੂਰਵਾਰ ਹੁੰਦਿਆਂ ਹੋਇਆ ਵੀ ਕਿੱਦਾਂ ਕਸੂਰਵਾਰ ਕਰਦੀ ਹੈ। ਤਾਂ ਹੀ ਤਾਂ ਜਿਹੜੇ ਸੋਨਾ ਲੁੱਟਦੇ ਨੇ, ਜਿਹੜੇ ਗੋਲਕਾਂ ਲੁੱਟਦੇ ਨੇ, ਜਿਹੜੇ ਜ਼ਮੀਨਾਂ ਵੇਚਦੇ ਨੇ, ਜਿਹੜੇ ਜ਼ਮੀਨਾਂ ਦੇ ਕਬਜ਼ੇ ਕਰਵਾਉਂਦੇ ਨੇ, ਜਾਂ ਦੁਕਾਨਾਂ ਜਿਹੜੇ ਕੌੜੀਆਂ ਦੇ ਭਾਅ ਦਿੰਦੇ ਨੇ, ਉਹਨਾਂ ਦੀਆਂ ਇਹ ਪ੍ਰਮੋਸ਼ਨਾਂ ਕਰਦੇ ਨੇ। ਸਿੱਧਾ ਚੱਕ ਕੇ ਉਹਨਾਂ ਨੂੰ ਮੈਨੇਜਰ ਤੱਕ, ਮੀਤ ਸਕੱਤਰਾਂ ਤੱਕ ਪਹੁੰਚਾ ਦਿੰਦੇ ਨੇ, ਚਾਹੇ ਉਹ ਹੈਲਪਰ ਭਰਤੀ ਹੋਇਆ ਹੋਵੇ। ਤੇ ਹੁਣ ਮੈਂ ਇਹੀ ਕਹਾਂਗਾ ਵੀ ਜਿਹੜੇ ਬੰਦੇ ਬੇਮਤਲਬ ਫਸਾਏ ਗਏ ਆ, ਹੁਣ ਹਰ ਕਿਸੇ ਕੋਲ ਪ੍ਰੂਫ ਹੈਗੇ ਨੇ। ਹੋ ਸਕਦਾ ਜਿਹੜਾ ਤੁਸੀਂ ਨਾਮ ਲਿੱਤੇ ਮੈਨੂੰ ਪ੍ਰੂਫ ਭੇਜਣ ਵਾਲੇ, ਉਹਨਾਂ ਵਿੱਚੋਂ ਵੀ ਸ਼ਾਇਦ ਹੋ ਸਕਦਾ ਕੋਈ ਹੋਣ। ਮੈਂ ਤੁਹਾਨੂੰ ਦੱਸਣਾ ਜਿਹਨਾਂ ਨੇ ਦੱਸਿਆ ਨਹੀਂ। ਮੈਂ ਇਹ ਗੱਲ ਕਹਿੰਦਾ ਵਾਂ ਕਿ ਕਸੂਰਵਾਰ ਈਸ਼ਰ ਸਿੰਘ ਕਿੱਦਾਂ ਕਰ ਗਿਆ ਵਾ, ਇਹ ਤਾਂ ਉਹਨੂੰ ਬੁਲਾਉਣਾ ਹੀ ਕਹਿੰਦੇ ਆ ਕਿ ਉਹਨੂੰ ਬੁਲਾਓ ਸਾਡੇ ਸਾਹਮਣੇ। ਸਵਾਲ ਅਸੀਂ ਕਰਾਂਗੇ, ਜਵਾਬ ਉਹ ਦੇਵੇ, ਸਵਾਲ ਉਹ ਕਰੇ, ਜਵਾਬ ਅਸੀਂ ਦੇਵਾਂਗੇ। ਕੋਈ ਗੱਲ ਨਹੀਂ ਜੀ, ਦੋ ਜਣੇ ਬਹਿ ਲੱਗੇ ਨਾਲ। ਮੇਰਾ ਕੇਸ ਹੁਣ ਹਾਈ ਕੋਰਟ ਦੇ ਵਿੱਚ ਹੀ ਆ। ਚਲੋ ਮਾਰੇ ਦੇਖੋ, ਤੁਹਾਡੀ ਸਾਰਿਆਂ ਦੀ ਲੋੜ ਪੈਣੀ ਆ। ਸੈਣੀ ਸਾਹਿਬ, ਗੁਰੂ ਰਾਮਦਾਸ ਕਿਰਪਾ ਕਰੇ ਤੁਹਾਡੇ ਤੇ ਔਰ ਪੰਥ ਤੇ ਵੀ, ਠੀਕ ਹੈ ਨਾ, ਕਿ ਜਿਹੜਾ 295 ਇਹ ਲਗਾਉਣਾ ਤੇ ਬੜਾ ਸੌਖਾ ਹੈ। ਬਿਲਕੁਲ। ਸਾਡੇ ਮੱਥੇ ਕਲੰਕ ਲਗਾਤਾ, ਇਹਨਾਂ ਕੋਲ ਨਹੀਂ ਤੋਂ ਫਰਿਆ। ਉਹ ਹਾਲ ਹੋਣਾ ਵਾ ਕਿ ਸੈਣੀ ਤੇ 295 ਲੱਗ ਗਿਆ, ਲੇਕਿਨ 295 ਲੱਥਣਾ ਕਿੱਦਾਂ ਵਾ? ਗੰਢਾਂ ਹੱਥ ਨਾ ਮਾਰੀਆਂ, ਹੁਣ ਮੂੰਹ ਨਾ ਖੋਲੀਆਂ ਪੈਣਗੀਆਂ। ਬਿਲਕੁਲ ਬਿਲਕੁਲ। ਜੱਜਮੈਂਟ ਜਿਹੜੀ ਜੁਡੀਸ਼ਰੀ ਨੇ ਜੀ, ਇਹਨੇ ਜੁਡੀਸ਼ਰੀ ਕੋਈ ਨਿਆਣੇ ਨਹੀਂ ਆ। ਮੇਰੇ ਕੋਲ ਸਰ ਕੱਲ੍ਹ ਹੀ ਮੈਂ ਇੱਕ ਕੇਸ ਨਾ ਵੇਖ ਰਿਹਾ ਸੀ, ਮੈਂ ਤੁਹਾਨੂੰ ਵਿਖਾ ਦੇਵਾਂ ਜੀ। ਕੋਈ ਕਾਰਪੋਰੇਸ਼ਨ ਦਫ਼ਤਰ ਸੀ, ਮੈਨੂੰ ਕਿਸੇ ਨੇ ਭੇਜਿਆ ਕਿ ਤੁਸੀਂ ਉਹਨਾਂ ਦਾ ਵੀ ਕੇਸ ਦਾ ਹਵਾਲਾ ਦਿਓ ਜੀ। ਇਹਨਾਂ ਨੇ ਸਰ ਥਰੂ ਕੋਰਟ 2,50,70,615 ਰੁਪਏ ਅਦਾਇਗੀ ਕੀਤੀ ਹੈ। ਥਰੂ ਕੋਰਟ ਓਕੇ। ਮੈਨੂੰ ਕਹਿੰਦੇ ਤੁਸੀਂ ਕੇਸ ਆਪਣੇ ਕੇਸ ਨਾਲ ਲਵਾਓ। ਮੈਂ ਕਿਹਾ ਲਵਾਉਂ ਜ਼ਰੂਰ। ਮੈਂ ਕਿਹਾ ਦੇਖੋ, ਮੈਂ ਫਿਰ ਗੱਲ ਕਹਾਂ ਕਿ ਗੁਰੂ ਘਰ ਮੈਂ ਅੱਜ ਤੱਕ ਕਹਿੰਦਾ ਰਿਹਾ ਵਾਂ, ਲੇਕਿਨ ਹੁਣ ਮਨ ਇੰਨਾ ਕਿ ਹੋ ਗਿਆ ਕਿ ਗੁਰੂ ਘਰ ਵਿੱਚ ਹੀ ਹੈਗਾ, ਪਤਾ ਕਿੱਥੇ? ਸੱਚਖੰਡ ਦੇ ਅੰਦਰਲੀ ਪਰਿਕਰਮਾ ਜੀ, ਬਾਹਰ ਗੁਰੂ ਘਰ ਨਹੀਂ ਜੇ। ਬਿਲਕੁਲ। ਗੁਰੂ ਘਰ ਮੈਂ ਮੇਰੀ ਉਪਜੀਵਕਾ ਸੀ, ਮੈਂ ਨੌਕਰੀ ਕਰਦਾ ਸਾਂ, ਕੰਮ ਕਰਦਾ ਤੇ ਮੈਨੂੰ ਤਨਖਾਹ ਦਿੰਦੇ ਸੀ। ਅੱਜ ਜੇ ਮੈਨੂੰ ਕਹੇ ਗੁਰੂ ਘਰ ਯਾਰ ਛੱਡ ਦੇ, ਮੈਂ ਪਾਈ ਦਾ ਹਿਸਾਬ ਲੈਣਾ। ਜਿਹੜਾ ਮੇਰਾ 3 ਸਾਲਾਂ ਦੀ ਮੇਰੇ ਪਰਿਵਾਰਕ ਦੀ ਸਥਿਤੀ ਹੋਈ ਆ, ਜਿਹੜੀ ਮੇਰੀ ਮਾਨਸਿਕਤਾ ਦੀ ਹੋਈ ਆ, ਜਿਹੜਾ ਮੇਰਾ ਸਮਾਜ ਦੇ ਨੁਕਸਾਨ ਹੋਇਆ, ਇਹਦੀ ਭਰਪਾਈ ਕੌਣ ਕਰੂਗਾ? ਸਿੰਘ ਸਾਹਿਬ ਵਾਦਾ ਰਿਹਾ, ਇਹ ਕਰ ਸਕਦੇ ਨੇ, ਹੱਥ ਜੋੜ ਕੇ ਦੇ ਕੇ ਜਾਣਗੇ, ਹੱਥ ਜੋੜ ਕੇ ਵਾਦਾ ਲਵਾਂਗਾ ਜੀ। ਠੀਕ ਹੈ ਜੀ। ਗੁਰੂ ਰਾਮਦਾਸ ਤੇ ਭਰੋਸਾ ਰੱਖੋ। ਇਹਨਾਂ ਦਾ ਸਮਾਂ, ਗੁਰੂ ਰਾਮਦਾਸ ਮੇਰੇ ਵਾਲਾ ਜੀ, ਮੈਂ ਕਹਿ ਰਿਹਾ ਇਹਨਾਂ ਦਾ ਸਮਾਂ ਆ ਗਿਆ, ਕਿਉਂਕਿ ਉਹ ਗੁਰੂ ਨਾਲ ਲੱਤ ਨਹੀਂ ਮਾਰਦਾ, ਮੱਤ ਮਾਰਦਾ, ਤੇ ਇਹਨਾਂ ਦੀ ਮੱਤ ਮਾਰੀ ਹੋਈ ਹੈ ਇਸ ਵੇਲੇ। ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਇਹ ਕਰ ਕੀ ਰਹੇ ਨੇ। ਗੁਰੂ ਰਾਮਦਾਸ ਦਰ 'ਚ ਦੇਰ ਹੈ, ਅੰਧੇਰ ਨਹੀਂ ਹੈ। ਬਿਲਕੁਲ ਬਿਲਕੁਲ। ਇਹਨਾਂ ਨੂੰ ਚਾਨਣਿਆ, ਇਹਨਾਂ ਨੂੰ ਚਾਨਣਿਆ ਹੋਏਗਾ। ਬਾਕੀ ਮਹਾਰਾਜ ਕਿਰਪਾ ਕਰੇ, ਇਹਨਾਂ ਨੂੰ ਸਮੱਤ ਬਖਸ਼ੇ, ਠੀਕ ਹੈ, ਕਿ ਘੱਟੋ ਸੱਚ ਨੂੰ ਸੱਚ ਕਹਿਣ ਦੀ ਹਿਮਾਕਤ ਤੇ ਕਰਨ ਜੀ। ਬਿਲਕੁਲ। ਲੇਕਿਨ ਆਪਾਂ ਕਹਿਣਾ ਹੀ ਨਹੀਂ। ਪਰ ਮਤਲਬ ਜਿੱਦਾਂ ਹੁਣ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਸੀ, ਜਗੀਰ ਕੌਰ ਰਹੀ ਹੈ, ਮੱਕੜ ਸਾਹਿਬ ਰਹੇ ਨੇ, ਟੌੜਾ ਸਾਹਿਬ ਰਹੇ ਨੇ, ਜਾਂ ਹੁਣ ਰਘਵੀਰ ਜੀ ਜਥੇਦਾਰ ਬਣੇ ਨੇ, ਤੇ ਪ੍ਰਧਾਨ ਧਾਮੀ ਸਾਹਿਬ ਨੇ, ਵਕੀਲ ਆਪਣੇ ਨੂੰ ਕਹਿੰਦੇ ਕਹਾਉਂਦੇ ਨੇ।
ਹੁਣ ਇਹਨਾਂ ਨੂੰ ਇਹ ਨਹੀਂ ਦਿਸਦਾ ਵੀ ਗੁਰੂ ਘਰ ਦੀਆਂ ਗੋਲਕਾਂ ਦੇ ਵਿੱਚ ਜਿਹੜਾ ਪੈਸਾ ਆਂਦਾ ਜਾਂ ਗੁਰੂ ਘਰ ਦੀਆਂ ਪ੍ਰਾਪਰਟੀਆਂ ਤੋਂ ਅਸੀਂ ਜਿੰਨੀ ਇਨਕਮ ਜਨਰੇਟ ਕਰ ਸਕਦੇ ਹਾਂ ਅਸੀਂ ਕਿਉਂ ਨਹੀਂ ਕਰਦੇ। ਤੇ ਦੂਸਰੀ ਚੀਜ਼, ਸਭ ਤੋਂ ਵੱਡੀ ਚੀਜ਼ ਮੇਰੇ ਜ਼ਿਹਨ 'ਚ, ਸਾਡੇ ਕੋਲ ਮਤਲਬ ਸਾਡੀਆਂ ਜਿਹੜੀਆਂ ਗੁਰੂ ਘਰ ਦੀਆਂ ਜ਼ਮੀਨਾਂ ਮਰੱਬਿਆਂ ਦੇ ਮਰੱਬੇ ਆ ਸਾਡੇ ਕੋਲ, ਮੰਨਦੇ ਹੋ ਨਾ, ਮਰੱਬਿਆਂ ਦੇ ਮਰੱਬੇ ਆ। ਅਸੀਂ ਆਪਣੇ ਗੁਰੂ ਘਰਾਂ 'ਚ ਖਪਤ ਹੋਣ ਵਾਲਾ ਅਨਾਜ, ਚਾਹੇ ਚੌਲ ਹੋਵੇ, ਚਾਹੇ ਕੀ ਬੋਲਦੇ ਕਣਕ ਹੋਵੇ, ਚਾਹੇ ਦੇਖੋ ਸੈਣੀ ਸਾਹਿਬ, ਜੇ ਕਰਨਾ ਚਾਹੁੰਦੇ ਸਭ ਕੁਝ ਹੋ ਸਕਦਾ ਹੈ। ਅਸੀਂ ਆਪ ਕਿਉਂ ਨਹੀਂ ਉੱਥੇ ਕਾਸ਼ਤਕਾਰੀ ਕਰਕੇ ਅਸੀਂ ਬੇਨਤੀ ਪਹਿਲਾਂ ਕਰਤੀ ਜੇ ਕਿ ਜੇ ਕਰਨਾ ਤਾਂ ਸਭ ਕੁਝ ਹੋ ਸਕਦਾ ਵਾ, ਜੇ ਨਹੀਂ ਕਰਨਾ ਕੁਝ ਨਹੀਂ ਹੋਣਾ। ਮੈਂ ਦੋ ਰੁਪਏ ਫਿਰ ਗੱਲ ਕਰਦਾ ਤੁਹਾਨੂੰ ਕਿ ਦੇਖੋ ਜ਼ਮੀਨਾਂ ਥੋੜੀਆਂ ਨਹੀਂ ਹੈਗੀਆਂ, ਸਾਡੇ ਕੋਲ ਸਟਾਫ ਦਾ ਘਾਟਾ ਨਹੀਂ, ਸਾਡੇ ਕੋਲ ਸਰਮਾਏ ਦਾ ਘਾਟਾ ਨਹੀਂ, ਠੀਕ ਹੈ ਨਾ। ਇਹ ਤੁਹਾਨੂੰ ਨੀਤ ਦਾ ਘਾਟਾ ਆ, ਨੀਤਾਂ ਮਾੜੀਆਂ ਨੇ। ਇਹ ਤਾਂ ਜਿਹੜੀ ਉੱਪਰ ਹਾਈ ਲੈਵਲ ਹੈ ਨਾ ਜੀ, ਪ੍ਰਧਾਨ ਹੋ ਗਏ, ਅਹੁਦੇਦਾਰ ਹੋ ਗਏ, ਮੈਂਬਰਸ ਹੋ ਗਏ, ਕਿਉਂਕਿ ਇਹ ਅਧਿਕਾਰ ਖੇਤਰ ਉਹਨਾਂ ਦੇ ਆ। ਮੁਲਾਜ਼ਮਾਂ ਤੋਂ ਕਹਿੰਦੇ ਇਹ ਨੋਟ ਡੇਕ ਵਿੱਚ ਦੱਸੋ। ਨਹੀਂ ਮਤਲਬ ਤੁਸੀਂ ਮੰਨਦੇ ਹੋ ਨਾ ਵੀ ਆਹ ਚੀਜ਼ਾਂ ਹੋ ਸਕਦੀਆਂ ਨੇ। ਦੇਖੋ ਮੈਂ ਪਹਿਲਾਂ ਕਹਿ ਰਿਹਾ ਜੀ, ਬਿਲਕੁਲ ਹੋ ਸਕਦੀਆਂ ਨੇ। ਜੇਕਰ ਕਰਨਾ ਚਾਹਵੇ ਸ਼੍ਰੋਮਣੀ ਕਮੇਟੀ ਪੂਰਾ ਪੰਜਾਬ ਚਲਾ ਸਕਦੀ ਆ ਜੀ। ਬਿਲਕੁਲ ਸਿੰਘ ਸਾਹਿਬ, ਮੈਂ ਪੂਰਾ ਉਹੀ ਪੰਜਾਬ ਚਲਾ ਸਕਦੀ ਆ। ਧੰਨਵਾਦ। ਮੈਂ ਉਹੀ ਗੱਲ ਮੈਂ ਆਪਣੇ ਬੜੇ ਐਪੀਸੋਡਸ 'ਚ ਕਹੀ ਹੈ, ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਤਾਂ ਪੂਰਾ ਪੰਜਾਬ ਸਰਕਾਰ ਵੀ ਕੁਝ ਨਾ ਕਰੇ ਨਾ, ਤਾਂ ਵੀ ਸ਼੍ਰੋਮਣੀ ਕਮੇਟੀ ਪੂਰਾ ਪੰਜਾਬ ਪਾਲ ਸਕਦੀ ਆ। ਇਹ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਲੰਗਰ ਜਿਹੜਾ ਨਾ ਜੀ, ਇਹ ਮੁੱਕਣਾ ਨਹੀਂ ਸਾਰੀ ਜ਼ਿੰਦਗੀ। ਬਿਲਕੁਲ ਬਿਲਕੁਲ, ਸਾਰੀ ਜ਼ਿੰਦਗੀ ਨਹੀਂ ਮੁੱਕਣਾ ਹੈ। ਬਿਲਕੁਲ, ਮਕਾਉਣ ਵਾਲੇ ਮੁੱਕ ਗਏ ਨੇ, ਲੇਕਿਨ ਇਹ ਨਹੀਂ ਮੁੱਕਿਆ। ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਇਹਨਾਂ ਦੇ ਸਾਹਮਣੇ ਬੜੇ ਮੈਨੇਜਰ, ਬੜੇ ਸਟੋਰ ਕੀਪਰ, ਠੀਕ ਹੈ, ਸਕੱਤਰ ਤੱਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਬੜੀਆਂ ਕਰਤੂਤਾਂ ਮਾੜੀਆਂ ਕੀਤੀਆਂ ਨੇ ਤੇ ਉਹ ਕੈਂਸਰ ਦੇ ਨਾਲ ਜਾਂ ਕੀੜੇ ਪੈ ਕੇ ਗਏ ਆ, ਪਰ ਫਿਰ ਵੀ ਇਹਨਾਂ ਨੂੰ ਮੈਂ ਇੱਕ ਬੇਨਤੀ ਕਰਾਂ, ਕਹਿੰਦੇ ਨੇ ਕਿ ਕਿਸੇ ਦਾ ਗੁਨਾਹ ਨੂੰ ਬਾਰ-ਬਾਰ ਅਸੀਂ ਕਹੀਏ ਨਾ ਤੇ ਸ਼ਾਇਦ ਉਹ ਗੁਨਾਹ ਅਗਰ ਅਸੀਂ ਨਾਲ ਬਣ ਜਾਂਦੇ ਆ। ਤੁਹਾਡੀ ਭਾਵਨਾ ਠੀਕ ਹੈ, ਮੈਂ ਤੁਹਾਡੀ ਭਾਵਨਾ ਨੂੰ ਸਮਝਦਾ ਜੀ। ਤੁਹਾਡੇ ਅੰਦਰ ਇੱਕ ਜਜ਼ਬਾ ਹੈ, ਤੁਹਾਡੇ ਅੰਦਰ ਇੱਕ ਦੁੱਖ ਆ ਸੰਸਥਾ ਪ੍ਰਤੀ, ਠੀਕ ਆ, ਮੇਰੇ ਅੰਦਰ ਵੀ ਹੈਗਾ ਹੈ। ਸਮਝਾਈਏ ਉਹਨੂੰ ਜਿਹੜਾ ਸਮਝਣ ਦਾ ਜੋਗਾ ਹੋਵੇ। ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ, ਇਹੀ ਕਹਿਣਾ ਚਾਹੁੰਦੇ ਹੋ। ਦੇਖੋ ਮੈਂ ਸਪਸ਼ਟ ਗੱਲ ਹੈ ਜੀ, ਵੇਖੋ ਸੈਣੀ ਸਾਹਿਬ, ਮੈਂ ਤੁਹਾਨੂੰ ਮਾੜਾ ਨਹੀਂ ਕਹਾਂਗਾ ਜੀ, ਮੈਂ ਧਾਮੀ ਨੂੰ ਮਾੜਾ ਨਹੀਂ ਕਹਾਂਗਾ, ਮੈਂ ਲੌਂਗੋ ਨੂੰ ਮਾੜਾ ਨਹੀਂ ਕਹਾਂਗਾ। ਮਾੜੀਆਂ ਇਹਨਾਂ ਦੀ ਸੋਚਾਂ ਹੈ। ਬਿਲਕੁਲ, ਧਾਮੀ ਸਾਹਿਬ ਸੁਗੜ ਸਿਆਣੇ ਨੇ, ਬੜੇ ਵਧੀਆ ਪ੍ਰਧਾਨ ਨੇ, ਲੇਕਿਨ ਜਿੰਨਾ ਸੋਚ ਇਹਦੀ ਮਾੜੀ ਆ, ਜਿੰਨਾ ਸੰਸਥਾ ਦਾ ਹੁਣ ਇਸ ਦੌਰ 'ਚ ਨੰਗੀ ਧਾਮੀ ਸਾਹਿਬ ਦੇ ਕਰਕੇ ਹੋ ਰਿਹਾ ਨਾ, ਮੈਂ ਸ਼ਾਇਦ ਮੱਕੜ ਵੇਲੇ ਵੀ ਨਹੀਂ ਕਰਸੀ। ਚੌੜਾ ਸੇ ਗੱਲ ਛੱਡ ਦਿਓ, ਉਹਦਾ ਮਤਲਬ ਸਵਾਲ ਹੀ ਪੈਦਾ ਹੁੰਦਾ। ਮੈਨੂੰ ਇੱਕ ਚੀਜ਼ ਹੋਰ ਨਹੀਂ ਸਮਝ ਆਉਂਦੀ, ਮਤਲਬ ਇਹਨਾਂ ਨੇ ਆਪ ਪੜਤਾਲਾਂ ਕੀਤੀਆਂ ਨੇ, ਫਲਾਈਂਗ ਕਰਦੀ ਹੈ ਹਰ ਕਰਪਟ ਬੰਦੇ ਦੀ। ਬਿਲਕੁਲ ਜੀ, ਕਰਦੀਆਂ ਤੇ ਸਾਰਿਆਂ ਦੀਆਂ ਪੜਤਾਲਾਂ ਸਾਰਿਆਂ ਦੀਆਂ ਫਾਈਲਾਂ ਦੇ ਨਾਲ ਲੱਗੀਆਂ ਨੇ। ਬਿਲਕੁਲ। ਹੁਣ ਭਾਈ ਹਜੂਰੀ ਦੇਖੋ, ਨਹੀਂ ਭਾਈ ਸਾਹਿਬ, ਸਾਨੀ ਸਾਹਿਬ, ਮੈਂ ਗੱਲ ਕਹਿੰਦਾ 39 ਸਾਲ ਦੀ ਸਰਵਿਸ 'ਚ ਮੇਰੀ ਪਰਸਨਲ ਫਾਈਲ ਕੱਢ ਲਓ, ਅਗਰ ਇੱਕ ਵੀ ਕਾਗਜ਼ ਮੇਰੇ ਉੱਪਰ ਲੱਗਾ ਹੋਵੇ, ਕੋਈ ਦੋਸ਼ ਜਾਂ ਕੋਈ ਜੁਰਮਾਨਾ, ਕੋਈ ਵਾਰਨਿੰਗ, ਤੇ ਮੈਂ ਨਿਵੇਂ ਥਾਂ ਭੇਜਾਂਗਾ। ਧਾਮੀ ਸਾਹਿਬ ਛਿੱਤਰ ਹੋਏ ਤੇ ਮੇਰਾ ਸਿਰ ਹੋਏਗਾ। ਨਹੀਂ ਮੈਂ ਕਹਿ ਰਿਹਾ ਵੀ ਹਜੂਰੀ ਰਾਗੀ ਭਾਈ ਨਾਗੋਕੀ ਜੀ ਦੀ ਤੁਸੀਂ ਸੁਣੀ ਵੀ ਹੋਣੀ ਹੈ ਵੀਡੀਓ। ਸੁਣੀ ਹੈ ਮੈਂ। ਉਹਨਾਂ ਦੀ ਫਾਈਲ ਚੱਕ ਕੇ ਇੱਕ ਨਿੱਜੀ ਮਤਲਬ ਐਸਜੀਪੀਸੀ ਦੇ ਕਾਲਜ ਦੇ ਪ੍ਰਿੰਸੀਪਲ ਨੂੰ ਫੜਾ ਦਿੰਦੇ ਤੇ ਉਹ ਬੈਠ ਕੇ ਭੌਂਕਦਾ ਹੈ। ਇਹ ਤਾਂ ਦੇਖੋ ਜੀ, ਇਹ ਨੌਨਸੈਂਸ ਨਹੀਂ ਹੈ। ਨਹੀਂ, ਇਹ ਤਾਂ ਦੇਖੋ ਜਿਹੜਾ ਮੈਨੇਜਮੈਂਟ ਦਾ ਕੰਮ ਹੈ ਨਾ ਜੀ। ਫਿਰ ਇਹਨੂੰ ਨਹੀਂ ਕਹੋਗੇ ਤੁਸੀਂ ਕਿ ਮੱਤ ਵੱਜੀ ਹੋਈ ਹੈ। ਇੱਕ ਚੀਜ਼ ਆ ਸੈਣੀ ਸਾਹਿਬ, ਦੇਖੋ ਮੈਂ ਇਸ ਗੱਲ ਦੇ ਬਿਲਕੁਲ ਹਾਮੀ ਭਰਾਂਗਾ ਕਿ ਦਫ਼ਤਰੀ ਰਿਕਾਰਡ ਬਾਹਰ ਜਾਣ ਦਾ ਮਤਲਬ ਕੋਈ ਨਹੀਂ। ਪਹਿਲੀ ਗੱਲ ਜੀ, ਅਗਰ ਦਫ਼ਤਰੀ ਰਿਕਾਰਡ ਦਾ ਤੁਸੀਂ ਕੋਈ ਉਹਨੂੰ ਐਕਸਪਲੇਨ ਕਰਨਾ ਵਾ ਤੇ ਉਸ ਡਿਪਾਰਟਮੈਂਟ ਦਾ ਸੈਕਟਰੀ ਜਾਂ ਇੰਚਾਰਜ ਉਹ ਕਰੇ, ਜਾਂ ਸਕੱਤਰ ਸ਼੍ਰੋਮਣੀ ਕਮੇਟੀ ਕਰੇ, ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਰੇ। ਬਿਲਕੁਲ, ਥਰਡ ਪਾਰਟੀ ਕੋਲ ਜਾਣ ਦਾ ਮਤਲਬ ਕੋਈ। ਜੇ ਭੇਜੀ ਆ, ਇਹਨਾਂ ਨੇ ਬਹੁਤ ਮਾੜੀ ਹਰਕਤ ਕੀਤੀ। ਬਿਲਕੁਲ ਬਿਲਕੁਲ, ਮੈਂ ਬਸ ਇਹ ਗੱਲ ਕਹਾਂਗਾ। ਬਿਲਕੁਲ, ਕਿਉਂਕਿ ਸੰਗਤ ਜੀ ਹੁਣ ਅਗਰ ਸਾਡਾ ਰਿਕਾਰਡ ਹੈ ਤਾਂ ਮੈਂ ਤਾਂ ਪਹਿਲਾਂ ਕਿਹਾ ਗੁਰਾਂ ਦਾ ਰਿਕਾਰਡ ਕਰੋ, ਫਿਰ ਭੇਜੋ ਉਹਨੂੰ, ਕਿਉਂ ਵੀ ਗੁਰਾਂ ਦਾ ਰਿਕਾਰਡ ਵੀ ਉਦਾਂ ਹੀ ਪੜ੍ਹੇ ਸਾਰਾ, ਠੀਕ ਹੈ ਜੀ। ਉਸ ਤੋਂ ਬਾਅਦ ਦਿਲਬਾਗ ਦਾ ਭੇਜਿਓ, ਚੌਹਾਨ ਕੇ ਦਾ ਭੇਜ ਦਿਓ। 7-8 ਵਾਰ ਉਹ ਬੰਦਾ ਸਸਪੈਂਡ ਹੋਇਆ, ਉਹਦਾ ਹੀ ਭੇਜ ਦਿਓ, ਬਹੁਤ ਵਧੀਆ ਉਹਦੇ ਸ਼ਟਰ ਝੋਲਦੇ ਆ, ਠੀਕ ਹੈ। ਇਸ ਕਰਕੇ ਜੋ ਤੁਸੀਂ ਕਰਦੇ ਹੋ, ਜੋ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਹੁਣ ਮੈਂ ਨਹੀਂ ਸੰਗਤ ਜੀ ਬੋਲਿਆ ਕੁਝ, ਮੈਨੂੰ ਆਉਣਾ ਪਿਆ ਆ, ਰਿਸਕ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਮੈਨੂੰ ਆਉਣਾ ਪਿਆ ਆ, ਠੀਕ ਹੈ। ਮੈਨੂੰ ਫਰਕ ਨਹੀਂ ਪੈਂਦਾ, ਪਹੁੰਚ ਵੀ ਜਾਣ ਕੇ ਚੱਕ ਲੈਣਗੇ, ਮੈਨੂੰ ਹਾਰਡਲੀ ਮੈਟਰ। ਸੈਣੀ ਸਾਹਿਬ ਇੱਕ ਬੇਨਤੀ ਕਰਾਂ ਜੀ, ਕਿ ਤੁਹਾਨੂੰ ਮੇਰਾ ਐਡਰੈਸ ਦਿੱਤਾ ਕਿੰਨੇ? ਦੇਖੋ ਜੀ, ਜਿੱਥੇ ਚਾਹ ਉੱਥੇ ਰਾਹ, ਮੈਂ ਲੱਭਦਾ ਲਵਾਉਂਦਾ ਹੀ ਆਇਆ ਆ। ਤੇ ਈਵਨ ਜਦੋਂ ਅੱਜ ਆਇਆ ਆ ਤੇ ਅੱਜ ਮਤਲਬ ਮੈਂ ਡੇਟ ਤੁਹਾਨੂੰ ਪਤਾ ਲੱਗ ਗਈ ਹੋਏਗੀ ਵੀ ਅੱਜ ਰੈਲੀ ਆ, ਤੇ ਅੱਜ 14 ਤਰੀਕ ਹੈ, 13 ਤਰੀਕ ਹੈ, 13 ਸੈਪਟੈਂਬਰ ਹੈ, 14 ਸੈਪਟੈਂਬਰ ਹੈ। ਮੈਂ ਕਿਹਾ ਮੈਂ ਗਿਆ ਸੀ ਆਪਣੀ ਪੋਤਰੀ ਲੈਣ ਵਾਸਤੇ, ਉਦੋਂ ਬੜੀ ਫੋਰਸ ਲੱਗੀ ਸੀ ਬਾਹਰ ਸੜਕ ਤੇ ਜੀ।
ਤੇ ਉੱਥੇ ਮਤਲਬ ਜਦੋਂ ਅਸੀਂ ਆਏ ਆ ਤਾਂ ਭੀੜ ਬਹੁਤ ਸੀ। ਇੱਕ ਥਾਂ ਦੇ ਉੱਤੇ ਕੋਈ ਲੜਾਈ ਵੀ ਹੋ ਰਹੀ ਸੀ। ਅਸੀਂ ਉੱਥੇ ਲੜਾਈ ਵਿੱਚ ਜਦੋਂ ਤੁਹਾਨੂੰ ਕਿਹਾ ਆ ਵੀ ਟ੍ਰੈਫਿਕ ਬਹੁਤ ਆ, ਮੈਂ ਤੁਹਾਨੂੰ ਪੁੱਛਿਆ ਆ, ਫੋਨ ਕੀਤਾ ਵੀ ਤੁਸੀਂ ਠੀਕ ਠਾਕ ਹੋ, ਤੇ ਮੈਂ ਤੁਹਾਡੇ ਫੋਨ ਤੋਂ ਹੀ ਤੁਹਾਡੀ ਲੋਕੇਸ਼ਨ ਥੋੜੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੇ ਉੱਥੇ ਆ ਦੇਖੋ, ਉੱਥੇ ਮਤਲਬ ਹੱਥਾਪਾਈ ਹੋ ਰਹੀ ਸੀ ਤੇ ਉੱਥੇ ਉਹਨਾਂ ਨੂੰ ਛਡਾਇਆ ਤੇ ਮੇਰੇ ਥੋੜੀ ਬਹੁਤੀ ਲੱਗੀਆਂ ਵੀ, ਤਾਂ ਹੀ ਮੈਂ ਉਹ ਹੋ ਰਿਹਾ ਕਿ ਕਿਸੇ ਦੀ ਮਤਲਬ ਆਪਸ 'ਚ ਬਹਿਸਬਾਜ਼ੀ ਹੋ ਰਹੀ ਸੀ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਜਿੰਨਾ ਮਰਜ਼ੀ ਮਤਲਬ ਦੇਖ ਲਈਏ, ਉਹ ਉਸ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ ਮੈਨੂੰ ਪਤਾਲ ਦੀ ਤਹਿ ਤੱਕ ਵੀ ਜਾਣਾ ਪਵੇ ਨਾ, ਜਾਊਂਗਾ। ਨਹੀਂ ਦੇਖੋ ਸੈਣੀ ਸਾਹਿਬ, ਇੱਕ ਚੀਜ਼ ਆ, ਗਲਤ ਹੁੰਦਾ ਦੇਖ ਕੇ ਅੱਖਾਂ ਬੰਦ ਕਰ ਲੀਆਂ, ਸਿਆਣਪ ਅਸੀਂ ਗੁਨੇਗਾਰ ਆ, ਸਿਆਣਪ ਨਹੀਂ, ਗੁਨਾਹਗਾਰ ਤਾਂ ਇਹ ਬਹੁਤ ਵੱਡੇ ਆ। ਮੈਂ ਸੰਗਤ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਜੀ, ਪਹਿਲਾਂ ਮੈਂ ਗੱਲ ਕੀਤੀ, ਇਹ ਕੇਸ ਨੂੰ ਅਗਰ ਵੇਖ ਕੇ ਮੈਂ ਮਹਾਤਮਾ ਗਾਂਧੀ ਦਾ ਬਾਂਦਰ ਬਣ ਜਾਂਦਾ, ਅੱਖਾਂ ਬੰਦ, ਮੂੰਹ ਬੰਦ, ਕੰਨ ਬੰਦ, ਤੇ ਫਿਰ ਮੈਂ ਚੰਗਾ ਸੀ। ਲੇਕਿਨ ਮੇਰੀ ਜ਼ਮੀਰ ਆਵਾਜ਼ ਨਹੀਂ ਦਿੱਤੀ, ਮੈਂ ਕੇਸ ਨੂੰ ਪੁੱਟ ਅਪ ਕੀਤਾ। ਈਵਨ ਕਵਲ ਜੀ ਦੇ ਰਿਸ਼ਤੇ ਮੇਰੇ ਕੋਲ ਘਰ ਆਏ ਨੇ ਜੀ ਕਿ ਇਸ ਸਾਹਿਬ ਤੁਸੀਂ ਕੁਝ ਕਰੋ ਜੀ। ਮੈਂ ਕਿਹਾ ਦੇਖ, ਤੀਰ ਕਮਾਨ ਚੋਂ ਨਿਕਲ ਚੁੱਕੀ ਆ, ਦਫ਼ਤਰ ਜਾਓ, ਪ੍ਰਧਾਨ ਕੋਲ ਜਾਓ, ਮੇਰਾ ਤਾਂ ਕੁਛ ਨਹੀਂ ਹੈਗਾ ਜੀ। ਠੀਕ ਹੈ, ਇਹ ਅਖੀਰ ਤੱਕ ਫਿਰ ਮੇਰੇ ਗੱਲ 'ਚ ਤੂੰ ਲਿਖਦੇ ਕਿਉਂ ਲਿਖ ਦੇਵਾਂ? ਬਿਲਕੁਲ ਕੁਝ ਨਹੀਂ, ਤੁਸੀਂ ਲਿਖ ਕੇ ਦੇਣਾ। ਮੈਂ ਸੰਗਤ ਨੂੰ ਨਾਲ ਦੱਸ ਵੀ ਦੇਵਾਂ, ਮੇਰੇ ਆਉਣ ਦਾ ਮੰਤਵ ਵੀ ਸਿਰਫ ਇਹੀ ਸੀਗਾ ਕਿ ਮੇਰੇ ਕੋਲ ਕੁਝ ਪ੍ਰੂਫ ਸੀਗੇ, ਤੇ ਬਾਕੀ ਮੈਨੂੰ ਪਤਾ ਹੈ ਵੀ ਇਹਨਾਂ ਕੋਲ ਕਾਫੀ ਸਬੂਤ ਪਏ ਹੋਏ ਨੇ, ਤੇ ਹਾਈ ਕੋਰਟ 'ਚ ਮੇਰਾ ਕੇਸ ਚੱਲ ਰਿਹਾ ਹੈ, ਤੇ ਹਾਰਡ ਡਰਾਈਵ ਲੈ ਕੇ ਮੈਂ ਅੱਜ ਸਾਰਾ ਸਬੂਤ ਇਹਨਾਂ ਕੋਲ ਕਾਪੀ ਕਰਵਾ ਕੇ ਇੱਕ ਕਾਪੀ ਲੈ ਕੇ ਜਾਣ ਵਾਲਾ ਆ, ਤਾਂ ਕਿ ਐਸਜੀਪੀਸੀ ਨੂੰ ਪਤਾ ਲੱਗ ਜਾਏ ਵੀ ਇਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁਣ ਕਰ ਸਕਦੇ ਤੁਸੀਂ, ਜਾਂ ਕੋਈ ਵੀ ਜਿੰਨੀਆਂ ਮਰਜ਼ੀ ਘਟੀਆ ਕਰਤੂਤਾਂ ਤੁਸੀਂ ਕਰੀ ਜਾਓ। ਸੈਣੀ ਕੋਲ ਡਾਟਾ ਜਿੰਨਾ ਸਿੰਘ ਸਾਹਿਬ ਕੋਲ ਸੀਗਾ ਉਹ ਸਾਰਾ ਪਹੁੰਚ ਗਿਆ, ਅੱਜ ਕਲੀਅਰ ਦੱਸ ਰਿਹਾ ਹਾਂ। ਜੋ ਮਰਜ਼ੀ ਹੁਣ ਤੇ ਤੁਹਾਨੂੰ ਇੱਕ ਇੱਕ ਪੈਸਾ ਇਹਨਾਂ ਦਾ ਕਲੀਅਰ ਕਰਨਾ ਪੈਣਾ ਆ। ਮੈਨੂੰ ਪਤਾ, ਮੈਂ ਇੱਕ ਵਾਰ ਸੰਗਤ ਨੂੰ ਅਪੀਲ ਕਰਦਾ, ਇੱਥੇ ਨੋਟਾਂ ਦੇ ਢੇਰ ਲੱਗ ਜਾਣਗੇ, ਜਾਣਦਾ ਆ ਮੈਂ। ਸੰਗਤ ਇੰਨਾ ਕੀ ਮੇਰੇ ਤੇ ਭਰੋਸਾ ਕਰਦੀ ਆ, ਤੇ ਮੈਨੂੰ ਇਹ ਵੀ ਪਤਾ ਆ ਕਿ ਪ੍ਰੋਗਰਾਮ ਦੇਖਣ ਤੋਂ ਬਾਅਦ ਵੀ ਸੰਗਤ ਮੈਨੂੰ ਫੋਨ ਕਰੂਗੀ, ਸਿੰਘ ਸਾਹਿਬ ਦਾ ਨੰਬਰ ਦਿਓ, ਅਸੀਂ ਸੇਵਾ ਕਰਨੀ ਹੈ। ਕਰਵਾਉਣ ਨੂੰ ਮੈਂ ਉਦਾਂ ਵੀ ਕਰਾਂ, ਐਸਜੀਪੀਸੀ ਵਾਲੇ ਤੁਹਾਨੂੰ ਕਹਿ ਰਿਹਾ ਆ। ਬਹੁਤ ਸਾਰੇ ਜਿਹੜੇ ਡਰ ਕੇ ਬੈਠੇ ਆ ਵੀ ਅਸੀਂ ਨਾ ਜਾਈਏ ਸਾਹਮਣੇ, ਨਹੀਂ ਕਰਦੇ, ਨਹੀਂ ਯਕੀਨ, ਤੁਸੀਂ ਬਾਜ ਸਿੰਘ ਤੋਂ ਪੁੱਛ ਲਿਓ ਵੀ ਸੰਗਤ ਨੇ ਕਿੰਨਾ ਸਾਥ ਦਿੱਤਾ। ਮੈਂ ਨਹੀਂ ਕਹੂੰਗਾ ਮੈਂ ਸਾਥ ਦਿੱਤਾ, ਸੰਗਤ ਨੇ ਉਹਦਾ ਕਿੰਨਾ ਸਾਥ ਦਿੱਤਾ। ਅੱਜ ਵੀ ਓਪਨ ਉਹਨੂੰ ਕਿਹਾ ਹੋਇਆ ਵੀ ਤੂੰ ਕਿਸੇ ਚੀਜ਼ ਤੋਂ ਤੰਗ ਨਹੀਂ ਰਹਿਣਾ, ਜਦੋਂ ਪੈਸੇ ਦੀ ਲੋੜ ਹੈ ਮੈਨੂੰ ਫੋਨ ਮਾਰ, ਤੇਰੇ ਖਾਤੇ 'ਚ ਪੈਸਾ ਆਊਗਾ, ਜਿੱਦਾਂ ਮਰਜ਼ੀ ਮੈਂ ਭੇਜਾਂ, ਜਿੰਨੀ ਲੋੜ ਹੈ ਓਨਾ ਆਊਗਾ। ਮੈਂ ਕਹਣਾ ਮੇਰੀ ਕੀ ਔਕਾਤ ਆ? ਗੁਰੂ ਰੂਪ ਸੰਗਤ ਸਾਹਮਣੇ ਬੈਠੀ ਆ, ਉਹਨਾਂ ਦਾ ਸਾਥ ਹੈ ਤਾਂ ਸਭ ਕੁਝ ਹੈ। ਆ ਗੁਰਦੁਆਰਾ ਸੁਧਾਰ ਲਹਿਰ ਦੁਆਰਾ ਤੋਂ ਸ਼ੁਰੂ ਹੋਈ ਹੈ, ਤੇ ਇਹ ਜਿੱਦਾਂ ਕਹਿੰਦੇ ਵੀ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰਦੀ ਹੈ, ਤੇ ਤਲਾਬ ਆਲਮੋਸਟ ਗੰਦਾ ਹੋ ਗਿਆ। 10-15% ਜਿਹੜੀਆਂ ਸਾਫ਼ ਸੁਥਰੀਆਂ ਮੱਛੀਆਂ ਬਚੀਆਂ ਆ, ਅਸੀਂ ਉਹਨਾਂ ਨੂੰ ਬਚਾ ਲਾਂਗੇ ਤਾਂ ਫਿਰ 100% ਸਾਫ਼ ਕਰ ਲਾਂਗੇ ਤਲਾਬ। ਪਰ ਅਗਰ ਅਸੀਂ ਘਰਾਂ 'ਚ ਬੈਠ ਕੇ ਸਿਰਫ ਤਮਾਸ਼ਾ ਦੇਖਦੇ ਹਾਂ ਵੀ ਸੈਣੀ ਦਾ ਕੀ ਬਣਦਾ ਆ, ਜੇਲ੍ਹ ਹੁੰਦੀ ਹੈ ਜਾਂ ਬੇਲ ਹੁੰਦੀ ਆ, ਸੈਣੀ ਦੇ ਨਾਲ ਕੌਣ ਖੜਦਾ ਆ, ਬਹੁਤ ਸੰਗਤ ਖੜ ਗਈ ਆ, ਸੋਸ਼ਲ ਮੀਡੀਆ ਭਰਿਆ ਪਿਆ ਆ ਮੇਰੇ ਹੱਕ 'ਚ। ਧੰਨਵਾਦ ਸੈਣੀ ਸਾਹਿਬ, ਇੱਕ ਬੇਨਤੀ ਕਰਾਂ ਹੋਰ ਜੀ। ਇਸ ਦੌਰ ਦੇ ਵਿੱਚ ਮੈਂ ਆਪਣੇ ਬੇਟੇ ਨੂੰ ਇੱਕ ਕੰਮ ਖੋਲ੍ਹ ਕੇ ਦਿੱਤਾ ਹੈ, ਇਸ਼ਰਾ ਟੈਕਨੋਬਿਜ਼ ਜੀ। ਕਿਉਂਕਿ ਮੈਂ ਪ੍ਰੈਸ 3 ਸਾਲ ਲਗਾਏ ਸੀ, ਤੇ ਮੇਰੇ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਮੈਂ ਉਹ ਕੰਮ ਕਰਾਂ, ਨਾਲੇ ਪੁੰਨ ਨਾਲੇ ਫਲੀਆਂ। ਜੀ। ਮੈਂ ਐਕਸਰਸਾਈਜ਼ ਨੋਟਬੁੱਕ ਮੇਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜੀ। ਕਿ ਚਲੋ ਕਿ ਗਰੀਬ ਬੱਚੇ ਸਰਕਾਰੀ ਸਕੂਲਾਂ ਦੇ, ਮੈਂ ਉਹਨਾਂ ਨੂੰ ਆਪਣੇ ਬਰਥਡੇ ਦੇ ਉੱਪਰ, ਬੱਚੇ ਦੇ ਬਰਥਡੇ ਉੱਪਰ ਮੈਂ ਡੋਨੇਟ ਕਰਦਾ। ਵੈਰੀ ਗੁੱਡ। ਮੇਰਾ ਪਹਿਲੇ ਦਿਨ ਤੋਂ ਮੇਰਾ ਇਹ, ਹਾਂ ਪਿਛਲੀ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਜਿਹੜਾ ਸ਼ਖਸ ਜਿਹਨੇ ਮੈਨੂੰ ਲਵਾਇਆ ਸੀ ਨਾ ਜੀ, ਉਹ ਅੱਜ ਵੀ ਜਿਉਂਦਾ ਹੈ, ਚੜ੍ਹਦੀ ਕਲਾ। ਔਰ ਉਸ ਬੰਦੇ ਨੂੰ ਵੀ ਜੀ ਮੈਂ ਲੱਭਣ ਵਾਸਤੇ ਬੜੀਆਂ ਘਾਲਾਵਾਂ ਘਾਲੀਆਂ। ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ, ਉਦੋਂ ਇਨਫੋਰਮੇਸ਼ਨ ਅਫਸਰ ਸੀ ਉਹ। ਓਕੇ। ਇਨਫੋਰਮੇਸ਼ਨ ਅਫਸਰ ਸੀ, ਤੇ ਜਦੋਂ ਫਿਰ ਦੁਬਾਰਾ ਰਿਪੀਟ ਮੈਂ ਕਰ ਦਵਾਂ ਕਿ ਜਦੋਂ ਇੰਟਰਵਿਊ ਹੋਣ ਤੋਂ ਬਾਅਦ ਮੈਨੂੰ ਨਾ ਉਹਦੀ ਸਿਲੈਕਸ਼ਨ ਸਾਹਿਬਾਨ ਸਿੰਘ ਨਾ ਕਰ ਜਾਂਦੇ ਨੇ, ਤੇ ਉਹ ਬਜ਼ੁਰਗ ਕਹਿੰਦੇ ਨੇ ਕਿ ਨਹੀਂ ਮੈਂ ਤਾਂ ਰਹਿਣਾ, ਇਹੋ ਹੀ ਲੈਣਾ ਹੈ। ਤੇ ਮੈਨੂੰ ਕਹਿੰਦੇ ਸਾਹਿਬਾਨ ਸਿੰਘ ਕਾਕਾ ਤੂੰ ਇਸ ਤੋਂ ਇਲਾਵਾ ਹੋਰ ਕੀ ਕਰ ਸਕਦਾ ਹੈ? ਜਦੋਂ ਉਹਨੇ ਇੰਨੀ ਗੱਲ ਕਹੀ ਨਾ ਕਿ ਮੇਰਾ ਥੋੜ੍ਹਾ ਜਿਹਾ ਹੌਸਲਾ ਬਣ ਗਿਆ ਕਿ ਮੈਂ ਕਿਹਾ ਸਰਦਾਰ ਸਾਹਿਬ ਮੈਂ ਬੰਗਲਾ ਲਿਖ ਸਕਦਾ, ਬੰਗਲਾ ਬੋਲ ਸਕਦਾ, ਬੰਗਲਾ ਪੜ੍ਹ ਸਕਦਾ। ਤੇ ਇਹਨਾਂ ਨੇ ਉਸੇ ਵਕਤ ਇੱਕ ਅਮਰਜੀਤ ਸਿੰਘ ਗਰੇਵਾਲ ਹੁੰਦਾ ਸੀ, ਘੰਟੇ ਘਰ ਇਨਫੋਰਮੇਸ਼ਨ ਆਫਿਸਰ, ਉਹਨੂੰ ਫੋਨ ਕਰਕੇ ਬੁਲਾਇਆ, ਔਰ ਉਹਨਾਂ ਨੇ ਮੇਰੀ ਇੰਟਰਵਿਊ ਲਈ ਤੇ ਮੇਰੀ ਸਿਲੈਕਸ਼ਨ ਹੋ ਗਈ ਜੀ। ਠੀਕ ਹੈ ਜੀ। ਔਰ ਉਸ ਬਜ਼ੁਰਗ ਦੇ ਕੋਲ ਹੀ ਫਿਰ ਮੈਂ ਹਾਜ਼ਰ ਡਿਊਟੀ ਹੁੰਦਾ ਵਾਂ ਇਨਫੋਰਮੇਸ਼ਨ ਆਫਿਸ ਦੇ ਵਿੱਚ, ਜਿੱਥੇ ਅੱਜ ਗੁਰੂ ਅਰਜਨ ਦੇਵ ਨੂੰ ਆਸਿਆ ਜੀ। ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਕਿ ਕਾਕਾ ਇਸ ਦਰ ਨੂੰ ਛੱਡ ਕੇ ਨਾ ਜਾਈ, ਜੇ ਤੈਨੂੰ ਕੱਢ ਦੇਣ ਤੇ ਪਿਛਾਂ ਭੌਂਕ ਨਾ ਵੇਖੀ। ਬਿਲਕੁਲ।
ਤੇ ਕੁਦਰਤੀ ਉਹਨਾਂ ਨੇ 4 ਕਿ 5 ਮਹੀਨੇ ਬਾਅਦ ਰਿਜ਼ਾਈਨ ਦੇ ਦਿੱਤਾ। ਤੇ ਮੈਂ ਕਿਹਾ ਬਾਪੂ ਜੀ ਤੁਸੀਂ ਤਾਂ ਮੈਨੂੰ ਕਿਹਾ ਛੱਡ ਆਪ ਤੁਸੀਂ ਕੋਈ ਚੱਲੇ ਹੁਣ। ਕਹਿੰਦੇ ਬੇਟਾ ਮੇਰੀ ਮਜਬੂਰੀ ਆ, ਮੈਨੂੰ ਜਾਣਾ ਪੈਣਾ ਹੈ। ਮੈਨੂੰ ਉਦੋਂ ਤੱਕ ਨਹੀਂ ਮੈਨੂੰ ਕਦੀ ਪੁੱਛਿਆ ਕਿ ਤੁਹਾਡਾ ਪਿੰਡ ਕਿਹੜਾ ਵਾ, ਤੁਹਾਡਾ ਕੀ ਆ, ਨਾਮ ਦਾ ਪਤਾ ਸੀ। ਉਹ ਸੀ ਗਿਆਨੀ ਅਮੋਲਕ ਸਿੰਘ। ਗਿਆਨੀ ਅਮੋਲਕ ਸਿੰਘ, ਦਰਸ਼ਨ ਹੋਏ ਉਹਨਾਂ ਦੇ ਉਸ ਤੋਂ ਬਾਅਦ? ਹਾਂਜੀ ਹਾਂ। ਤੇ ਉਸ ਤੋਂ ਬਾਅਦ ਨਾ ਜੀ ਮੈਂ ਬੜਾ ਲੰਬਾ ਸਮਾਂ ਲੱਭਿਆ, ਨਹੀਂ ਮਿਲੇ। ਮੈਂ ਨਾ ਜੀ ਹਰੇਕ ਨੂੰ, ਕਿਉਂਕਿ ਮੇਰੇ ਕੋਲ ਫ਼ੋਨ ਨੰਬਰ ਨਹੀਂ, ਕੋਈ ਐਡਰੈਸ ਨਹੀਂ, ਪੁੱਛੇ ਨਹੀਂ। ਮੈਂ ਫਿਰ ਜੈਦਰ ਅਕਾਲ ਸਰ ਕੋਲ ਬੈਠਾ ਤੇ ਉੱਥੇ ਇੱਕ ਨਾ ਲੈਟਰ ਪਈ ਆ। ਤੇ ਮੈਂ ਤੇ ਪੀਏ ਨੂੰ ਪੁੱਛਿਆ, ਮੈਂ ਕਿਹਾ ਯਾਰ ਗਿਆਨੀ ਅਮੋਲਕ ਸਿੰਘ ਬੰਦਾ, ਮੇਰੇ ਜਿੱਦਾਂ ਅੰਦਰੋਂ ਇੱਕ ਆਵਾਜ਼ ਨਿਕਲਦੀ ਆ ਯਾਰ ਕੀ ਹੈਗਾ ਵਾ ਮੇਰੇ ਮਨ 'ਚ, ਕਿ ਜਿੱਦਾਂ ਕਿ ਖਿੱਚ ਹੁੰਦੀ ਹੈ ਨਾ ਜੀ, ਕਿ ਇਹ ਇਨਸਾਨ ਦੇ ਮੇਰੇ ਤੋਂ ਪਰੇਸ਼ਾਨ ਨੇ। ਤੇ ਮੈਂ ਜੀ ਉਹਨੂੰ ਪੁੱਛਿਆ ਤੇ ਕਹਿੰਦਾ ਕਿ ਮੈਂ ਪਾਗਲ ਫੌਜੀ ਹੈਗਾ। ਜਦੋਂ ਇਹਨੇ ਇੰਨੀ ਗੱਲ ਕਹੀ ਨਾ ਪਾਗਲ ਫੌਜੀ, ਮੇਰਾ ਨਾ ਸਾਹ ਪੈ ਗਿਆ ਜੀ ਮੇਰੇ 'ਚ, ਨਾ ਸਾਹ ਪੈ ਗਿਆ ਮੇਰੇ 'ਚ ਕਿ ਇਹ ਬੰਦਾ ਹੋਈ ਆ। ਮੈਂ ਕਿਹਾ ਯਾਰ ਕੋਈ ਨੰਬਰ? ਕਹਿੰਦਾ ਨਹੀਂ। ਇਹਦੀ ਮੇਲ ਆਈਡੀ ਮੈਨੂੰ ਮਿਲ ਗਈ ਉਹ ਲੈਟਰ 'ਚੋਂ। ਮੈਂ ਉਹਨਾਂ ਨੂੰ ਮੇਲ ਕੀਤੀ, 3 ਦਿਨ ਬਾਅਦ ਜਵਾਬ ਆਉਂਦਾ ਵਾ ਤੁਸੀਂ ਕੌਣ? ਸ਼ਾਇਦ ਉਹਨਾਂ ਦੀ ਪੋਤਰੀ ਰਿਪਲਾਈ ਕੀਤਾ। ਮੈਂ ਫਿਰ ਲਿਖਿਆ, ਮੈਂ ਕਿਹਾ ਬਾਪੂ ਜੀ ਮੈਂ ਤੁਹਾਡਾ ਬੂਟਾ, ਠੀਕ ਹੈ ਜੀ, ਕਿ ਤੁਹਾਡੀ ਕਿਰਪਾ ਨਾਲ ਮਤਲਬ ਕਿ ਸ਼੍ਰੋਮਣੀ ਕਮੇਟੀ 'ਚ ਮੈਂ ਇਸ ਤੱਕ ਪਹੁੰਚਿਆ, ਮੈਂ ਇੱਥੋਂ ਤੱਕ ਜੀ। ਤੇ ਹਫ਼ਤੇ ਬਾਅਦ ਫਿਰ ਮੈਸੇਜ ਆਉਂਦਾ ਕਿ ਪੁੱਤ ਮੈਂ ਤੈਨੂੰ ਪਛਾਣਿਆ ਨਹੀਂ। ਮੈਂ ਫਿਰ ਆਪਣਾ ਨੰਬਰ ਲਿਖ ਕੇ ਮੈਸੇਜ ਕੀਤਾ ਵਾ ਕਿ ਬਾਪੂ ਜੀ ਤੁਸੀਂ ਇਸ ਨੰਬਰ 'ਤੇ, ਕਿਉਂਕਿ ਮੇਰੇ ਕੋਲ ISD ਵਾਲਾ ਨਹੀਂ ਹੈਗਾ ਵਾ, ਤੇ ਤੁਸੀਂ ਮੇਰੇ ਕੋਲ ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਜੇ, ਜਾਂ ਤੁਸੀਂ ਅੰਮ੍ਰਿਤਸਰ ਦੇ ਆਉਂਦੇ। ਕਹਿੰਦੇ ਮੈਂ ਹਰ ਸਾਲ ਦੀਵਾਲੀ ਲਾਗੇ ਜਾ ਕੇ ਆਉਂਦਾ ਹਾਂ। ਮੈਂ ਕਿਹਾ ਜਦੋਂ ਤੁਸੀਂ ਆਓ ਤੇ ਮੈਨੂੰ ਦਰਸ਼ਨ ਜ਼ਰੂਰ ਦੇਣਾ, ਜਦ ਤੁਸੀਂ ਫੋਨ ਕਰਦੇ ਮੈਂ ਤੁਹਾਨੂੰ ਆ ਕੇ ਲੈ ਜਾਵਾਂਗਾ ਜੀ। ਉਹ ਇਨਸਾਨ ਨੇ ਜੀ ਜਦੋਂ 2014 ਦੀ ਉਹ ਗੱਲ ਆ, NRI ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ 'ਚ ਆਏ ਤੇ ਉਹਨਾਂ ਨੇ ਫੋਨ ਆ ਕੇ ਕੀਤਾ ਤੇ ਮੈਂ ਗਿਆ ਜੀ। ਸਿਆਣੇ ਸਾਹਿਬ ਯਕੀਨ ਕਰੋ ਕਿ ਜਿੰਨਾ ਕਿ ਉਹ ਰੋਇਆ ਜਿੰਨਾ ਕਿ ਮੈਂ ਰੋਇਆ। ਵਾਹ। ਇੱਕ ਵਿਛੜਿਆ ਬਾਪ ਮੇਰੇ ਤੇ ਮੇਰਾ ਰੱਬ ਸੀ, ਪਰਮਾਤਮਾ ਸੀ। ਉਹ ਨਾ ਮੈਨੂੰ ਜਾਣੇ ਨਾ ਬੁੱਝੇ, 5 ਪੈਸੇ ਦੀ ਉਹਨਾਂ ਦੀ ਜਿਹੜੀ ਜਾਗ ਸੀ ਨਾ ਜੀ, ਜਦੋਂ ਉਹਨਾਂ ਵੇਖਿਆ ਕਹਿੰਦੇ ਯਾਰ ਤੂੰ ਇੰਨੀ ਗੱਲ ਲੰਬੀ ਯਾਦ ਰੱਖੀ। ਮੈਂ ਬਾਪੂ ਜੀ ਮੈਂ ਕਿਰਤ ਕਰਨੀ ਆ। ਬਿਲਕੁਲ। ਅੱਜ ਦੀ ਡੇਟ ਤੱਕ ਹੈਰਾਨਗੀ ਦੀ ਗੱਲ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦੇਵਾਂ ਕਿ ਜਿੱਦਣ ਇਹ ਭਾਣਾ ਵਾਪਰਦਾ ਜੀ, ਉਸ ਤੋਂ 10 ਕਿ 15 ਦਿਨ ਬਾਅਦ ਫੋਨ ਆਉਂਦਾ, ਗੁਰਬਿੰਦ ਸਿੰਘ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਮੈਂ ਬਾਪੂ ਜੀ ਮੈਂ ਕੀ ਦੱਸਾਂ, ਮੱਥੇ ਤੇ ਕਲੰਕ ਲੱਗ ਗਿਆ ਮੇਰੇ। ਮੈਨੂੰ ਕਹਿੰਦੇ ਕੋਈ ਨਹੀਂ, ਗੁਰੂ ਰਾਮਦਾਸ ਭਰੋਸਾ ਕਰ, ਸਭ ਠੀਕ ਹੋ ਜਾਏਗਾ। ਮੈਂ ਕਿਹਾ ਮੈਨੂੰ ਆਸਰਾ ਗੁਰੂ ਰਾਮਦਾਸ ਦਾ ਜੀ, ਗੁਰੂ ਪਾਤਸ਼ਾਹ ਦਾ ਆਸਰਾ ਮੈਨੂੰ। ਇਹਨਾਂ ਨੇ 1 ਹਫ਼ਤੇ ਬਾਅਦ 25,000 ਰੁਪਏ ਮੈਨੂੰ ਫਿਰ ਭੇਜਤਾ ਜੀ। ਪਹਿਲਾਂ 25 ਪੈਸੇ ਦਾ ਕਰਜ਼ਾ, ਅੱਜ 25,000 ਦਾ ਕਰਜ਼ਦਾਰ ਹੈ ਹਿੰਦੁਸਤਾਨ ਦਾ। ਫਿਰ ਮੇਰੇ ਕੋਲ ਘਰ ਆਏ ਜੀ, ਮੇਰੇ ਪਰਿਵਾਰ ਨੂੰ ਮਿਲਿਆ, ਸਭ ਨੂੰ ਮਿਲੇ ਨੇ। ਮੈਂ ਕਿੱਥੇ ਦੇਣ ਦੇਵਾਂਗਾ ਉਹਨਾਂ ਦੇ ਜੀ? ਨਾ ਮੇਰੇ ਕੋਈ ਰਿਸ਼ਤੇਦਾਰ, ਨਾ ਕਿ ਮੇਰਾ ਸਗਾ ਸੰਬੰਧੀ। ਔਰ ਉਹ ਕੌਣ ਸੀ? ਇਹ ਕੌਣ ਸੀ? ਗੁਰੂ ਰਾਮਦਾਸ ਨੇ ਭੇਜਿਆ ਹੋਇਆ ਇੱਕ ਦੂਤ ਸੀ। ਸੈਣੀ ਸਾਹਿਬ ਕੌਣ ਸੀ? ਗੁਰੂ ਰਾਮਦਾਸ ਮੇਜਰ ਜਨਰਲ ਸੁਬੇਗ ਸਿੰਘ ਦਾ ਸਾਥੀ ਸੀ ਜੀ। ਓਕੇ। ਕੱਥੂ ਨੰਗਲ ਉਹਨਾਂ ਦਾ ਪਿੰਡ ਆ, ਠੀਕ ਹੈ ਜੀ। ਕੱਥੂ ਨੰਗਲ ਪਿੰਡ ਆ, ਮੇਜਰ ਜਨਰਲ ਸੁਬੇਗ ਸਿੰਘ ਦਾ ਸਾਥੀ ਸੀ ਜੀ। ਮੇਰੇ ਤਾਂ ਕੋਈ ਲੱਗਦਾ ਵੀ ਨਹੀਂ ਸੀ। ਤੇ ਜਿੱਥੇ ਜੇ ਸੰਸਥਾ ਮੈਂ 40 ਸਾਲ ਆਪਣੀ ਸਰੀਰ ਜਵਾਨੀ ਗਾਲ ਦਿੱਤੀ, ਉਹਨਾਂ ਨੇ ਮੇਰੇ ਅਖੀਰ ਤੇ ਮੇਰੇ ਮੱਥੇ ਕਲੰਕ ਲਗਾ ਦਿੱਤਾ। ਵਾਹਿਗੁਰੂ। ਉਹਨਾਂ ਦੇ ਫੋਨ ਅੱਜ ਵੀ ਆਉਂਦਾ ਜੀ, ਹਫ਼ਤੇ ਬਾਅਦ 10 ਦਿਨ ਫੋਨ ਆਉਂਦਾ ਹੈ। ਮੇਰਾ ਹੌਸਲਾ ਹੈ ਉਹ। ਹੌਸਲਾ ਹੁਣ ਤੁਹਾਡਾ ਸਿਰਫ ਦੂਜੀ ਬੇਨਤੀ ਥੋੜੀ ਇੱਕ ਬੇਨਤੀ, ਜਦੋਂ ਬੇਟੇ ਨੂੰ ਕੰਮ ਖੋਲ ਕੇ ਦਿੱਤਾ ਜੀ, ਇਹਨਾਂ ਦੀ ਢਿੱਡ ਪੀੜ ਫੇਰ ਹੋ ਗਈ। ਇਹਨਾਂ ਨੇ ਕਿਹਾ ਗੁਰਬਿੰਦ ਸਿੰਘ ਲੁੱਟ ਕੇ ਖਾ ਗਿਆ ਪ੍ਰੈਸ ਤੇ ਫੈਕਟਰੀ ਲਗਾ ਲਈ। ਮੈਂ ਫਿਰ ਰਿਪਲਾਈ ਕੀਤਾ, ਮੈਂ ਕਿਹਾ ਜਿਹੜਾ ਵੀ ਕਹਿੰਦਾ ਉਹਦਾ ਧੰਨਵਾਦ ਬਈ, ਉਹਨਾਂ ਨੂੰ ਕਹਿੰਦੇ ਗੁਰਬਿੰਦ ਸਿੰਘ ਕਹਿੰਦਾ ਹੈ ਕਿ ਜੇ ਤੁਹਾਡਾ ਕੋਈ ਬੱਚਾ ਬੇਰੁਜ਼ਗਾਰ ਆ ਭੇਜੋ, ਚੰਗੀ ਤਨਖਾਹ ਦੇਵਾਂਗਾ ਔਰ ਇੱਜ਼ਤ ਮਾਨਾ ਰੱਖਾਂਗਾ, ਤੁਹਾਡੇ ਨੂੰ ਨਹੀਂ ਕਰਾਂਗਾ ਮੈਂ। ਬਿਲਕੁਲ ਜਲੀਲ ਨਹੀਂ ਕਰਾਂਗਾ ਕਿਸੇ ਨੂੰ। ਬਿਲਕੁਲ ਜੀ, ਮੈਂ ਕਿਹਾ ਮੈਂ ਇੱਜ਼ਤ ਮਾਨਾ ਰੱਖਾਂਗਾ, ਜਲੀਲ ਨਹੀਂ ਕਰਾਂਗਾ ਔਰ ਚੰਗੀ ਤਨਖਾਹ ਦੇ ਕੇ ਮੈਂ ਉਹਦੀ ਪਰਵਰਿਸ਼ ਕਰਾਂਗਾ। SGPC ਦੇ ਵਿੱਚ ਜਿਹੜੇ ਅਧਿਕਾਰੀ ਹੈਗੇ ਨੇ ਮੈਨੇਜਰ ਲੈਵਲ ਦੇ ਜਾਂ ਸਕੱਤਰ ਲੈਵਲ ਦੇ, ਉਹ ਮਤਲਬ ਜਿੰਨੀਆਂ ਕੀ ਗੱਲਾਂ ਪਤਾ ਲੱਗੀਆਂ ਨੇ ਕਿ ਵਾਕਈ ਹੀ ਦੂਜੇ ਛੋਟੇ ਅਹੁਦੇਦਾਰਾਂ ਨੂੰ ਬਹੁਤ ਮੰਦੀ ਭੱਦੀ ਸ਼ਬਦਾਂ ਬਿਲਕੁਲ ਜੀ ਬਿਲਕੁਲ ਕੋਈ ਜ਼ਲੀਲ ਕਰਦੇ ਨੇ, ਹਰ ਹੱਦਾਂ ਪਾਰ ਕਰਦੇ ਨੇ। ਕੋਈ ਸ਼ੱਕ ਦੀ ਗੱਲ ਨਹੀਂ ਜੀ, ਕੋਈ ਸ਼ੱਕ ਦੀ ਗੱਲ ਨਹੀਂ, ਸੱਚ ਹੈ ਇਹ ਸਾਰਾ ਕੁਝ। ਮੈਂ ਕੋਈ ਸ਼ੱਕ ਨਹੀਂ, ਮੈਂ ਤੁਹਾਨੂੰ ਕਹਤਾ। ਫਿਰ ਮੈਂ ਫਿਰ ਬੇਨਤੀ ਕਰਾਂ ਕਿ 10% ਮੁਲਾਜ਼ਮ ਚੋਰ ਸੀ, 90 ਰਖਵਾਲੇ ਸੀ ਜੀ। ਅੱਜ ਉਲਟ ਗਿਆ ਬਿਲਕੁਲ।
ਅੱਜ ਮੈਂਬਰ 10% ਫਰਕ 90% ਚੋਰ ਨੇ। ਕਹਿਣਾ ਨਹੀਂ ਚਾਹੁੰਦਾ, ਸੰਗਤ ਨੂੰ ਅੰਤ ਦਾ ਮੈਂ ਹੋ ਕੇ ਨਿਕਲਦਾ ਮੇਰੇ ਮੂੰਹ ਅੰਤ ਤਾਂ ਇਹੀ ਕਹੂੰਗਾ ਵੀ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿੱਦਾਂ ਅਸੀਂ ਬਚਾ ਸਕਦੇ ਹਾਂ SGPC? ਹੁਣ ਸੈਣੀ ਸਾਹਿਬ ਮੈਂ ਤਾਂ ਸਿਰਫ ਇੱਕੋ ਅਪੀਲ ਕਰਦਾ, ਉਹ ਵੀ ਅਕਾਲ ਪੁਰਖ ਦੇ ਚਰਨ ਅਰਦਾਸ ਕਰਦਾ ਵਾਂ ਜੀ, ਅਕਾਲ ਪੁਰਖ ਰਹਿਮਤ ਕਰਨ, ਇਹਨਾਂ ਨੂੰ ਸਮਤ ਬਖਸ਼ਣ, ਇਹ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਤੇ ਪੰਥ ਦੇ ਭਲੇ ਹਿੱਤ ਕੰਮ ਕਰਨ। ਠੀਕ ਆ, ਜਿੱਥੇ ਕਿ ਸੰਗਤ ਵੀ ਸ਼ਾਂਤੀ ਰਵੇ। ਠੀਕ ਹੈ ਜੀ। ਦੇਖੋ ਜਿਹੜਾ ਹਰਮੰਦਰ ਸਾਹਿਬ ਹੈ ਨਾ ਜੀ, ਭਾਵੇਂ ਗੁਰੂ ਘਰ ਹਰਮੰਦਰ ਸਾਹਿਬ, ਗੁਰੂ ਘਰ ਦੁਨੀਆ ਤੇ ਕੋਈ ਵੀ ਆ ਜਿੱਥੇ ਜਾਂਦਾ ਉਹ ਆਪਣੇ ਅੰਦਰ ਬੜੀ ਭਾਵਨਾਵਾਂ ਲੈ ਕੇ ਜਾਂਦਾ, ਤੇ ਜਦੋਂ ਇਹ ਜੇ ਗੱਲਾਂ ਸੁਣਦਾ ਨਾ ਜਾ ਕੇ ਉੱਥੇ, ਜਾਂ ਉਹ ਆਪਣੇ ਸੀ ਚੱਲਦਾ, ਤੇ ਫਿਰ ਉਹ ਇੱਕ ਨਫ਼ਰਤ ਪੈਦਾ ਹੁੰਦੀ ਆ ਜੀ। ਠੀਕ ਹੈ। ਅੱਜ ਧਰਮ ਪਰਿਵਰਤਨ ਹੋ ਰਿਹਾ, ਕਿਉਂ? ਇਹਨਾਂ ਕਾਰਨਾਂ ਕਰਕੇ ਹੋ ਰਿਹਾ। ਗੁਰੂ ਨਾਨਕ ਦਾ ਫਲਸਫਾ ਕੀ ਸੀ? ਨਾਲ ਲਗਾਓ। ਦਸਵੇਂ ਪਾਤਸ਼ਾਹ ਨੇ ਕੀ ਹੁਕਮ ਕੀਤਾ ਸੀ? ਜਾਤ ਪਾਤ ਭੇਦਭਾਵ। ਇਹ ਜਾਤ ਪਾਤ ਤੇ ਭੇਦਭਾਵ ਉਹਨੇ ਵੱਧ ਵੜ ਗਏ ਨੇ ਇਹਨਾਂ ਦੇ ਵਿੱਚ, ਜੱਟਵਾਦ ਨੇ ਪੂਰਾ ਪਿਆ। ਬਿਲਕੁਲ ਐਗਜ਼ੈਕਟਲੀ। ਮੈਂ ਛੀਮਾ ਤੇ ਮੈਂ ਮਾੜਾ ਵਾਂ, ਇੱਕ ਰਾਮਗੜੀਆ ਤੇ ਮਾੜਾ ਵਾ, ਜੱਟ ਦੇ ਬੱਲੇ 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 ਬੱਲੇ। ਮਤਲਬ ਘੱਟੋ ਘੱਟ ਇਹ ਸੰਸਥਾ ਜਿਹੜੀ ਹੈ ਬੜੀ देखो मैं बहुत बार मैं वही चीज़ है कि बहुत बार मैं यही चीज़ कही है भी जो कलगीधर ने खंडे बाटे की पहल तैयार की सी जात पात का कोड साढ़े चों मुकाया सीगा ते अज जिहड़ी संस्था साडी सरमोर जथेबंदी दे आगू जिहड़े बैठे ने ਜਾਂ ਜਿਹੜੇ ਸੰਸਥਾ ਸਾਹਮਣੇ ਬੈਠੇ ਨੇ ਉਹਨਾਂ ਨੇ ਇੰਨਾ ਕਿ ਸਾਡਾ ਬੇੜਾ ਗਰਕ ਕਰ ਦਿੱਤਾ ਕਿ ਹੁਣ ਗੁਰੂ ਘਰਾਂ ਦੇ ਵਿੱਚ ਕੋਲੇ ਬਾਟੇ ਵੀ ਅਲੱਗ ਹੋ ਗਏ ਆ, ਭਾਂਡੇ ਤੱਕ ਅਲੱਗ ਕਰ ਦਿੱਤੇ ਗਏ ਆ। ਇੱਕ ਪਿੰਡ ਦੇ ਵਿੱਚ 2-2 3-3 ਸਿਵੇ 4-4 ਮਤਲਬ ਤਰਨਤਾਰਨ ਦੇ ਕੋਲ ਇੱਕ ਪਿੰਡ ਆ ਜਿੱਥੇ ਨਾ ਕਰਦੇ ਆ 16 ਗੁਰੂ ਘਰ ਨੇ। ਹੁਣ ਤੁਸੀਂ ਸਮਝ ਸਕਦੇ ਹੋ ਵੀ ਇਹਨਾਂ ਨੇ ਕਿਸ ਹਿਸਾਬ ਦੇ ਨਾਲ ਸਾਨੂੰ ਪਾੜਿਆ ਹੈ। ਸੈਣੀ ਸਾਹਿਬ ਬੇਨਤੀ ਕਰਾਂ ਜੀ, ਦੇਖੋ ਅਕਾਲ ਤਖਤ ਸਾਹਿਬ ਇੱਕ ਹੁਕਮ ਜਾਰੀ ਕੀਤਾ ਜੀ, ਇੱਕ ਪਿੰਡ ਇੱਕ ਗੁਰੂ ਘਰ, ਜਿਹਦੇ ਵਿੱਚ ਪੰਜਾਬ ਨਕਸ਼ੇ 'ਚ ਇੱਕ ਪਿੰਡ ਆਦਮਪੁਰ, ਬਹੁਤ ਵੱਡੀ ਆਬਾਦੀ ਦਾ ਪਿੰਡ ਆ, ਇੱਕ ਗੁਰੂ ਘਰ ਆ ਔਰ ਇੱਕ ਹੀ ਪਿੰਡ ਆ ਜੀ। ਦੂਜੇ ਪਾਸੇ ਅੰਮ੍ਰਿਤਸਰ ਜ਼ਿਲ੍ਹੇ ਵਰਪਾਲ ਪਿੰਡ ਆ, ਛੋਟਾ ਜਿਹਾ ਪਿੰਡ ਆ, 37 ਗੁਰਦੁਆਰੇ ਨੇ। 37 ਗੁਰਦੁਆਰੇ? ਹਾਂਜੀ, ਸਭ ਤੋਂ ਵੱਡਾ। ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਵਰਪਾਲ ਪਿੰਡ ਆ, ਤਰਨਤਾਰਨ ਰੋਡ ਤੇ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ। ਸਭ ਤੋਂ ਵੱਧ ਉਸ ਪਿੰਡ 'ਚ ਗੁਰਦੁਆਰੇ ਨੇ। ਮੈਨੂੰ ਤਾਂ ਪਤਾ ਲੱਗਿਆ ਸੀ ਕਿ 17 ਕਿ 18 ਗੁਰਦੁਆਰੇ ਨੇ ਤਰਨਤਾਰਨ ਦੇ, ਤੇ ਆ 37 ਗੁਰਦੁਆਰੇ ਤੇ ਤੁਸੀਂ ਚੈੱਕ ਕਰ ਲਓ। ਸੋਚੋ ਸੰਗਤ ਜੀ, ਸਾਡਾ ਸ਼ਹੀਦਾਂ ਦਾ ਪਿੰਡ, ਸ਼ਹੀਦਾਂ ਦਾ ਪਿੰਡ ਆ ਸਾਡਾ ਬੇੜਾ, ਸਾਡੀ ਕੌਮ ਦਾ ਬੇੜਾ ਕਿਹਨਾਂ ਨੇ ਬਿਠਾਇਆ ਹੈ? ਹੁਣ ਤੁਸੀਂ ਇਹੀ ਸੋਚ ਸਕਦੇ ਹੋ। ਇੱਥੋਂ ਪਤਾ ਈਵਨ ਜਦੋਂ ਤੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੀਗੇ ਉਦੋਂ ਤੱਕ ਵੀ ਆਹ ਚੀਜ਼ਾਂ ਨਹੀਂ ਸੀ। ਉਸ ਤੋਂ ਬਾਅਦ ਇਹ ਚੀਜ਼ਾਂ ਇੰਨੀਆਂ ਵਧੀਆਂ ਫੁੱਲੀਆਂ ਨੇ। ਮਤਲਬ ਸਾਡੀ ਜੋ ਮਰਿਆਦਾ ਸੀ, ਸਾਡੀ ਰਹਿਤ ਮਰਿਆਦਾ ਦੇ 20 ਵਾਰ ਖਰੜੇ ਤਿਆਰ ਕੀਤੇ ਨੇ, 20 ਵਾਰ ਇਹਨਾਂ ਨੇ ਖਰੜੇ ਮਤਲਬ ਫਾਈਲਾਂ 'ਚ ਦੱਬ ਦਿੱਤੇ ਨੇ। ਇਹ ਹੱਲੇ ਤੱਕ ਪੰਥ ਪ੍ਰਵਾਨਕ ਮਰਿਆਦਾ ਜਿਹਨੂੰ ਕਹਿੰਦੇ ਨੇ ਉੱਤੇ ਇਹ ਆਪ ਹੀ ਨਹੀਂ ਖਰੇ ਉਤਰਦੇ। ਫਿਰ ਇਹ ਕਹਿੰਦੇ ਨੇ ਕਿ ਅਸੀਂ ਮਤਲਬ ਸਿੱਖਾਂ ਦੀ ਸਾਡੀ ਸਰਮੋਰ ਜਥੇਬੰਦੀ ਹੈ। ਜਥੇਬੰਦੀ ਓਬਵੀਅਸਲੀ ਸਾਡੀ ਸਿੱਖਾਂ ਦੀ ਸਰਮੋਰ ਹੈਗੀ ਹੈ, ਪਰ ਇਹ ਜਥੇਬੰਦੀ ਨੂੰ ਇਹ ਕਿਉਂ ਨਹੀਂ ਦਿਸਦਾ ਕਿ ਪੰਜਾਬ ਦੇ ਵਿੱਚ ਹੀ ਹਰ 10 ਕਿਲੋਮੀਟਰ ਦੇ ਉੱਤੇ ਸਾਡੀ ਮਰਿਆਦਾ ਬਦਲੀ ਜਾ ਰਹੀ ਹੈ? ਇਸ ਜਥੇਬੰਦੀ ਨੂੰ ਇਹ ਕਿਉਂ ਨਹੀਂ ਦਿਸਦਾ ਵੀ ਸਾਡੇ ਬੱਚੇ ਗੁਰਮੁਖ ਨਹੀਂ ਅੱਜ ਮਨਮੁਖ ਹੋ ਰਹੇ ਨੇ? ਇਸ ਜਥੇਬੰਦੀ ਨੂੰ ਇਹ ਕਿਉਂ ਨਹੀਂ ਦਿਖਦਾ ਵੀ ਸਾਡੇ ਅੰਦਰ ਗੁਰਮਤਿ ਦਾ ਗਿਆਨ ਨਵੀਆਂ ਪਨੀਰੀਆਂ ਅੰਦਰ ਹੈ ਹੀ ਨਹੀਂ ਕੁਛ? ਸਾਨੂੰ ਇਹ ਕਿਉਂ ਨਹੀਂ ਦਿਖਦਾ ਕਿ ਜਿਹੜੇ ਵੀ ਬੱਚੇ ਸਾਨੂੰ ਅੱਜ ਗੁਰਮਤਿ ਦਾ ਮਤਲਬ ਜਿਹਨਾਂ ਨੂੰ ਜਲ ਦੇ ਕੇ ਸਿੰਚਣੇ ਆ, ਵੱਡੇ ਕਰਨੇ ਆ, ਜਿਹਨਾਂ ਨੂੰ ਗੁਰਮੁਖੀ ਲਿਪੀ ਦਾ ਗਿਆਨ ਹੋਵੇ, ਜਿਹਨਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਾਨੂੰ ਦੇਣੀ ਚਾਹੀਦੀ, ਲੜੀਵਾਰ ਸਰੂਪਾਂ ਦਾ ਗਿਆਨ ਜਿਹਨਾਂ ਨੂੰ ਹੋਣਾ ਚਾਹੀਦਾ, ਉਹਨਾਂ ਨੂੰ ਬਾਣੀ ਪੜ੍ਹਨੀ ਆਣੀ ਚਾਹੀਦੀ ਆ। ਸਾਨੂੰ ਦੱਸ ਦੇ SGPC ਕਿੰਨੇ ਇੰਨੇ ਕੀ ਨੌਜਵਾਨ ਇਹਨਾਂ ਨੇ ਇਹੋ ਜਿਹੇ ਤਿਆਰ ਕਰ ਦਿੱਤੇ ਆ? ਦੱਸੇ ਮੈਨੂੰ, ਸੰਗਤ ਨੂੰ ਦੱਸੋ। ਮੈਨੂੰ ਤਾਂ ਕੀ, ਮੇਰੀ ਕੀ ਔਕਾਤ ਹੈ? ਸੰਗਤ ਨੂੰ ਦੱਸੇ। ਜਿੰਨੇ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਆ ਹੁਣ ਮੈਂ ਮਤਲਬ ਨਿਊਜ਼ਪੇਪਰ ਦੀ ਕਟਿੰਗ ਵੀ ਤੁਹਾਨੂੰ ਦਿਖਾ ਦਾਂਗਾ, ਮੇਰੇ ਕੋਲ ਸੈੱਲ 'ਚ ਦੂਜੇ 'ਚ ਪਈ ਹੋਗੀ। ਹੁਣ ਇਹਨਾਂ ਨੇ ਕੱਲ੍ਹ ਜਾਂ ਪਰਸੋਂ ਨਿਊਜ਼ਪੇਪਰ ਦੇ ਵਿੱਚ ਆਰਟੀਕਲ ਦਿੱਤਾ ਹੈ ਵੀ ਧਰਮ ਸ਼ਾਸਤਰ ਵਾਸਤੇ ਇਹਨਾਂ ਨੂੰ ਅਧਿਆਪਕ ਚਾਹੀਦੇ ਨੇ। ਹੁਣ ਕਿਉਂ ਯਾਦ ਆਇਆ? ਸ਼ੁਕਰ ਹੈ ਲੱਭਣ ਲੱਗੇ ਹੋ, ਘੱਟੋ ਘੱਟ ਧਰਮ ਸ਼ਾਸਤਰ ਵਾਸਤੇ ਤੁਹਾਨੂੰ ਰਿਲੀਜਨ ਦੇ ਟੀਚਰਸ ਚਾਹੀਦੇ ਨੇ। ਪਰ ਇਹ ਤੁਹਾਨੂੰ ਪਹਿਲਾਂ ਕਿਉਂ ਨਹੀਂ ਯਾਦ ਆਇਆ? ਜ਼ਰੂਰੀ ਹੈ ਵੀ ਹਰ ਚੀਜ਼ ਉੱਤੇ ਕੋਈ ਤੁਹਾਨੂੰ ਪੁਆਇੰਟ ਆਊਟ ਕਰੇ ਜਾਂ ਜੁੱਤੀ ਫੇਰੇ, ਉਸ ਤੋਂ ਬਾਅਦ ਤੁਹਾਨੂੰ ਅਕਲ ਆਣੀ ਹੈ। ਫਿਰ ਚੀਕਾਂ ਮਾਰਦੇ ਹੋਏ ਤੁਸੀਂ ਕੰਮ ਵੀ ਕਰਨੇ ਨੇ ਉਹ, ਤੇ ਦੂਜੇ ਨੂੰ ਫਿਰ ਜ਼ਲੀਲ ਵੀ ਕਰਨਾ ਸੰਗਤ ਦੇ ਸਾਹਮਣੇ। ਲਓ ਜੀ ਸੈਣੀ ਨੇ ਆਹ ਕਰਤਾ, ਸੈਣੀ ਨੇ ਆਹ ਕਰਤਾ। ਸੈਣੀ ਉੱਤੇ ਤਾਂ SGPC ਨੇ ਕੇਸ ਕੀਤਾ ਹੀ ਨਹੀਂ। ਸੈਣੀ ਦੇ ਉੱਤੇ ਕੇਸ ਤਾਂ ਜਿਹੜਾ ਕੀਤਾ ਉਹ ਤਾਂ ਵਿਅਕਤੀ ਵਿਸ਼ੇਸ਼ ਨੇ ਕੀਤਾ, ਉਹ ਉਸ ਨੇ ਕੀਤਾ ਆ, ਧੰਗੇੜੇ ਨੇ, ਜਿਹਦਾ ਮੈਂ ਕਦੀ ਜ਼ਿਕਰ ਹੀ ਨਹੀਂ ਸੀ ਕੀਤਾ ਉਦੋਂ ਤੱਕ, ਜਦੋਂ ਤਾਂ FIR ਜਦੋਂ ਦਰਜ ਹੋਈ ਹੈ। ਆਈ ਡੈਮ ਕੇਅਰ ਅਬਾਊਟ ਯੂਰ FIR ਈਵਨ। ਕੋਈ ਗੱਲ ਨਹੀਂ, ਸਤਿਕਾਰਯੋਗ ਨੇ ਅਦਾਲਤਾਂ, ਜੱਜ ਸਾਹਿਬਾਨ ਸਤਿਕਾਰਯੋਗ ਨੇ, ਉਹਨਾਂ ਦੇ ਉੱਤੇ ਮੈਨੂੰ ਭਰੋਸਾ, ਜੋ ਫੈਸਲਾ ਲੈਣਗੇ ਮੈਨੂੰ ਸਿਰ ਮੱਥੇ ਪ੍ਰਵਾਨ ਹੋਊਗਾ। ਜੇ ਅਰੈਸਟ ਵੀ ਕਰਨਗੇ ਆਪ ਜਾ ਕੇ ਦੇ ਦੂੰਗਾ, ਕੋਈ ਪੰਗਾ ਨਹੀਂ ਉਹਦਾ। ਪਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਕਦੋਂ ਨਿਭਾਓਗੇ? ਤੁਸੀਂ ਕਦੋਂ ਸਮਝੋਗੇ? ਕਦੋਂ ਤੁਸੀਂ ਸਿੱਖੋਗੇ?
ਅਸੀਂ ਆਪਣੇ ਮੈਂ ਕੋਈ ਆਪਣੇ ਨਿੱਜ ਵਾਸਤੇ ਲੜ ਰਿਹਾ ਹਾਂ, ਮੈਂ ਇਹ ਕਹਿ ਰਿਹਾ ਕਿ ਮੇਰਾ ਘਰ ਭਰੋ, ਕੌਮ ਦਾ ਬੇੜਾ ਡੁੱਬ ਰਿਹਾ ਆ, ਉਹਦੇ ਵਾਸਤੇ ਬੇਨਤੀ ਕਰ ਰਹੇ ਹਾਂ ਕਿ ਉਦਮ ਕਰੋ, ਬਚਾ ਲਓ। ਪਰ ਤੁਸੀਂ ਸਿਆਸੀ ਜੁੱਤੀਆਂ ਦੇ ਵਿੱਚ ਅਜਿਹੇ ਪਾਣੀ ਦੇ ਘੁੱਟ ਭਰਨੇ ਲੱਗੇ ਆ, ਪਤਾ ਨਹੀਂ ਤੁਹਾਨੂੰ ਕਿੰਨਾ ਕੀ ਸ਼ਹਿਦ ਦੀ ਮਿਠਾਸ ਮਿਲ ਰਹੀ ਹੈ ਜੁੱਤੀਆਂ 'ਚ ਪਾਣੀ ਪੀ ਕੇ ਆਉਣਾ। ਤੁਹਾਨੂੰ ਕੌਮ ਦਾ ਬੇੜਾ ਡੁੱਬਦਾ ਹੋਇਆ ਕਿਉਂ ਨਹੀਂ ਦਿਖ ਰਿਹਾ? ਫਿਰ ਤੁਸੀਂ ਕਹਿੰਦੇ ਹੋ ਕਿ ਸੈਣੀ ਦੀ ਜ਼ੁਬਾਨ ਬੰਦ ਹੋ ਜਾਵੇ ਜਾਂ ਸੰਗਤ ਨਾ ਬੋਲੇ। ਆ 1 2 3 ਨਹੀਂ, ਸਾਰਾ ਪੰਜਾਬ ਬੋਲੂਗਾ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਬੋਲੂਗੀ, ਚੀਕ ਕੇ ਬੋਲੂਗੀ, ਤੁਹਾਡੇ ਕੰਨਾਂ ਦੇ ਪਰਦੇ ਪਾਟ ਜਾਣਗੇ। ਯਾਦ ਰੱਖਿਓ, ਕਿਉਂਕਿ ਉਸ ਗੁਰੂ ਰਾਮਦਾਸ ਨੇ ਹਲੂਣਾ ਦੇਣਾ ਸੀ ਸੰਗਤ ਨੂੰ, ਉਹ ਹਲੂਣਾ ਦੇ ਚੁੱਕੀ ਹੈ। ਸੰਗਤ ਸਮਝ ਚੁੱਕੀ ਆ ਕੌਣ ਯਾਰ ਹੈ ਤੇ ਕੌਣ ਗੱਦਾਰ ਹੈ। ਹੁਣ ਤੁਸੀਂ ਉੱਤੋਂ ਗਾਤਰੇ ਚੋਲੇ ਪਾ ਕੇ ਥੱਲਿਓਂ ਜਿੰਨੀਆਂ ਮਰਜ਼ੀ ਖਾਕੀ ਨਿਕਰਾਂ ਪਾ ਕੇ ਰੱਖੋ, ਸੰਗਤ ਨੂੰ ਦਿਖ ਗਿਆ ਹੈ ਵੀ ਕੌਣ ਕਿਹਦੇ ਖਾਤੇ 'ਚ ਭੁਗਤਦਾ ਹੈ, ਕਿਹਦੇ ਹੱਕ 'ਚ ਭੁਗਤਦਾ ਹੈ। ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਜ਼ਿਕਰ ਪਹਿਲਾਂ ਵੀ ਕੀਤਾ, ਹੁਣ ਵੀ ਕੀਤਾ। ਜੇ ਖਜ਼ਾਨਾ ਪਿਆ ਤਾਂ ਫਿਰ ਜਨਤਕ ਕਿਉਂ ਨਹੀਂ ਕਰਦੇ? ਤੇ ਜਿੱਦਾਂ ਇਹਨਾਂ ਨੇ ਕਿਹਾ ਪਹਿਲਾਂ ਡਿਜੀਟਲ ਕੀਤੀ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ, ਫਿਰ ਧਾਮੀ ਸਾਹਿਬ ਨੇ ਕਿਉਂ ਡਿਜੀਟਲ ਕਰਨ ਦੀ ਸੋਚੀ ਹੈ ਜਦ ਹੋਈ ਪਈ ਆ? 13,000 ਕਿਤਾਬਾਂ ਕਿਹੜੀਆਂ ਨੇ ਸਾਡੇ ਕੋਲ ਜਿਹੜੀਆਂ ਡਿਜੀਟਲ ਕਰਦੀਆਂ ਨੇ? ਕਿਰਪਾ ਕਰਕੇ ਵੇਰਵਾ ਉਹਦਾ ਦਿੱਤਾ ਜਾਵੇ। ਵੇਰਵਾ ਦੇਣ 'ਚ ਕੁਝ ਜਾਂਦਾ ਤਾਂ ਨਹੀਂ? 13 ਦੇ 13,000 ਕਿਤਾਬਾਂ ਦੇ ਨਾਮ ਇੱਕ ਵਾਰ ਲਿਸਟ ਆਪਣੀ ਵੈਬਸਾਈਟ ਤੇ ਪਾਈ ਜਾਵੇ, ਸੰਗਤ ਨੂੰ ਪਤਾ ਲੱਗੇ ਸਿੱਖ ਕੌਮ ਕੋਲ ਕਿੰਨਾ ਖਜ਼ਾਨਾ ਆ। ਉਸ ਤੋਂ ਇਲਾਵਾ ਕਿੰਨੇ ਗ੍ਰੰਥ ਨੇ ਹੱਥ ਲਿਖਤ, ਕਿੰਨੇ ਖਰੜੇ ਨੇ। ਕਿਰਪਾ ਕਰਕੇ ਸਾਨੂੰ ਸੰਗਤ ਨੂੰ ਦੱਸਿਆ ਜਾਵੇ। ਸੋ ਅੰਤਤಃ ਕੀ ਕੁਝ ਕਹਿਣਾ ਚਾਹੋਗੇ, ਕੋਈ ਸੁਨੇਹਾ ਦੇਣਾ ਚਾਹੋਗੇ ਸੰਗਤ ਨੂੰ? ਮੈਂ ਤਾਂ ਬੇਨਤੀ ਕੋ ਕਰਾਂ ਕਿ ਅਕਾਲ ਪੁਰਖ ਰਹਿਮਤ ਕਰਨ, ਇਹਨਾਂ ਨੂੰ ਸਮੱਤ ਬੁੱਧੀ ਬਖਸ਼ਣ, ਸੰਗਤ ਦੇ ਜਿਹੜੀਆਂ ਭਾਵਨਾਵਾਂ ਉਹਨੂੰ ਸਮਝਣ, ਸੱਚ ਨੂੰ ਸੱਚ ਕਰਨ। ਠੀਕ ਆ। ਤੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ? ਉਹਨਾਂ ਨੂੰ ਪੜ੍ਹੇ ਲਿਖੇ ਨੇ, ਸੂਝਵਾਨ ਨੇ, ਵਕਾਲਤਾਂ ਕੀਤੀਆਂ। ਬਿਲਕੁਲ ਬੱਚਾ ਹੋਵੇ ਨਾ ਜੀ, ਮੈਂ ਉਹਨੂੰ ਸਮਝਾਵਾਂ, ਤੇ ਜਿਹੜਾ ਖੁਦ ਐਡਾ ਪੜ੍ਹਿਆ ਲਿਖਿਆ ਵਿਦਵਾਨ ਕੌਮ ਨੂੰ ਮਿਲਿਆ ਵਾ ਪ੍ਰਧਾਨ ਸ਼੍ਰੋਮਣੀ ਕਮੇਟੀ, ਤੇ ਉਹਨੂੰ ਮੈਂ ਸਮਝਾਉਂ ਮੇਰੀ ਔਕਾਤ ਕੀ ਹੈਗੇ। ਫਿਰ ਵੀ ਕਹਾਂਗਾ ਅਕਾਲ ਪੁਰਖ ਇਹਨਾਂ ਤੇ ਰਹਿਮਤ ਬਖਸ਼ਿਸ਼ ਕਰੋ, ਸਮੱਤ ਬਖਸ਼ੋ ਕਿ ਜਿਹੜਾ ਪੰਥ ਜਿਹੜਾ ਅੱਜ ਹਾਲ ਹੋ ਰਿਹਾ ਵਾ, ਇਹ ਹਾਲ ਨਾ ਹੋਵੇ। ਤੇ ਇਹ ਜਿਹੜਾ ਵਾ ਇੱਜ਼ਤਮਾਨਾ ਸਾਰਾ ਸਮਾਜ ਜਿਹੜਾ ਵਾ ਇਕਜੁੱਟ ਹੋ ਕੇ ਰਵੇ। ਠੀਕ ਆ। ਜਾਤ ਪਾਤ ਦਾ ਭੇਦਭਾਵ, ਉਸ ਦੇ ਭੇਦਭਾਵ ਨੂੰ ਖਤਮ ਕਰਨ ਜਿਹੜੇ ਦਸਵੇਂ ਪਾਤਸ਼ਾਹ ਨੇ ਕੀਤਾ ਸੀ। ਬਿਲਕੁਲ ਜੀ, ਖਤਮ ਹੋਏਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਾਂਗਾ ਕਿ ਬਹੁਤ ਸਾਰੇ ਐਪੀਸੋਡਸ ਮੈਂ ਪਹਿਲਾਂ ਵੀ ਕਿਹਾ, ਜਿਨ੍ਹਾਂ ਨੇ ਵੀ ਸੋਨੇ ਦਾ ਚਾਹੇ ਤੋਲਾ ਚੜਾਇਆ ਆ, ਠੀਕ ਹੈ, ਚਾਹੇ ਤੁਸੀਂ ਛਤਰ ਚੜਾਇਆ, ਚਾਹੇ ਤੁਸੀਂ ਕਲਸ਼ ਚੜਾਇਆ, ਚਾਹੇ ਗਮਲੇ ਚੜਾਇਆ, ਕੁਛ ਵੀ ਸੋਨੇ ਦੀ ਚੀਜ਼ ਚੜਾਈ ਹੈ, ਕਿਉਂਕਿ ਕਿਸੇ ਨੇ ਵੀ ਜ਼ਮੀਨਾਂ ਦਾਨ ਕੀਤੀਆਂ ਨੇ, ਗੁਪਤ ਦਾਨ ਕੀਤੇ ਨੇ, ਕੁਛ ਵੀ ਕੀਤਾ ਆ ਦਾਨ ਤੁਸੀਂ। ਹਜ਼ੂਰੀ ਰਾਗੀ ਭਾਈ ਨਗੋਕੇ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਸਭ ਇਹਨਾਂ ਦੇ ਢਿੱਡ ਭਰੇ ਆ, ਹਿਸਾਬ ਕਿਤਾਬ ਲੈਣਾ ਆ। ਸਿੰਘ ਸਾਹਿਬ ਨੇ ਵੀ ਕਹਿਤਾ ਵੀ ਗੁਨੇਗਾਰ ਅਸੀਂ ਹੋਵਾਂਗੇ ਜਿਹੜੇ ਜ਼ੁਲਮ ਹੁੰਦਾ ਦੇਖ ਰਹੇ ਨੇ, ਅਗਰ ਚੁੱਪ ਬੱਟਦੇ ਹਾਂ ਅਸੀਂ। ਗੁਰਦੁਆਰਾ ਸਾਫ਼ ਕਰਨੇ ਨੇ ਗੁਰੂ ਘਰ ਅਸੀਂ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਉਣਾ ਹੈ। ਤਾਂ ਜਿਨ੍ਹਾਂ ਨੇ ਦਾਨ ਕੀਤੇ ਹੋਏ ਨੇ ਨਾ, ਹਿਸਾਬ ਮੰਗੋ ਤੇ ਦੱਸੋ ਕਿ ਹਿਸਾਬ ਉਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ। ਜੇ ਨਹੀਂ ਦਿੱਤਾ ਤਾਂ ਵੀ ਦੱਸੋ, ਮੇਰੀਆਂ ਵੀਡੀਓਜ਼ ਦੇ ਵਿੱਚ ਥੱਲੇ ਕਮੈਂਟਸ ਦੇ ਵਿੱਚ ਦੱਸੋ। ਨੰਬਰ ਮੈਂ ਦੱਸਿਆ ਹੋਇਆ ਪਹਿਲਾਂ, ਇਸ ਵੀਡੀਓ ਦੇ ਵਿੱਚ ਦੁਬਾਰਾ ਤੋਂ ਦੱਸਦਾ, 9888184087 9881844087। ਇਸ ਦੇ ਉੱਤੇ ਤੁਸੀਂ ਭੇਜ ਸਕਦੇ ਹੋ। ਜਦੋਂ ਵੀ ਫੋਨ ਆਨ ਹੁੰਦਾ ਮੇਰੇ ਕੋਲ ਡਿਟੇਲਸ ਪਹੁੰਚ ਜਾਣਗੀਆਂ। ਬਸ ਤੁਸੀਂ ਗੋਲਡ ਲਿਖਣਾ ਹੈ, ਜਿਹਨਾਂ ਨੇ ਸੋਨਾ ਦਿੱਤਾ ਹੈ ਤੇ ਹਿਸਾਬ ਮੰਗਿਆ ਉਹਨਾਂ ਤੋਂ ਜਾਂ ਮੰਗਣ ਵਾਲੇ ਹੋ, ਸਿਰਫ ਆਪਣਾ ਨਾਮ ਲਿਖ ਕੇ, ਏਰੀਆ ਲਿਖ ਕੇ ਜਾਂ ਕੰਟਰੀ ਲਿਖ ਕੇ, ਜਿਹੜੀ ਵੀ ਕੰਟਰੀ 'ਚੋਂ ਉਹਦੀ ਸਿਟੀ ਜਾਂ ਸਟੇਟ ਲਿਖ ਕੇ ਗੋਲਡ ਲਿਖ ਦਿਓ। ਠੀਕ ਹੈ। ਜਿਨ੍ਹਾਂ ਨੇ ਪੈਸਾ ਲੱਖਾਂ ਦੇ ਹਿਸਾਬ ਨਾਲ ਦਾਨ ਕੀਤਾ ਉਹ ਮਨੀ ਲਿਖ ਦਿਓ, ਜਿਨ੍ਹਾਂ ਨੇ ਜ਼ਮੀਨਾਂ ਦਾਨ ਕੀਤੀਆਂ ਉਹ ਲੈਂਡ ਲਿਖ ਦਿਓ, ਤੇ ਡਿਟੇਲਸ ਮੈਨੂੰ ਫਾਰਵਰਡ ਕਰਨੀਆਂ ਸ਼ੁਰੂ ਕਰੋ ਤਾਂ ਕਿ ਇਹਨਾਂ ਦਾ ਕੱਚਾ ਚਿੱਠਾ ਤਿਆਰ ਕਰੀਏ। ਸਿੰਘ ਸਾਹਿਬ ਕੋਲ ਅੱਜ ਮੈਂ ਪ੍ਰੂਫ ਬਾਕੀ ਦੇ ਲੈ ਜਾਣੇ ਆ ਜਿੰਨੇ ਹੈਗੇ ਨੇ, ਜਿੰਨੇ ਨੀਡਡ ਨੇ ਮੈਨੂੰ, ਤੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਅਸੀਂ ਟੱਕਰਾਂਗੇ ਪੂਰੇ ਸਬੂਤਾਂ ਦੇ ਨਾਲ। ਤੇ ਅੰਤ ਤਾਂ ਮੈਂ ਭਾਈ ਰਣਜੀਤ ਸਿੰਘ ਜੀ ਨੂੰ ਵੀ ਕਹਿਣਾ ਕਿ ਬੜੇ ਤੁਸੀਂ ਵੀ ਸਬੂਤ ਲੈ ਕੇ ਬੈਠੇ ਹੋਏ ਹੋ, ਤਾਂ ਫਿਰ ਅਗਰ ਮੈਂ 90 ਤੋਂ ਵੱਧ ਐਪੀਸੋਡ ਕਰ ਦਿੱਤੇ ਨੇ ਇਸ ਦੇ ਉੱਤੇ, ਤਾਂ 295 ਇਹ ਵੀ ਹੋ ਗਿਆ, ਤਾਂ ਖੁੱਲ੍ਹ ਕੇ ਥੋੜ੍ਹਾ ਜਿਹਾ ਬੋਲਣਾ ਤੁਸੀਂ ਵੀ ਸ਼ੁਰੂ ਕਰੋ ਇਹਦੇ ਉੱਤੇ ਕਿ ਸਿਰ ਜੋੜ ਕੇ ਅਸੀਂ ਚੱਲ ਸਕਦੇ ਹਾਂ। ਜੇ ਵਾਕਈ ਹੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜੇ ਤੁਸੀਂ ਚੋਣਾਂ ਦੀ ਵਾਕਈ ਹੀ ਤਿਆਰੀ ਕਰ ਰਹੇ ਹੋ, ਜਾਂ ਅਜੇ ਵੀ ਸਾਡੇ ਧਾਰਮਿਕ ਆਗੂ ਆਪਣੇ ਡੰਡੇ ਤੇ ਆਪਣੇ ਝੰਡਿਆਂ ਦੇ ਪਿੱਛੇ, ਕਿਉਂਕਿ ਸਾਨੂੰ ਅੱਜ ਤੱਕ ਓਵਰ ਕੌਨਫੀਡੈਂਸ ਨਹੀਂ ਮਾਰਿਆ, ਇਸ ਕਰਕੇ ਬੇਨਤੀ ਹੈ ਧਾਰਮਿਕ ਉਹਨਾਂ ਆਗੂਆਂ ਨੂੰ ਜਿਹੜੇ ਚੋਣਾਂ ਲੜਨ ਦੀ ਅੱਗੇ ਤਿਆਰੀ ਕਰ ਰਹੇ ਨੇ, ਸਿਰ ਜੋੜ ਕੇ ਚੱਲੋਗੇ ਤਾਂ ਸ਼ਾਇਦ ਇਹ ਗੰਦ ਅਸੀਂ ਸਾਫ਼ ਬਹੁਤ ਛੇਤੀ ਕਰ ਲਾਂਗੇ। ਕਰ ਤਾਂ ਉੱਦਾਂ ਵੀ ਲਵਾਂਗੇ, ਗੁਰੂ ਦਾ ਦਰ ਹੈ, ਗੰਦ ਨਹੀਂ ਹੁਣ ਰਹਿਣ, ਪਰ ਸਿਰ ਜੋੜ ਕੇ ਚੱਲਣ ਵਾਸਤੇ ਅਗਰ ਹਾਮੀ ਭਰਦੇ ਹੋ ਤਾਂ ਜੀ ਸਦਕੇ। ਸੋ ਸੰਗਤ ਜੀ, ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰ ਦਿਆ ਕਰੋ। ਦਿਓ ਇਜਾਜ਼ਤ।
ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।